हालेलुया। परमेश्वर के पवित्र नाम की तारीफ होवे। आओ कड्डांगे मलाकी 4 अध्याय कड्डांगे। मलाकी की पुस्तक पुराने नियम की लास्ट किताब। तां वेखो ओ दिन आउंदा है तंदूर वांगू साड़न वाला, सारे आकड़बाज अते सारे दुष्ट घुट्टा होणगे। उस दिन उन्हां नूं साड़न लई आउंदा है। सैना दा यहोवा आखदा है ਉਹ ਉਹਨਾਂ ਲਈ ਟੁੰਡ ਮੁੰਡ ਨਾ ਛੱਡੇਗਾ, ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈ ਮੰਨਦੇ ਹਨ ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹ ਉਹਦੀਆਂ ਕਿਰਨਾਂ ਵਿੱਚ ਸ਼ਿਫਾ ਹੋਵੇਗੀ। ਤੁਸੀਂ ਵਾੜੇ ਦੇ ਬੱਚੇ ਵਾਂਗੂ ਬਾਹਰ ਨਿਕਲੋਗੇ ਤੇ ਕੁੱਦੋਗੇ, ਤੁਸੀਂ ਦੁਸ਼ਟਾਂ ਨੂੰ ਮਿੱਧੋਗੇ। ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠ ਦੀ ਸਵਾਹ ਹੋਣਗੇ। ਉਸ ਦਿਨ ਜਦ ਮੈਂ ਕੰਮ ਕਰਾਂਗਾ, ਸੈਨਾ ਦਾ ਯਹੋਵਾ ਆਖਦਾ ਹੈ, ਤੁਸੀਂ ਮੇਰੇ ਦਾਸ ਦੀ ਵਿਵਸਥਾ ਨੂੰ ਚੇਤੇ ਰੱਖੋ ਅਤੇ ਵਿਧੀਆਂ ਅਤੇ ਨਿਯਮਾਂ ਨੂੰ, ਜਿਨ੍ਹਾਂ ਦਾ ਮੈਂ ਸਾਰੇ ਇਸਰਾਏਲ ਦੇ ਲਈ ਹੈਰੋਬ ਵਿੱਚ ਹੁਕਮ ਦਿੱਤਾ। ਵੇਖੋ ਮੈਂ ਏਲੀਆ ਨਬੀ ਨੂੰ ਤੁਹਾਡੇ ਲਈ ਘੱਲਾਂਗਾ, ਇਸ ਤੋਂ ਪਹਿਲਾਂ ਕਿ ਯਹੋਵਾ ਦਾ ਵੱਡਾ ਅਤੇ ਭੈਦਾਇਕ ਦਿਨ ਆਵੇ। ਉਹ ਪੇਵਾਂ ਦੇ ਦਿਲ ਬਾਲਕਾਂ ਅਤੇ ਬਾਲਕਾਂ ਦੇ ਦਿਲ ਪੇਵਾਂ ਵੱਲ ਮੋੜੇਗਾ। ਮਤੇ ਮੈਂ ਆਵਾਂ ਅਤੇ ਧਰਤੀ ਦਾ ਸਤਿਆਨਾਸ਼ ਕਰਾਂ। ਇੱਕ ਅਸੀਂ ਹੋਰ ਪੜਾਂਗੇ ਪ੍ਰਕਾਸ਼ ਦੀ ਪੋਥੀ 22 ਦੀ 12 ਪੜਾਂਗੇ। ਪ੍ਰਕਾਸ਼ ਦੀ ਪੋਥੀ 22 ਦੀ 12। ਵੇਖ ਮੈਂ ਛੇਤੀ ਆਉਂਦਾ ਹਾਂ, ਫਲ ਮੇਰੇ ਕੋਲ ਹੈ ਭਈ, ਹਰੇਕ ਨੂੰ ਜਿਹਾ ਜਿਸ ਦਾ ਕੰਮ ਹੈ ਤਿਆ ਉਸ ਨੂੰ ਬਦਲਾ ਦਿਆਂ। ਮੈਂ ਅਲਫਾ ਅਤੇ ਓਮੇਗਾ, ਪਹਿਲਾ ਅਤੇ ਪਿਛਲਾ, ਆਦ ਅਤੇ ਅੰਤ ਹਾਂ। ਧੰਨ ਉਹ ਹਨ ਜਿਹੜੇ ਆਪਣੇ ਵਸਤਰ ਧੋ ਲੈਂਦੇ ਹਨ, ਭਈ ਉਹਨਾਂ ਨੂੰ ਜੀਵਨ ਦੇ ਵਿਰਛ ਉੱਤੇ ਹੱਕ ਹੋਵੇ ਅਤੇ ਉਹ ਦਰਵਾਜ਼ਿਆਂ ਥਾਣੀ ਉਸ ਨਗਰੀ ਦੇ ਅੰਦਰ ਜਾਣ। ਬਾਹਰ ਹਨ ਕੁੱਤੇ, ਜਾਦੂਗਰ, ਹਰਾਮਕਾਰ, ਮੂਰਤੀ ਪੂਜਕ, ਖੂਨੀ ਅਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਤੇ ਕਮਾਉਂਦਾ ਹੈ। ਵੇਖ ਮੈਂ ਯਿਸੂ ਨੇ ਕਲੀਸਿਆ ਦੇ ਲਈ ਇਹਨਾਂ ਗੱਲਾਂ ਦੀ ਸਾਖੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਘੱਲਿਆ। ਮੈਂ ਦਾਊਦ ਦੀ ਜੜ ਅਤੇ ਅੰਸ਼ ਹਾਂ, ਮੈਂ ਸਵੇਰ ਦਾ ਉਜਲ ਤਾਰਾ ਹਾਂ। ਆਤਮਾ ਤੇ ਲਾੜੀ ਆਖਦੀ ਹੈ ਆਓ, ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਤਿਹਾਇਆ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਫਤ ਲਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਸਾਰੀ ਭਲਾਈਆਂ ਵਾਸਤੇ ਤੇਰਾ ਧੰਨਵਾਦ ਕਰਦੇ ਹਾਂ ਖੁਦਾਵੰਦਾ। ਅੱਜ ਦੇ ਮੁਬਾਰਕ ਸਮੇਂ ਦੇ ਲਈ ਵੀ ਤੇਰਾ ਧੰਨਵਾਦ ਪ੍ਰਭੂ ਯਿਸੂ ਮਸੀਹ। ਅੱਜ ਖੁਦਾਵੰਦਾ ਮੁਬਾਰਕ ਦਿਨ ਹੈ ਪ੍ਰਭੂ ਜੀ, ਕਿਉਂਕਿ ਅਸੀਂ ਸਭ ਤੇਰੀ ਉਪਾਸਨਾ ਕਰਨ ਦੇ ਲਈ ਪ੍ਰਭੂ ਜੀ ਸਥਾਨ 'ਚ ਇਕੱਠੇ ਹੋਏ ਹਾਂ, ਕਿਉਂਕਿ ਮੁਬਾਰਕ ਉਹੀ ਦਿਨ ਹੁੰਦਾ ਹੈ ਪ੍ਰਭੂ ਜੀ ਜਿਸ ਦਿਨ ਖੁਦਾਵੰਦ ਲੋਕ ਤੇਰੀ ਉਪਾਸਨਾ ਕਰਦੇ ਹਨ ਪ੍ਰਭੂ ਯਿਸੂ ਮਸੀਹ, ਤੇਰੀ ਮਰਜ਼ੀ ਨੂੰ ਪੂਰਾ ਕਰਦੇ ਹਨ ਪ੍ਰਭੂ ਜੀ। ਤੇਰੇ ਕਹੇ ਅਨੁਸਾਰ 7ਵੇਂ ਦਿਨ ਪ੍ਰਭੂ ਜੀ ਮੇਰੇ ਮਹਾਨ ਪਿਤਾ ਤੇਰੇ ਘਰ ਦੇ ਵਿੱਚ ਆ ਕੇ ਪ੍ਰਭੂ ਜੀ ਤੇਰੀ ਉਪਾਸਨਾ ਕਰਦੇ ਹਨ ਪ੍ਰਭੂ ਜੀ, ਤੇਰੀ ਸਤੂਤੀ ਕਰਦੇ ਹਨ ਖੁਦਾਵੰਦਾ। ਕਿਉਂਕਿ ਅੱਜ ਸੰਸਾਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਮੌਤ ਮੰਡਰਾ ਰਹੀ ਹੈ ਪ੍ਰਭੂ ਜੀ। ਮੇਰੇ ਮਹਾਨ ਪਿਤਾ ਲੋਕ ਨਾਸ਼ ਹੋ ਰਹੇ ਹਨ ਪ੍ਰਭੂ ਜੀ, ਕਿਉਂਕਿ ਖੁਦਾਵੰਦ ਜਿੰਨੇ ਵੀ ਲੋਕ ਹਨ ਉਹ ਵਚਨ ਤੋਂ ਬਾਹਰ ਚੱਲ ਰਹੇ ਹਨ ਪ੍ਰਭੂ ਜੀ। ਅੱਜ ਬਹੁਤ ਲੋਕ ਖੁਦਾਵੰਦਾ ਆਪਣੇ ਹੀ ਭੋਗਾਂ ਵਿਲਾਸਾਂ ਵਿੱਚ ਲੱਗੇ ਹੋਏ ਹਨ ਖੁਦਾਵੰਦਾ, ਲੇਕਿਨ ਤੇਰੇ ਮੁਬਾਰਕ ਲੋਕ ਪ੍ਰਭੂ ਯਿਸੂ ਮਸੀਹ ਤੇਰੀ ਹਜ਼ੂਰੀ ਵਿੱਚ ਖੜੇ ਆ ਪ੍ਰਭੂ ਜੀ। ਕਿਉਂਕਿ ਪ੍ਰਭੂ ਯਿਸੂ ਮਸੀਹ ਜਿਹੜਾ ਮਨੁੱਖ ਤੇਰੇ ਵਚਨ ਤੇ ਡਰਦਾ ਹੈ ਪ੍ਰਭੂ ਜੀ, ਤੇਰੇ ਵਚਨ ਵਿੱਚ ਚੱਲਦਾ ਹੈ ਪ੍ਰਭੂ ਜੀ, ਉਹ ਹਮੇਸ਼ਾ ਤੈਨੂੰ ਪਹਿਲ ਦਿੰਦਾ ਹੈ ਖੁਦਾਵੰਦਾ। ਲੇਕਿਨ ਜਿਹੜਾ ਮਨੁੱਖ ਤੇਰੇ ਤੋਂ ਨਹੀਂ ਡਰਦਾ ਖੁਦਾਵੰਦਾ ਪ੍ਰਭੂ ਯਿਸੂ ਮਸੀਹ, ਉਹ ਮੂਰਖ ਵਰਗਾ ਮਨੁੱਖ ਹੈ ਖੁਦਾਵੰਦਾ। ਕਿਉਂਕਿ ਮੂਰਖ ਮਨੁੱਖ ਨੂੰ ਪ੍ਰਭੂ ਯਿਸੂ ਮਸੀਹ ਕੁਝ ਨਹੀਂ ਪਤਾ ਹੁੰਦਾ ਪ੍ਰਭੂ ਜੀ, ਉਹ ਆਪਣੀ ਮੂਰਖਤਾਈ ਦੇ ਵਿੱਚ ਫਸ ਜਾਂਦਾ ਹੈ। ਲੇਕਿਨ ਜਿਹੜਾ ਚਤਰ ਹੈ ਖੁਦਾਵੰਦਾ, ਤੇਰੇ ਵੱਲੋਂ ਪ੍ਰਕਾਸ਼ਵਾਨ ਹੈ ਖੁਦਾਵੰਦਾ, ਉਹ ਜਾਣਦਾ ਹੈ ਪ੍ਰਭੂ ਜੀ ਮਨੁੱਖ ਵੀ ਕਿਸ ਤਰ੍ਹਾਂ ਪ੍ਰਭੂ ਜੀ ਤੇਰੇ ਵਚਨਾਂ ਨੂੰ ਪੂਰਾ ਕਰਨਾ ਹੈ ਤੇ 7ਵੇਂ ਦਿਨ ਤੇਰੇ ਘਰ ਦੇ ਵਿੱਚ ਆਉਣਾ ਹੈ ਖੁਦਾਵੰਦਾ। ਤੂੰ ਦਇਆ ਕਰ, ਕਿਰਪਾ ਕਰ ਪ੍ਰਭੂ ਜੀ। ਜਿੰਨੇ ਵੀ ਲੋਕ ਇਸ ਸਥਾਨ 'ਚ ਖੜੇ ਹਨ ਪ੍ਰਭੂ ਜੀ, ਮੈਂ ਵਿਸ਼ਵਾਸ ਕਰਦਾ ਪ੍ਰਭੂ ਜੀ ਉਹਨਾਂ ਦੀ ਨੀਹਾਂ ਨੂੰ ਤੂੰ ਮਜ਼ਬੂਤ ਕਰਨਾ ਹੈ ਪ੍ਰਭੂ ਜੀ। ਕਿਉਂਕਿ ਖੁਦਾਵੰਦ ਪ੍ਰਭੂ ਯਿਸੂ ਮਸੀਹ ਤੈਨੂੰ ਰਹਿਣ ਵਾਸਤੇ ਘਰ ਚਾਹੀਦਾ ਹੈ। ਤੂੰ ਉਸੇ ਘਰ ਦੇ ਵਿੱਚ ਰਹਿੰਦਾ ਹੈ ਜਿਹਦੀ ਨੀਂਹ ਮਜ਼ਬੂਤ ਹੈ ਖੁਦਾਵੰਦਾ। ਤੂੰ ਕੱਚੀਆਂ ਨੀਹਾਂ ਵਾਲੇ ਘਰਾਂ ਦੇ ਵਿੱਚ ਨਹੀਂ ਰਹਿੰਦਾ ਪ੍ਰਭੂ ਜੀ, ਤੂੰ ਉਹਨਾਂ ਲੋਕਾਂ ਦੇ ਅੰਦਰ ਰਹਿੰਦਾ ਹੈ ਪ੍ਰਭੂ ਯਿਸੂ ਮਸੀਹ ਜਿਨ੍ਹਾਂ ਨੇ ਆਪਣੇ ਵਚਨ ਦੇ ਨਾਲ, ਤੇਰੇ ਵਚਨ ਦੇ ਨਾਲ ਪ੍ਰਭੂ ਜੀ ਆਪਣੇ ਆਪ ਨੂੰ ਸ਼ਿੰਗਾਰ ਲਿਆ ਹੈ ਖੁਦਾਵੰਦਾ। ਇਹਨਾਂ ਸਭਨਾਂ ਤੇ ਦਇਆ ਕਰ, ਕਿਰਪਾ ਕਰ। ਅੱਜ ਦਾ ਜਦੋਂ ਇਹ ਵਚਨ ਸੁਣਨ ਖੁਦਾਵੰਦਾ ਤੇ ਇਹਨਾਂ ਦੇ ਹਿਰਦੇ ਛਿਜ ਜਾਣ ਪ੍ਰਭੂ ਜੀ, ਤੇ ਮੇਰੇ ਮਹਾਨ ਪਿਤਾ ਇਹਨਾਂ ਦੀ ਨੀਹਾਂ ਮਜ਼ਬੂਤ ਹੋ ਜਾਣ ਪ੍ਰਭੂ ਜੀ, ਤੇ ਖੁਦਾਵੰਦ ਤਾਂ ਕਿ ਤੂੰ ਇਹਨਾਂ ਦੇ ਉੱਪਰ ਵਚਨ ਪਾ ਸਕੇ। ਦਇਆ ਕਰ, ਕਿਰਪਾ ਕਰ, ਤੇਰੇ ਨਾਮ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਬੈਠ ਜਾਗੇ ਸਾਰੇ। ਹਾਲੇਲੂਇਆ। ਪਰਮੇਸ਼ਵਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਅਸੀਂ ਖੁਦਾ ਦੇ ਵਚਨ ਚੋਂ ਪੜ੍ਹਿਆ ਆ ਪ੍ਰਕਾਸ਼ ਦੀ ਪੋਥੀ 22 ਦੀ 12 ਦੇ ਵਿੱਚ ਅਸੀਂ ਪੜ੍ਹਿਆ, ਉਹ ਕਹਿੰਦਾ ਮੈਂ ਛੇਤੀ ਆਉਂਦਾ ਹਾਂ, ਕਹਿੰਦਾ ਫਲ ਮੇਰੇ ਕੋਲ ਹੈ। ਹੁਣ ਪਰਮੇਸ਼ਵਰ ਦੇ ਕੋਲ ਕੀ ਆ? ਫਲ ਆ। ਉਹਨੇ ਫਲ ਹਰੇਕ ਨੂੰ ਦੇਣਾ ਹੈ। ਉਹ ਕਹਿੰਦਾ ਤੁਸੀਂ ਆਪਣੇ ਵਸਤਰ ਧੋ ਲਓ ਤੇ ਵਧੀਆ ਆ। ਜਿਹੜਾ ਆਪਣੇ ਵਸਤਰ ਨਹੀਂ ਧੋਂਦਾ, ਆਪਣੇ ਆਪ ਨੂੰ ਪਵਿੱਤਰ ਨਹੀਂ ਕਰਦਾ, ਉਹ ਖੁਦਾ ਦੇ ਰਾਜ 'ਚ ਨਹੀਂ ਜਾ ਸਕਦਾ।
इस करके लिखा बार हन कुत्ते जादूगर हरामकार मूर्ति पूजक। ਜਿਹੜੇ ਲੋਕ ਵਚਨ ਤੋਂ ਬਾਹਰ ਕੰਮ ਕਰਦੇ ਆ ਸਭ ਮੂਰਤੀ ਪੂਜਾ ਆ। ਇਸ ਕਰਕੇ ਖੁਦਾ ਇਹੋ ਜਿਹੇ ਲੋਕਾਂ ਨੂੰ ਪਸੰਦ ਨਹੀਂ ਕਰਦਾ। ਇਸ ਕਰਕੇ ਕੀ ਕਰਨਾ, ਹਮੇਸ਼ਾ ਜੋ ਖੁਦਾ ਕਹਿੰਦਾ ਉਹਦੀ ਮਰਜ਼ੀ ਦੇ ਅਨੁਸਾਰ ਜੀਵਨ ਬਤੀਤ ਕਰਨਾ। ਜੇ ਕੋਈ ਉਹਦੀ ਮਰਜ਼ੀ ਦੇ ਅਨੁਸਾਰ ਜੀਵਨ ਬਤੀਤ ਨਹੀਂ ਕਰਦਾ ਤੇ ਪਰਮੇਸ਼ਵਰ ਦੇ ਕੋਲੋਂ ਕੁਝ ਵੀ ਨਹੀਂ ਪਾ ਸਕਦਾ, ਕਿਉਂਕਿ ਖੁਦਾ ਦੀ ਇੱਕੋ ਹੀ ਮਰਜ਼ੀ ਆ। ਮਨੁੱਖ ਆਪਣੀ ਮਰਜ਼ੀ ਦੇ ਨਾਲ ਨਹੀਂ, ਮਨੁੱਖ ਪਰਮੇਸ਼ਵਰ ਦੀ ਮਰਜ਼ੀ ਦੇ ਨਾਲ ਜੀਵਨ ਨੂੰ ਬਤੀਤ ਕਰੇ। ਇਹ ਸਭ ਤੋਂ ਵੱਡੀ ਗੱਲ ਆ। ਆਓ ਅਸੀਂ ਕੱਢਾਂਗੇ ਮੱਤੀ 7:24 ਕੱਢਾਂਗੇ। ਮੱਤੀ 7:24। ਮੱਤੀ 7:24 ਦੇ ਵਿੱਚ ਲਿਖਿਆ ਆ, ਸੋ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਅਤੇ ਉਹਨਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਮਾਨ ਵਰਗਾ ਜਾਣਿਆ ਜਾਵੇਗਾ ਜਿਸ ਨੇ ਪੱਥਰ ਉੱਤੇ ਆਪਣਾ ਘਰ ਬਣਾਇਆ ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ, ਕਿਉਂਕਿ ਉਸ ਦੀ ਨਿਉ ਪੱਥਰ ਉੱਤੇ ਧਰੀ ਹੋਈ ਸੀ। ਹੁਣ ਜਿਹੜਾ ਪ੍ਰਚਾਰ ਆ ਉਹ ਇੱਕ ਘਰ ਦੇ ਉੱਪਰ ਆ, ਇੱਕ ਨੀਂਹ ਦੇ ਉੱਪਰ ਆ। ਨੀਂਹ ਮਜ਼ਬੂਤ ਹੋਊਗੀ, ਘਰ ਤਾਂ ਹੀ ਬਣਨਾ ਹੈ। ਅਤੇ ਹਰੇਕ ਜੋ ਮੇਰੇ ਵਚਨ ਸੁਣਦਾ ਅਤੇ ਉਹਨਾਂ ਉੱਤੇ ਨਹੀਂ ਚੱਲਦਾ ਉਹ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜਿਸ ਨੇ ਆਪਣਾ ਘਰ ਰੇਤ ਉੱਤੇ ਬਣਾਇਆ ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਨੂੰ ਘਰ ਨੂੰ ਧੱਕਾ ਮਾਰਿਆ ਅਤੇ ਉਹ ਡਿੱਗ ਪਿਆ, ਢਹਿ ਪਿਆ ਅਤੇ ਉਸ ਦਾ ਵੱਡਾ ਨਾਸ਼ ਹੋਇਆ। ਹੁਣ ਅਸੀਂ ਮੱਤੀ 7:24 ਵਿੱਚੋਂ ਪੜ੍ਹ ਰਹੇ ਹਾਂ, ਘਰ ਬਾਰੇ ਪੜ੍ਹ ਰਹੇ ਹਾਂ ਤੇ ਨੀਂਹ ਬਾਰੇ ਪੜ੍ਹ ਰਹੇ ਹਾਂ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੇ ਲੱਖਾਂ ਲੋਕ ਘਰ ਬਣਾਉਂਦੇ ਆ, ਕੋਈ ਵੀ ਮਨੁੱਖ ਜਦੋਂ ਘਰ ਬਣਾਉਂਦਾ ਆ ਤੇ ਉਹ ਜਦੋਂ ਘਰ ਬਣਾਉਂਦਾ ਤੇ ਉਹ ਘਰ ਬਹੁਤ ਸੋਚ ਸਮਝ ਕੇ ਬਣਾਉਂਦਾ ਆ। ਜਿਹੜੇ ਮਿਸਤਰੀ ਨੂੰ ਲਾਇਆ ਜਾਂਦਾ, ਉਹ ਇੱਕ ਮਨੁੱਖ ਜਦੋਂ ਘਰ ਬਣਾਉਂਦਾ ਇੱਕ ਵਧੀਆ ਮਿਸਤਰੀ ਨੂੰ ਲਾਉਂਦਾ ਤਾਂ ਕਿ ਉਹ ਘਰ ਨੂੰ ਮਜ਼ਬੂਤੀ ਨਾਲ ਬਣਾ ਸਕੇ। ਹੁਣ ਤੁਹਾਨੂੰ ਪਤਾ ਜਦੋਂ ਅੱਜ ਘਰ ਬਣਾਏ ਜਾਂਦੇ ਆ ਨੀਹਾਂ ਦੇ ਉੱਪਰ ਬਹੁਤ ਜ਼ਿਆਦਾ ਮਤਲਬ ਦੇਖਿਆ ਜਾਂਦਾ, ਨੀਹਾਂ ਵੱਲ ਦੇਖਿਆ ਜਾਂਦਾ ਵੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਆ। ਜਦੋਂ ਅੱਜ ਕੋਈ ਵੀ ਸਿਆਣਾ ਮਨੁੱਖ ਆ ਉਹ ਕਹਿੰਦਾ ਨੀਂਹ ਮਜ਼ਬੂਤ ਹੋਣੀ ਚਾਹੀਦੀ ਆ, ਉੱਪਰ ਦੀ ਕੋਈ ਗੱਲ ਨਹੀਂ। ਜਿਹਦੀ ਨੀਂਹ ਮਜ਼ਬੂਤ ਆ ਉਹ ਘਰ ਉਹਦਾ ਕਦੇ ਘਰ ਡਿੱਗਦਾ ਨਹੀਂ ਆ। ਹੁਣ ਤੁਸੀਂ ਦੇਖਿਆ ਕਿੱਦਾਂ ਲੋਕ ਘਰ ਬਣਾਉਂਦੇ ਆ, ਵਧੀਆ ਨੀਹਾਂ ਤੇ ਪੈਸਾ ਲਾਉਂਦੇ ਆ, ਨੀਂਹ ਮਜ਼ਬੂਤ ਬਣਾਉਂਦੇ ਆ, ਉਹਦੀ ਜਿਹੜੀ ਫਾਊਂਡੇਸ਼ਨ ਆ ਉਹ ਵਧੀਆ ਬਣਾਉਂਦੇ ਆ। ਫਿਰ ਉਹਦੇ ਉੱਪਰ ਜਦੋਂ ਮਕਾਨ ਖੜਾ ਕਰਦੇ ਆ ਉਹਦੇ ਵਿੱਚ ਜਦੋਂ ਤਾਰਾਂ ਪਾਉਂਦੇ ਆ, ਪਾਈਪ ਪਾਉਂਦੇ, ਤੋਂ ਮਹਿੰਗਾ ਤਾਰ ਤੇ ਪਾਈਪ ਇੱਕ ਜਿਹੜਾ ਸਮਝਦਾਰ ਮਨੁੱਖ ਪਾਊਗਾ, ਜਿਹੜਾ ਸਮਝਦਾਰ ਮਨੁੱਖ ਹੁੰਦਾ ਉਹ ਮਹਿੰਗੇ ਪਾਈਪ ਤੇ ਤਾਰਾਂ ਪਾਉਂਦਾ ਆ ਤਾਂ ਕਿ ਕੀ ਹੋਵੇ, ਅੰਦਰੋਂ ਕੋਈ ਮਤਲਬ ਡਿਫਾਲਟ ਨਾ ਪੈ ਜਾਏ, ਅੰਦਰੋਂ ਕੋਈ ਦਿੱਕਤ ਨਾ ਆਵੇ। ਬਾਹਰੋਂ ਜਿੱਦਾਂ ਮਰਜ਼ੀ ਕੁਛ ਭਾਵੇਂ ਉਹਨੂੰ ਭਾਵੇਂ ਪੇਂਟ ਕਰੇ ਜਾਂ ਨਾ ਕਰੇ, ਲੇਕਿਨ ਉਹ ਅੰਦਰੋਂ ਵਧੀਆ ਕਰਦਾ, ਉਹਦੀ ਨੀਹਾਂ ਨੂੰ ਮਜ਼ਬੂਤ ਕਰਦਾ ਆ। ਕਿਉਂ ਕਰਦਾ? ਕਿਉਂਕਿ ਉਹਨੂੰ ਸਮਝ ਹੁੰਦੀ ਆ ਵੀ ਇਹ ਮਜ਼ਬੂਤੀ ਨਾਲ ਘਰ ਬਣਾਇਆ ਜਾਊਗਾ, ਭਾਵੇਂ ਤੂਫਾਨ ਆਣ ਕੁਛ ਵੀ ਹੋਵੇ ਤੇ ਡਿੱਗੂਗਾ ਨਹੀਂ। ਇੱਕ ਸਰੀਰਕ ਗੱਲ ਕਰ ਰਿਹਾ, ਇਸੇ ਤਰ੍ਹਾਂ ਖੁਦਾ ਦਾ ਵਚਨ ਇੱਕ ਆਤਮਿਕ ਗੱਲ ਨੂੰ ਦਰਸਾਉਂਦਾ। ਕਹਿੰਦਾ ਜਦੋਂ ਤੁਸੀਂ ਕੋਈ ਆਪਣਾ ਘਰ ਬਣਾਉਂਦਾ ਆ ਤੇ ਕਹਿੰਦਾ ਉਹਨੂੰ ਪੱਥਰ ਉੱਤੇ ਬਣਾਉਂਦਾ, ਜਿਹੜਾ ਆਤਮਿਕ ਮਨੁੱਖ ਹੁੰਦਾ ਆ। ਪੱਥਰ ਦੇ ਉੱਪਰ ਘਰ ਬਣਾਉਣ ਦਾ ਮਤਲਬ ਆ ਵਚਨ ਦੇ ਵਿੱਚ ਤੁਹਾਡੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਆ। ਅੱਜ ਬਹੁਤ ਲੋਕ ਖੁਦਾ ਨੂੰ ਮੰਨਦੇ ਆ, ਚਰਚ ਵਿੱਚ ਜਾਂਦੇ, ਪ੍ਰਾਰਥਨਾ ਕਰਦੇ, ਸਭ ਕੁਝ ਕਰਦੇ, ਦਾਨ ਦਸ਼ਮਾਂਸ਼ ਵੀ ਦਿੰਦੇ, ਲੇਕਿਨ ਉਹਨਾਂ ਦਾ ਆਤਮਿਕ ਜੀਵਨ ਸਹੀ ਨਹੀਂ ਹੁੰਦਾ। ਉਹਨਾਂ ਦਾ ਆਤਮਿਕ ਜੀਵਨ ਗਿਰਿਆ ਹੁੰਦਾ। ਕਿਉਂ ਗਿਰਿਆ ਹੁੰਦਾ? ਕਿਉਂਕਿ ਉਹਨਾਂ ਦੀ ਨੀਂਹ ਮਜ਼ਬੂਤ ਨਹੀਂ ਆ। ਤੁਸੀਂ ਬਾਈਬਲ ਪੜ੍ਹ ਕੇ ਦੇਖੋ, ਬਾਈਬਲ 'ਚ ਖੁਦਾ ਦੇ ਵੱਡੇ ਵੱਡੇ ਰਸੂਲ ਨਬੀ ਹੋਏ ਆ ਜਿਨ੍ਹਾਂ ਨੇ ਖੁਦਾ ਦੇ ਕੰਮਾਂ ਦੇ ਲਈ ਆਪਣੀਆਂ ਜਾਨਾਂ ਤੱਕ ਦੇ ਦਿੱਤੀਆਂ। ਕਿਉਂ? ਕਿਉਂਕਿ ਉਹਨਾਂ ਦੀ ਨੀਂਹ ਮਜ਼ਬੂਤ ਸੀ। ਉਹ ਵਚਨ ਦੇ ਵਿੱਚ ਇੰਨੇ ਕੁ ਮਜ਼ਬੂਤ ਸੀਗੇ, ਮਾਰਾਂ ਤਕਲੀਫਾਂ, ਚਾਹੇ ਉਹਨਾਂ ਨੂੰ ਕਿਸ ਨੇ ਗਾਲਾਂ ਕੱਢੀਆਂ, ਕਿਸ ਨੇ ਮਾਰਿਆ ਕੁੱਟਿਆ, ਜੇਲ੍ਹਾਂ ਵਿੱਚ ਪਾ ਦਿੱਤਾ ਗਿਆ, ਕੋੜੇ ਮਾਰੇ ਗਏ, ਲੇਕਿਨ ਉਹ ਹਿੱਲੇ ਨਹੀਂ ਕਿਉਂਕਿ ਉਹਨਾਂ ਦੀ ਨੀਂਹ ਮਜ਼ਬੂਤ ਸੀਗੀ। ਨੀਂਹ ਦੇ ਵਿੱਚ ਉਹਨਾਂ ਦੀ ਵਚਨ ਸੀਗਾ ਤੇ ਜਿਹਦੀ ਨੀਂਹ ਦੇ ਵਿੱਚ ਵਚਨ ਹੋਵੇ ਉਹ ਨੀਂਹ ਨੂੰ ਕੋਈ ਹਿਲਾ ਨਹੀਂ ਸਕਦਾ, ਨੀਂਹ ਕਦੇ ਹਿਲ ਨਹੀਂ ਸਕਦੀ। ਇਸੇ ਤਰ੍ਹਾਂ ਜਦੋਂ ਇੱਕ ਮਨੁੱਖ ਘਰ ਬਣਾਉਂਦਾ, ਜੇ ਉਹ ਘਰ ਨੂੰ ਨੀਂਹ ਵਧੀਆ ਨਾ ਉਹਦੀ ਬਣੀ ਹੋਵੇ, ਨੀਂਹ ਮਜ਼ਬੂਤ ਨਾ ਹੋਵੇ ਤਾਂ ਘਰ ਡਿੱਗ ਜਾਂਦਾ। ਇਸੇ ਤਰ੍ਹਾਂ ਇੱਕ ਆਤਮਿਕ ਘਰ, ਜਦੋਂ ਇੱਕ ਆਤਮਿਕ ਘਰ ਬਣਾਉਣਾ ਆ ਉਹਦੀ ਨੀਂਹ ਵੀ ਮਜ਼ਬੂਤ ਹੋਣੀ ਚਾਹੀਦੀ ਹੈ। ਬਹੁਤ ਲੋਕ ਚਰਚ ਵਿੱਚ ਜਾਂਦੇ ਆ, ਬੈਪਟਾਈਜ਼ ਵੀ ਲੈਂਦੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਚਰਚ ਆਉਂਦੇ, ਸਭ ਕੁਝ ਕਰਦੇ ਆ, ਲੇਕਿਨ ਫਿਰ ਵੀ ਉਹਨਾਂ ਦੇ ਜੀਵਨ ਸਹੀ ਨਹੀਂ ਹੁੰਦੇ। ਉਹਨਾਂ ਦੇ ਜੀਵਨ ਦੇ ਵਿੱਚੋਂ ਫਲ ਨਹੀਂ ਪ੍ਰਗਟ ਹੁੰਦੇ। ਕਿਉਂ ਪ੍ਰਗਟ ਨਹੀਂ ਹੁੰਦੇ? ਕਿਉਂਕਿ ਅੱਜ ਦਾ ਸਾਰਾ ਪ੍ਰਚਾਰ ਘਰ ਦੇ ਉੱਪਰ ਤੇ ਨੀਂਹ ਦੇ ਉੱਪਰ ਆ। ਘਰ ਕੀ ਆ? ਘਰ ਅਸੀਂ ਆ ਖੁਦਾ ਦੇ। ਇਹ ਹੈਕਲ ਆ ਖੁਦਾ ਦੀ ਤੇ ਉਸੇ ਹੈਕਲ ਦੇ ਵਿੱਚ ਖੁਦਾ ਰਹਿੰਦਾ ਜਿਹਦੀ ਨੀਂਹ ਮਜ਼ਬੂਤ ਹੋਵੇ।
ਖੁਦਾ ਨੂੰ ਉਹ ਹੈਕਲਾਂ ਨਹੀਂ ਚਾਹੀਦੀਆਂ ਜਿਹਦੇ ਨੱਟ ਬੁੱਟ ਢਿੱਲੇ ਹੋਣ, ਕਿਸੇ ਨੇ ਮਾੜਾ ਜਾਂ ਕੁਝ ਮਾਰਿਆ ਤਾਂ ਨੱਟ ਬੁੱਟ ਖੁੱਲ ਗਏ ਤੇ ਉਹ ਡਿੱਗ ਜਾਵੇ। ਇਹੋ ਜਿਹਾ ਪਰਸਨ ਖੁਦਾ ਨੂੰ ਨਹੀਂ ਚਾਹੀਦਾ। ਖੁਦਾ ਨੂੰ ਉਹ ਲੋਕ ਚਾਹੀਦੇ ਆ ਜਿਹੜੇ ਮਜ਼ਬੂਤੀ ਦੇ ਨਾਲ ਵਚਨ ਦੇ ਵਿੱਚ ਖੜੇ ਰਹਿਣ। ਇਸ ਕਰਕੇ ਬਾਈਬਲ ਬਿਆਨ ਕਰਦੀ ਆ, ਮੀਂਹ ਵਰਿਆ ਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ। ਕਿਹੜਾ ਘਰ ਨਹੀਂ ਡਿੱਗਦਾ? ਉਹ ਘਰ ਨਹੀਂ ਡਿੱਗਦਾ ਜਿਹਦੇ ਵਿੱਚ ਵਚਨ ਹੋਵੇ। ਜਿਹੜਾ ਭੈਣ ਭਾਈ ਵਚਨ ਦੇ ਨਾਲ ਭਰਿਆ ਰਹਿੰਦਾ ਉਹਨੂੰ ਕੋਈ ਨਹੀਂ ਸਿੱਟ ਸਕਦਾ। ਸੰਸਾਰ ਦੇ ਰੀਤੀ ਰਿਵਾਜ, ਕਲੇਸ਼, ਗਰੀਬੀ, ਦੁੱਖ ਦਰਦ, ਕੁਝ ਵੀ ਕੰਡੀਸ਼ਨ 'ਚ ਉਹ ਭੈਣ ਭਾਈ ਨਹੀਂ ਹਿਲਦਾ, ਕਿਉਂਕਿ ਉਹਦੀ ਜਿਹੜੀ ਫਾਊਂਡੇਸ਼ਨ ਆ, ਜਿਹੜੀ ਨੀਂਹ ਆ, ਬੜੀ ਮਜ਼ਬੂਤ ਆ। ਹੁਣ ਕਈ ਵਾਰ ਕਈ ਲੋਕ ਕਹਿ ਨਹੀਂ ਦਿੰਦੇ ਤੇਰੀ ਨੀਂਹ ਆ ਕਮਜ਼ੋਰ ਆ। ਕਈ ਵਾਰ ਲੋਕੀ ਕਹਿੰਦੇ ਇਹਦੀ ਨੀਂਹ ਬੜੀ ਮਜ਼ਬੂਤ ਆ। ਮਨੁੱਖ ਨੂੰ ਕਹਿੰਦੇ ਤੇਰੀ ਨੀਂਹ ਬੜੀ ਮਜ਼ਬੂਤ ਆ, ਇਹ ਨਹੀਂ ਹਿਲਦਾ, ਇਹ ਨਹੀਂ ਡਰਦਾ, ਇਹਨੂੰ ਜਿੱਥੇ ਮਰਜ਼ੀ ਭੇਜ ਦਿਓ, ਹਨੇਰੇ 'ਚ ਭੇਜ ਦਿਓ, ਤੂਫਾਨ 'ਚ ਭੇਜ ਦਿਓ, ਇਹਨੂੰ ਨਹੀਂ ਕੁਛ ਹੁੰਦਾ, ਇਹਨੂੰ ਬੁਖਾਰ ਨਹੀਂ ਚੜ੍ਹਦਾ। ਕਈ ਵਾਰ ਆਪਾਂ ਗੱਲ ਕਰਦੇ ਆ, ਜਿਹੜੇ ਕਮਜ਼ੋਰ ਮਨੁੱਖ ਹੁੰਦੇ ਉਹਨੂੰ ਬਾਰਿਸ਼ 'ਚ ਭੇਜ ਦਿਓ, ਉਹਨਾਂ ਨੂੰ ਬੁਖਾਰ ਚੜ੍ਹ ਜਾਂਦਾ ਆ। ਮਾੜੀ ਜੀ ਹਵਾ ਚੱਲੀ ਉਹਨਾਂ ਨੂੰ ਕੋਲਡ ਹੋ ਜਾਂਦਾ ਆ, ਠੀਕ ਹੈ ਨਾ। ਸਰੀਰਕ ਨਹੀਂ ਉਹਨਾਂ ਦੀ ਕਮਜ਼ੋਰ ਹੁੰਦੀ। ਇਸ ਤਰ੍ਹਾਂ ਜਿੱਦਾਂ ਸਰੀਰ 'ਚ ਸਿਸਟਮ ਆ, ਇਸੇ ਤਰ੍ਹਾਂ ਆਤਮਾ ਦੇ ਵਿੱਚ ਵੀ ਆ। ਕਈ ਲੋਕ ਆਤਮਾ ਦੇ ਵਿੱਚ ਉਹਨਾਂ ਦੀ ਨੀਹਾਂ ਕਮਜ਼ੋਰ ਆ ਤੇ ਕਈਆਂ ਦੀ ਬਹੁਤ ਮਜ਼ਬੂਤ ਆ। ਅਤੇ ਹਰੇਕ ਜੋ ਇਹ ਵਚਨ ਸੁਣਦਾ ਅਤੇ ਉਹਨਾਂ ਉੱਤੇ ਨਹੀਂ ਚੱਲਦਾ, ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜਿਸਨੇ ਆਪਣਾ ਘਰ ਰੇਤ ਉੱਤੇ ਬਣਾਇਆ। ਹੁਣ ਜਿਹੜਾ ਮਨੁੱਖ ਵਚਨ ਨੂੰ ਨਹੀਂ ਸੁਣਦਾ, ਉਹ ਉਸ ਮਨੁੱਖ ਵਰਗਾ ਜਿਹਨੇ ਆਪਣਾ ਘਰ ਕਿਹਦੇ ਉੱਪਰ ਬਣਾਇਆ ਆ? ਰੇਤ ਉੱਤੇ ਬਣਾਇਆ ਆ। ਰੇਤ ਉੱਪਰ ਘਰ ਬਣਾਉਣ ਦਾ ਮਤਲਬ ਆ, ਕੋਈ ਗੱਲ ਨਹੀਂ ਅਸੀਂ ਚਰਚ ਜਾਂਦੇ ਆ, ਅਸੀਂ ਪ੍ਰਭੂ 'ਚ ਚੱਲ ਰਹੇ ਆ, ਕੋਈ ਗੱਲ ਨਹੀਂ, ਪ੍ਰਭੂ ਸਾਨੂੰ ਮਾਰਨ ਥੋੜੀ ਲੱਗਾ ਆ, ਅਸੀਂ ਵਚਨ ਨੂੰ ਪੂਰਾ ਕਰੀਏ ਜਾਂ ਨਾ ਕਰੀਏ ਕੋਈ ਗੱਲ ਨਹੀਂ, ਚਰਚ ਜਾਣਾ ਹੀ ਕਾਫੀ ਹੈ। ਇਹ ਉਹ ਲੋਕ ਆ ਜਿਨ੍ਹਾਂ ਨੇ ਆਪਣਾ ਘਰ ਰੇਤ ਉੱਤੇ ਬਣਾਇਆ। ਖਿਆਲੀ ਪਲਾਓ, ਖਿਆਲੀ ਗੱਲਾਂ ਉਹਨਾਂ ਦੇ ਦਿਮਾਗ ਦੇ ਵਿੱਚ ਆ ਵੀ ਅਸੀਂ ਪ੍ਰਭੂ ਨੂੰ ਮੰਨਦੇ, ਪ੍ਰਭੂ ਸਾਡੇ ਨਾਲ ਹੀ ਆ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਯੀਸ਼ੂ ਮਸੀਹ ਯੁਗਾਂ ਨੂੰ ਯੁਗ ਇੱਕੋ ਜਿਹਾ ਪਰਮੇਸ਼ਵਰ ਆ। ਉਹ ਕੱਲ, ਅੱਜ ਅਤੇ ਯੁਗਾਂ ਨੂੰ ਯੁਗ ਇੱਕੋ ਜਿਹਾ ਆ। ਜਿਹੜਾ ਉਹਦੇ ਵਚਨ ਤੇ ਚੱਲਦਾ ਆ ਉਹ ਉਹਨੂੰ ਹੀ ਉਹਦੀ ਅਗਵਾਈ ਕਰਦਾ, ਜਿਹੜਾ ਨਹੀਂ ਚੱਲਦਾ ਉਹਦੀ ਅਗਵਾਈ ਨਹੀਂ ਕਰਦਾ ਕਦੇ। ਇਹ ਮਨੁੱਖਾਂ ਵਰਗਾ ਖੁਦਾ ਨਹੀਂ ਆ ਕਿ ਜਿੱਦਾਂ ਮਨੁੱਖ ਦੋਗਲੇ ਆ ਤੇ ਖੁਦਾ ਵੀ ਕਿਤੇ ਦੋਗਲਾ ਹੈ। ਉਹਨੇ ਕਿਹੜਾ ਕੋਈ ਗੱਲ ਨਹੀਂ, ਗਲਤੀ ਕਰਦੇ ਨੂੰ ਮਾਫੀ ਦੇ ਦਿੰਦੇ, ਕੋਈ ਗੱਲ ਨਹੀਂ। ਗਲਤੀ ਦੀ ਕੋਈ ਮਾਫੀ ਨਹੀਂ ਹੈ। ਗਲਤੀ ਦੀ ਸਜ਼ਾ ਮਿਲਦੀ, ਮਾਫੀ ਤਾਂ ਮਿਲਦੀ, ਲੇਕਿਨ ਸਜ਼ਾ ਵੀ ਮਿਲਦੀ ਹੈ। ਇਸ ਕਰਕੇ ਬਾਈਬਲ 'ਚ ਲਿਖਿਆ, ਜੋ ਤੁਸੀਂ ਬੀਜੋਗੇ ਸੋਈਓ ਵੱਢੋਗੇ ਵੀ। ਅਤੇ ਮੀਂਹ ਵਰਿਆ ਤੇ ਹੜ੍ਹ ਆਏ ਤੇ ਹਨੇਰੀਆਂ ਵਗੀਆਂ ਤੇ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਢਹਿ ਪਿਆ ਅਤੇ ਉਸ ਦਾ ਵੱਡਾ ਨਾਸ਼ ਹੋਇਆ। ਜਦੋਂ ਤੰਗੀਆਂ, ਮੁਸੀਬਤਾਂ, ਪਰੇਸ਼ਾਨੀਆਂ ਢੋਂਗੀ ਵਿਸ਼ਵਾਸੀ ਤੇ ਆਂਦੀ, ਜਿਹਨੂੰ ਅਸੀਂ ਕਹਿੰਦੇ ਢੋਂਗੀ ਵਿਸ਼ਵਾਸੀ, ਕਿਉਂਕਿ ਤਿੰਨ ਤਰ੍ਹਾਂ ਦੇ ਵਿਸ਼ਵਾਸੀ ਹੁੰਦੇ। ਭਾਈ ਬ੍ਰਾਨਮ ਨੇ ਕਿਹਾ, ਇੱਕ ਹੁੰਦਾ ਵਿਸ਼ਵਾਸੀ, ਇੱਕ ਹੁੰਦਾ ਢੋਂਗੀ ਵਿਸ਼ਵਾਸੀ, ਇੱਕ ਹੁੰਦਾ ਅਵਿਸ਼ਵਾਸੀ, ਜਿਹੜਾ ਵਿਸ਼ਵਾਸ ਹੀ ਨਹੀਂ ਕਰਦਾ। ਕਈ ਵਾਰ ਤੁਸੀਂ ਦੇਖਿਆ ਬਹੁਤ ਲੋਕ ਚਰਚਾਂ 'ਚ ਆਉਂਦੇ ਵੈਸੇ ਹੀ ਆ ਜਾਂਦੇ, ਵਿਸ਼ਵਾਸ ਨਹੀਂ ਕਰਦੇ, ਉਹ ਟਾਈਮ ਪਾਸ ਕਰਨ ਨੂੰ ਆਉਂਦੇ ਆ। ਸਭ ਤੋਂ ਖਤਰਨਾਕ ਭਾਈ ਬ੍ਰਾਨਮ ਨੇ ਕਿਹਾ ਢੋਂਗੀ ਵਿਸ਼ਵਾਸੀ ਹੁੰਦਾ ਹੈ। ਤੁਸੀਂ ਪਛਾਣ ਨਹੀਂ ਕਰ ਸਕਦੇ ਢੋਂਗੀ ਵਿਸ਼ਵਾਸੀ ਦੀ ਤੇ ਵਿਸ਼ਵਾਸੀ ਦੀ। ਉਹਦੇ ਵਿਸ਼ਵਾਸੀ ਵਰਗਾ ਹੀ ਦਿਖਣਾ ਹੈ, ਲੇਕਿਨ ਫਲਾਂ ਤੋਂ ਪਤਾ ਲੱਗਦਾ। ਇਸ ਕਰਕੇ ਬਾਈਬਲ ਬਿਆਨ ਕਰਦੀ ਫਲਾਂ ਤੋਂ। ਤੁਸੀਂ ਦੇਖਿਆ ਚਰਚਾਂ ਦੇ ਵਿੱਚ ਜਾ ਕੇ ਬਹੁਤ ਲੋਕ ਗਵਾਹੀਆਂ ਦਿੰਦੇ, ਪ੍ਰਭੂ ਜੀ ਅਸੀਂ ਤੇਰੇ ਲਈ ਆਹ ਕਰਨਾ ਆ, ਅਸੀਂ ਤੇਰੇ ਲਈ ਉਹ ਕਰ ਦਾਂਗੇ, ਏਦਾਂ ਹੋ ਜਾਊਗਾ, ਉੱਦਾਂ ਹੋ ਜਾਊਗਾ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਭੈਣ ਭਾਈਓ ਜੀਜੋ, ਜਿਹੜੀ ਸਮਝ ਵਾਲੀ ਗੱਲ ਤੁਹਾਨੂੰ ਦੱਸਣ ਲੱਗਾ ਆ, ਗਵਾਹੀ ਦੇਣ ਨਾਲ ਕੁਝ ਨਹੀਂ ਹੁੰਦਾ। ਜਿੰਨੀ ਮਰਜ਼ੀ ਵੱਡੀ ਗਵਾਹੀ ਦੇ ਦਿਓ ਚਰਚ ਜਾ ਕੇ, ਕੀ ਲੋਕੀ ਤੁਹਾਡੇ ਜੀਵਨ ਨੂੰ ਨਹੀਂ ਪੜ੍ਹਦੇ? ਲੋਕੀ ਤਾਂ ਤੁਹਾਡਾ ਜੀਵਨ ਪੜ੍ਹੀ ਜਾਂਦੇ, ਗਵਾਹੀ ਦੇਣ ਨਾਲ ਕੀ ਹੋਣਾ ਹੈ? ਭਾਵੇਂ ਤੁਹਾਡੇ ਲਈ ਕੋਈ ਹੋਰ ਬੰਦਾ ਗਵਾਹੀ ਦੇ ਜੇ, ਭੈਣ ਭਾਈ ਬਹੁਤ ਵਧੀਆ, ਲੇਕਿਨ ਕੀ ਸੰਸਾਰ, ਇਹ ਧਰਤੀ ਦੇ ਲੋਕ ਤੁਹਾਡੇ ਜੀਵਨ ਨੂੰ ਨਹੀਂ ਪੜ੍ਹਦੇ? ਲੋਕ ਤੁਹਾਡੇ ਜੀਵਨਾਂ ਨੂੰ ਪੜ੍ਹਦੇ ਆ, ਲੋਕ ਬਾਈਬਲ ਨੂੰ ਨਹੀਂ ਪੜ੍ਹਦੇ। ਜੇ ਤੁਸੀਂ ਕਿਸ ਨੂੰ ਕਹੋ ਜੀ ਯੀਸ਼ੂ ਮਸੀਹ ਨੂੰ ਮੰਨੋ, ਯੀਸ਼ੂ ਮਸੀਹ ਮੁਕਤੀ ਦਾਤਾ ਆ, ਲੋਕਾਂ ਨੇ ਕਹਿਣਾ ਠੀਕ ਆ ਭਾਈ, ਤੂੰ ਆਪਣਾ ਜੀਵਨ ਤਾਂ ਦਿਖਾ ਪਹਿਲਾਂ, ਜੋ ਤੁਹਾਡੇ ਪ੍ਰਭੂ ਨੇ ਤੁਹਾਨੂੰ ਕਿਹਾ, ਤੁਹਾਡੇ ਪ੍ਰਭੂ ਦੇ ਗੁਣ ਤੁਹਾਡੇ ਵਿੱਚ ਹੈਗੇ ਆ। ਲੋਕ ਤੁਹਾਡੇ ਜੀਵਨਾਂ ਨੂੰ ਪੜ੍ਹਦੇ ਆ। ਇਸ ਕਰਕੇ ਕੋਈ ਵੀ ਇਹ ਨਾ ਸੋਚੇ ਵੀ ਅਸੀਂ ਲੋਕਾਂ ਨੂੰ ਵਚਨ ਪ੍ਰਚਾਰ ਕਰ ਦਾਂਗੇ ਜੀ, ਕੋਈ ਗੱਲ ਨਹੀਂ, ਉਹ ਨਹੀਂ ਮੰਨਦੇ। ਲੋਕਾਂ ਨੇ ਵਚਨ ਨੂੰ ਤਾਂ ਬਾਅਦ ਚ ਮੰਨਣਾ ਪੈਂਦਾ, ਤੁਹਾਡੇ ਜੀਵਨ ਵੱਲ ਦੇਖਣਾ ਲੋਕਾਂ ਨੇ। ਲੋਕੀ ਜੀਵਨ ਦੇਖਦੇ ਵੀ ਭੈਣ ਭਾਈ ਦਾ ਜੀਵਨ ਕਿੱਦਾਂ ਦਾ। ਇਹ ਭੈਣ ਭਾਈ ਮੈਨੂੰ ਵਚਨ ਦੀ ਸਮਝ ਦੇ ਰਿਹਾ ਕਿ ਇਹ ਖੁਦ ਵਚਨ ਦੇ ਵਿੱਚ ਹੈਗਾ। ਲੋਕੀ ਤੁਹਾਡੇ ਜੀਵਨ ਨੂੰ ਪੜ੍ਹਦੇ ਆ। ਇਸ ਕਰਕੇ ਤੁਹਾਡੀ ਨੀਂਹ ਇੰਨੀ ਕੁ ਆਤਮਿਕ ਹੋਣੀ ਚਾਹੀਦੀ, ਇੰਨੀ ਕੁ ਮਜ਼ਬੂਤ ਤੁਹਾਡੀ ਨੀਂਹ ਹੋਣੀ ਚਾਹੀਦੀ ਆ ਵੀ ਤੁਸੀਂ ਕਹਿ ਸਕੋ ਵੀ ਤੁਸੀਂ ਖੁਦਾ ਤੇ ਵਿਸ਼ਵਾਸ ਕਰੋ। ਲੋਕਾਂ ਨੂੰ ਜਾ ਕੇ ਉਹ ਦੇਖਣ ਵੀ ਇਸ ਭੈਣ ਭਾਈ ਦੀ ਨੀਂਹ ਬੜੀ ਮਜ਼ਬੂਤ ਆ। ਇਹ ਤੰਗੀਆਂ ਮੁਸੀਬਤਾਂ ਦੇ ਵਿੱਚ ਵੀ ਇਹ ਭੈਣ ਭਾਈ ਵਿਸ਼ਵਾਸੀ ਰਹੇ ਆ, ਤੇ ਉਹ ਤੁਹਾਡੀ ਗੱਲਾਂ ਤੋਂ ਪ੍ਰਭਾਵਿਤ ਹੋਣ ਤੁਹਾਡੀਆਂ ਗੱਲਾਂ ਤੋਂ। ਉਹਨਾਂ ਨੂੰ ਪਤਾ ਲੱਗੇ ਵੀ ਇਹ ਆ ਸੱਚੇ ਮਸੀਹ ਜਿਹੜੇ ਹਿਲਦੇ ਨਹੀਂ ਆ।
तंगियां मुसीबतां गरीबियां किसी भी दिक्कत परेशानी ते हिलदे नहीं, क्योंकि इन्हां दे अंदर कौन बैठा? इन्हां दे अंदर खुदा दा खालस ते पवित्र वचन बैठा है। साडी नींह इन्नी मजबूत होनी चाहिए। इस करके ਅਸੀਂ ਅੱਜ ਦੇਖਦੇ ਹਾਂ ਲੋਕੀ ਕਿਉਂ ਡੋਲ ਜਾਂਦੇ ਆ, ਕਿਉਂ ਹਿਲ ਜਾਂਦੇ ਆ, ਕਿਉਂਕਿ ਉਹਨਾਂ ਦੇ ਅੰਦਰ ਸਿਸਟਮ ਹੀ ਕੱਚਾ ਹੈ। ਲੇਕਿਨ ਪ੍ਰਭੂ ਕੀ ਕਹਿੰਦਾ? ਮੈਂ ਦੁੱਖਾਂ ਦੀ ਭੱਟੀ ਵਿੱਚੋਂ, ਦੁੱਖਾਂ ਦੀ ਭੱਠੀ ਦੇ ਵਿੱਚੋਂ ਤੁਹਾਨੂੰ ਤਾਇਆ ਹੈ। ਦੁੱਖਾਂ ਦੀ ਭੱਠੀ ਵਿੱਚ ਪਾ ਕੇ ਖੁਦਾਵੰਦ ਆਪਣੇ ਲੋਕਾਂ ਨੂੰ ਪਰਤਾਉਂਦਾ ਆ। ਕੀ ਉਹਨੇ ਆਪਣੇ ਨਬੀਆਂ ਰਸੂਲਾਂ ਨੂੰ ਦੁੱਖਾਂ ਦੀ ਭੱਠੀ ਵਿੱਚ ਨਹੀਂ ਪਾਇਆ? ਉਹਨੇ ਦੁੱਖਾਂ ਦੇ ਵਿੱਚ ਪਾਇਆ, ਲੇਕਿਨ ਉਹ ਮਜ਼ਬੂਤੀ ਦੇ ਨਾਲ ਖੜੇ ਰਹੇ। ਭਾਈ ਇਬਰਾਹਿਮ ਨੇ ਕਿਹਾ, ਕਹਿੰਦੇ ਇਬਰਾਹਿਮ 75 ਸਾਲ ਦੀ ਉਮਰ ਦਾ ਸੀਗਾ ਜਦੋਂ ਉਹਨੂੰ ਕਿਹਾ ਗਿਆ ਵੀ ਮੈਂ ਤੈਨੂੰ ਇੱਕ ਪੁੱਤਰ ਦਵਾਂਗਾ। 75 ਸਾਲ ਦੀ ਉਮਰ ਦਾ। ਲੇਕਿਨ ਕੀ ਹੋਇਆ? ਜਦੋਂ ਇਬਰਾਹਿਮ ਆਪਣੀ ਪਤਨੀ ਤੋਂ ਗਿਆ ਹੋਣਾ ਆ, ਵੀ ਦੂਤ ਆਏ ਸੀ ਅਗਲੇ ਮਹੀਨੇ ਆਪਣੀ ਪਤਨੀ ਕੋ ਗਿਆ ਹੋਊਗਾ, ਉਹਨੇ ਕਿਹਾ ਹੋਣਾ ਹਾਂ ਕੋਈ ਆਸ ਹੈਗੀ ਆ। ਉਹ ਕਹਿੰਦੀ ਨਹੀਂ ਮੇਰੇ ਸਵਾਮੀ। ਫਿਰ ਦੂਜਾ ਮਹੀਨਾ ਨਿਕਲਿਆ, ਉਹ ਕਹਿੰਦਾ ਕੋਈ ਆਸ ਹੈਗੀ ਆ। ਕਰਦੇ ਕਰਦੇ ਸਾਲ ਨਿਕਲ ਗਿਆ, 2 ਸਾਲ ਨਿਕਲ ਗਏ, 5 ਸਾਲ, 10 ਸਾਲ, 15, 25 ਸਾਲ ਨਿਕਲ ਗਏ। ਲੇਕਿਨ ਉਹਨੇ ਵਿਸ਼ਵਾਸ ਨੂੰ ਨਹੀਂ ਛੱਡਿਆ। ਉਹਨੂੰ ਪਤਾ ਸੀਗਾ ਵੀ ਜੋ ਖੁਦਾ ਨੇ ਕਿਹਾ ਆ ਉਹ ਪੂਰਾ ਕਰੇਗਾ। ਕਿਉਂ ਵਿਸ਼ਵਾਸ ਇੰਨਾ ਸੀਗਾ ਉਹਦੇ ਅੰਦਰ? ਕਿਉਂਕਿ ਉਹਦੀ ਨੀਂਹ ਮਜ਼ਬੂਤ ਸੀਗੀ ਇਬਰਾਹਿਮ ਦੀ। ਇਬਰਾਹਿਮ ਵੀ ਤੁਹਾਡੇ ਤੇ ਮੇਰੇ ਵਰਗਾ ਇੱਕ ਆਮ ਮਨੁੱਖ ਸੀਗਾ, ਲੇਕਿਨ ਉਹਨੂੰ ਵਿਸ਼ਵਾਸ ਦਾ ਪਿਤਾ ਕਿਉਂ ਕਿਹਾ ਜਾਂਦਾ? ਉਹਦੀ ਨੀਂਹ ਇੰਨੀ ਮਜ਼ਬੂਤ ਸੀ। ਉਹਨੂੰ ਪਤਾ ਸੀ ਜੋ ਪਰਮੇਸ਼ਵਰ ਦੇ ਮੂੰਹ ਦੇ ਵਿੱਚੋਂ ਨਿਕਲਿਆ ਉਹ ਭਾਵੇਂ 50 ਸਾਲ ਬਾਅਦ ਪੂਰਾ ਕਰੇ, ਭਾਵੇਂ ਇੱਕ ਸਦੀ ਪੂਰੀ ਕਿਉਂ ਨਾ ਲੱਗ ਜਾਵੇ, ਪੂਰਾ ਕਰੇਗਾ। ਤੁਹਾਨੂੰ ਪਤਾ ਜੋ ਖੁਦਾ ਨੇ ਕਿਹਾ ਉਹ ਪੂਰਾ ਕਰੇਗਾ। ਜੇ ਉਹਨੇ ਵਾਅਦਾ ਕੀਤਾ ਮੈਂ ਤੁਹਾਨੂੰ ਬਰਕਤਾਂ ਦਊਂਗਾ, ਆਸ਼ੀਸ਼ਾਂ ਦਊਂਗਾ, ਮੈਂ ਤੁਹਾਨੂੰ ਰੈਪਚਰ ਦੇ ਵਿੱਚ ਲੈ ਕੇ ਜਾਊਂਗਾ, ਤੇ ਇਹ ਸਭ ਪੂਰਾ ਹੋਣਾ ਹੈ। ਬਹੁਤ ਲੋਕ ਜਦੋਂ ਪ੍ਰਭੂ ਦੇ ਵਿੱਚ ਆਉਂਦੇ ਹੋ ਕਹਿੰਦੇ ਸਾਨੂੰ ਬਰਕਤ ਨਹੀਂ ਮਿਲੀ, ਆਸ਼ੀਸ਼ ਨਹੀਂ ਮਿਲੀ। ਲੇਕਿਨ ਤੁਸੀਂ ਟਿਕੇ ਰਹੋ, ਤੁਹਾਨੂੰ ਬਰਕਤਾਂ ਵੀ ਮਿਲਣਗੀਆਂ, ਆਸ਼ੀਸ਼ਾਂ ਵੀ ਮਿਲਣਗੀਆਂ। ਅੱਜ ਬਹੁਤ ਲੋਕ, ਮੈਂ ਵੀ ਸੁਣਿਆ ਬਹੁਤ ਲੋਕ ਕਹਿ ਦਿੰਦੇ ਆ ਬਹੁਤ ਸਮਾਂ ਹੋ ਗਿਆ ਪ੍ਰਭੂ ਨੂੰ, ਪ੍ਰਭੂ ਹਲੇ ਤੱਕ ਤਾਂ ਆਇਆ ਨਹੀਂ। ਲੇਕਿਨ ਤੁਹਾਨੂੰ ਪਤਾ ਪ੍ਰਭੂ ਨੇ ਆਪਣੇ ਵਚਨ ਦੇ ਅਨੁਸਾਰ ਹੀ ਆਣਾ ਹੈ। ਜੋ ਵਚਨ ਕਹਿੰਦਾ ਵਚਨ ਦੇ ਅਨੁਸਾਰ ਪ੍ਰਭੂ ਨੇ ਆਣਾ ਹੈ। ਅੱਜ ਦੇਸ਼ਾਂ ਵਿੱਚ ਲੜਾਈ ਲੱਗੀ ਹੋਈ ਆ, ਪੂਰਾ ਵਰਲਡ ਡਰਿਆ ਹੋਇਆ। ਦੇਸ਼ਾਂ 'ਚ ਲੜਾਈ ਲੱਗੀ ਆ ਕਿਉਂਕਿ ਦੇਖੋ ਜੋ ਬਾਈਬਲ ਬਿਆਨ ਕਰਦੀ ਆ ਉਹਦੇ ਅਨੁਸਾਰ ਹੀ ਖੁਦਾ ਨੇ ਆਣਾ ਹੈ। ਉਹ ਕਹਿੰਦਾ ਵੱਡਾ ਅਤੇ ਭੈਦਾਇਕ ਦਿਨ ਆਉਣ ਤੋਂ ਪਹਿਲਾਂ ਮੈਂ ਏਲੀਆ ਨਬੀ ਨੂੰ ਤੁਹਾਡੇ ਲਈ ਘੱਲਾਂਗਾ। ਉਹ ਵੱਡਾ ਦਿਨ ਆਉਣ ਤੋਂ ਪਹਿਲਾਂ ਉਹਦਾ ਵਚਨ ਪੂਰਾ ਹੋਇਆ। ਖੁਦਾ ਦਾ ਉਹਨੇ ਏਲੀਆ ਨਬੀ ਨੂੰ ਸਾਡੇ ਲਈ ਘੱਲਿਆ, ਜਿਹਨੇ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਖੋਲੀ। ਕਿਉਂ ਖੋਲੀ? ਤਾਂ ਕਿ ਲੋਕ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ, ਜਿਹੜੇ 2 ਖੰਭ ਆ, ਪੁਰਾਣਾ ਨਿਯਮ ਤੇ ਨया ਨਿਯਮ, 2 ਖੰਭ ਲੈ ਕੇ ਅਸੀਂ ਉੱਡਣਾ ਆ। 2 ਖੰਭਾਂ ਦੇ ਦੁਆਰਾ ਉਹਦੀ ਦੁਲਹਨ ਨੇ ਉੱਡਣਾ ਆ, ਕਿਉਂਕਿ ਜਦੋਂ ਤੱਕ 2 ਖੰਭ ਨਹੀਂ ਹੈ ਉਦੋਂ ਤੱਕ ਉਡਾਣ ਵੀ ਨਹੀਂ ਹੈ। ਇਸ ਕਰਕੇ ਪੁਰਾਣਾ ਨਿਯਮ ਤੇ ਨया ਨਿਯਮ 2 ਖੰਭ ਆ, ਤੇ ਇਹਨਾਂ ਦੇ ਵਚਨਾਂ ਨੂੰ ਅਸੀਂ ਲੈਣਾ ਆ ਤੇ ਵਚਨ ਦੇ ਅਨੁਸਾਰ ਜਦੋਂ ਜੀਵਨ ਬਤੀਤ ਕਰਨਾ, ਤੇ ਖੁਦਾਵੰਦ ਫਿਰ ਸਾਡੇ ਜੀਵਨ 'ਚ ਕੰਮ ਕਰੂਗਾ। ਇਸ ਕਰਕੇ ਹਮੇਸ਼ਾ ਉਹ ਕੰਮ ਕਰੋ ਜੋ ਪਰਮੇਸ਼ਵਰ ਕਹਿੰਦਾ ਹੈ। ਉਹ ਕੰਮ ਕਦੇ ਨਾ ਕਰੋ ਜੋ ਤੁਹਾਨੂੰ ਸੰਸਾਰ ਕਹਿੰਦਾ ਜਾਂ ਤੁਹਾਡਾ ਦਿਮਾਗ ਕਹਿੰਦਾ, ਕਿਉਂਕਿ ਦਿਮਾਗ ਤਾਂ ਸ਼ੈਤਾਨ ਦੇ ਹੱਥਾਂ 'ਚ ਰਹਿੰਦਾ 24 ਘੰਟੇ। ਲੇਕਿਨ ਜੋ ਤੁਹਾਡਾ ਖੁਦਾ ਤੁਹਾਡੇ ਹਿਰਦੇ ਵਿੱਚ ਪਾਵੇ ਉਹ ਕੰਮ ਕਰੋ, ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਵਚਨ ਹੁੰਦਾ, ਵਚਨ ਕਦੇ ਵੀ ਦਿਮਾਗ ਦੇ ਵਿੱਚ ਨਹੀਂ ਹੁੰਦਾ, ਵਚਨ ਹਮੇਸ਼ਾ ਹਿਰਦੇ ਦੇ ਵਿੱਚ ਹੁੰਦਾ ਹੈ। ਇਸ ਕਰਕੇ ਨੇ ਮੂਸਾ ਨੂੰ ਕਿਹਾ ਸੀਗਾ ਵੀ ਆਪਣੇ ਬੱਚਿਆਂ ਨੂੰ ਜਾ ਕੇ ਕਹੋ, ਇਜ਼ਰਾਈਲੀ ਲੋਕਾਂ ਦੇ ਬੱਚਿਆਂ ਨੂੰ ਵੀ ਆਪਣੇ ਹਿਰਦਿਆਂ ਦੀ ਪੱਟੀਆਂ ਦੇ ਉੱਪਰ ਮੇਰੇ ਵਚਨ ਨੂੰ ਲਿਖੋ। ਹਿਰਦਿਆਂ ਦੀ ਪੱਟੀ ਦੇ ਉੱਪਰ ਵਚਨ ਹੋਣਾ ਚਾਹੀਦਾ, ਨਾ ਕਿ ਦਿਮਾਗ ਦੇ ਵਿੱਚ ਵਚਨ ਹੋਣਾ ਚਾਹੀਦਾ। ਅੱਜ ਬਹੁਤ ਸੰਸਾਰਿਕ ਲੋਕ ਜਿਹੜੇ ਦਿਮਾਗ 'ਚ ਵਚਨ ਰੱਖਦੇ, ਉਹ ਦਿਮਾਗ ਦੇ ਸਿਸਟਮ ਦੇ ਨਾਲ ਚੱਲਦੇ ਆ। ਵਚਨ ਕੁਝ ਹੋਰ ਕਹਿੰਦਾ ਆ, ਕਰੀ ਕੁਝ ਹੋਰ ਜਾਂਦੇ ਆ। ਵਚਨ ਕਹਿੰਦਾ ਬਪਟਾਈਜ਼ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਆ, ਜਿਹੜੇ ਦਿਮਾਗੀ ਲੋਕ ਆ ਉਹ ਕਹਿੰਦੇ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਤੇ। ਆਹ ਫਰਕ ਹੁੰਦਾ ਹੈ ਅੰਨੇ ਲੋਕਾਂ ਦੇ ਵਿੱਚ ਤੇ ਪ੍ਰਕਾਸ਼ਵਾਨ ਲੋਕਾਂ ਦੇ ਵਿੱਚ। ਤੁਸੀਂ ਧੰਨੋ ਕਿ ਤੁਹਾਡੇ ਕੋਲ ਨਬੀ ਦਾ ਸਮੇਂ ਦਾ ਸੰਦੇਸ਼ ਪਹੁੰਚਿਆ ਆ, ਤੇ ਜੇ ਸਮੇਂ ਦਾ ਸੰਦੇਸ਼ ਪਹੁੰਚਿਆ ਆ ਤੇ ਤੁਹਾਨੂੰ ਜੀਵਨ ਵੀ ਬਤੀਤ ਕਰਨਾ ਪਵੇਗਾ। ਜੀਵਨ ਜੇ ਨਹੀਂ ਬਤੀਤ ਕਰਦੇ ਤੇ ਫਿਰ ਸਜ਼ਾ ਦੇ ਹੱਕਦਾਰ ਹੋ। ਇਸ ਕਰਕੇ ਆਪਣੇ ਜੀਵਨ ਨੂੰ ਖੁਦਾ ਦੇ ਕੰਮਾਂ ਦੇ ਲਈ ਲਗਾਉਣਾ ਹੈ ਹਮੇਸ਼ਾ। ਇਸ ਕਰਕੇ ਤੁਸੀਂ ਦੇਖੋ ਅੱਜ ਕਿੱਦਾਂ ਲੋਕਾਂ ਦੇ ਜੀਵਨ ਹੋ ਗਏ, ਲੋਕਾਂ ਦੀ ਨੀਹਾਂ ਕੱਚੀਆਂ ਆ, ਜਿੱਥੇ ਮਰਜ਼ੀ ਡੋਲ ਜਾਂਦੇ। ਮਾੜੀ ਜੀ ਤੰਗੀ ਨਹੀਂ ਆਈ, ਮੁਸੀਬਤ ਨਹੀਂ ਆਈ, ਪ੍ਰਭੂ ਤੂੰ ਤਾਂ ਸਾਡੇ ਲਈ ਕੋਈ ਕੀਤਾ ਹੀ ਨਹੀਂ। ਜੇ ਪ੍ਰਭੂ ਨੇ ਤੁਹਾਨੂੰ ਸੰਭਾਲ ਕੇ ਰੱਖਿਆ ਆ, ਤੁਹਾਡੀ ਪਰਵਰਿਸ਼ ਕਰ ਰਿਹਾ, ਤੇ ਪ੍ਰਭੂ ਸਭ ਕੁਝ ਕਰ ਸਕਦਾ ਆ, ਲੇਕਿਨ ਭਰੋਸਾ ਵੀ ਰੱਖਣਾ ਪੈਣਾ ਹੈ। ਤਾਂ ਤੁਹਾਨੂੰ ਪਤਾ ਭਾਈ ਬ੍ਰੈਨਮ ਨੇ ਕਿਹਾ ਆ, ਭਾਈ ਬ੍ਰੈਨਮ ਨੇ ਕਿਹਾ और इसके बाद हमें ज्ञात होता है कि इसके बाद इसमें बहुत ज़्यादा देर नहीं हुई
कि परमेश्वर ने उस समय के दौरान पूरे जगत को जल से नाश करने के लिए सबसे बड़ा सबक सिखाया। ਹੁਣ ਤੁਹਾਨੂੰ ਪਤਾ ਖੁਦਾਵੰਦ ਕੀ ਕਰਦਾ ਆ, ਲੋਕਾਂ ਨੂੰ ਸਬਕ ਸਿਖਾਉਂਦਾ। ਭਾਈ ਬ੍ਰੈਨਮ ਨੇ ਕਿਹਾ ਉਹਨੇ ਸੰਸਾਰ ਨੂੰ ਪਹਿਲਾ ਸਬਕ ਕਦੋਂ ਸਿਖਾਇਆ ਸੀ? ਜਦੋਂ ਨੂਹ ਦੇ ਸਮੇਂ ਦੇ ਵਿੱਚ ਉਹਨੇ ਜਲ ਦੀ ਵਰਸ਼ਾ ਕੀਤੀ ਸੀ, ਪਾਣੀ ਨਾਲ ਵਰਖਾ ਕੀਤੀ ਸੀ। ਜਿਹੜੀ ਉਹਨੇ ਵਰਖਾ ਕੀਤੀ ਸੀਗੀ ਉਹਦੇ ਨਾਲ ਉਹਨੇ ਪਹਿਲਾ सबक सिखाया। जैसा कि बाइबल हमें बताती है, वह धरती पर जल प्रलय लेकर आया और शेष बचे हुए को छोड़कर, जो कि नूह और उसका परिवार था, सबका सर्वनाश कर दिया। और जैसे ही वह उस बड़े सबक से बाहर निकलकर आया, उसके तुरंत बाद ही और नबी कहता आ भी ਜਦੋਂ खुदा ने लोगों ਨੂੰ सबक सिखाना ਸੀ, ਉਹਨੇ जल प्रलय लेके आंदा इस धरती ਦੇ ਉੱਪਰ। ਉਹਨੇ ਵਰਖਾ ਲਿਆਂਦੀ, ਵਰਖਾ ਲਿਆਂਦੀ, ਲੋਕਾਂ ਦਾ ਨਾਸ਼ ਕਰ ਦਿੱਤਾ। ਉਸ ਸਮੇਂ ਵੀ ਇਦਾਂ ਹੀ ਦੁਨੀਆ ਸੀ, ਜਿੱਦਾਂ ਅੱਜ ਦੁਨੀਆ, ਇਦਾਂ ਹੀ ਦੁਨੀਆ ਸੀਗੀ ਉਸ ਸਮੇਂ ਵੀ। ਉਹਨੇ ਨਾਸ਼ ਕਰ ਦਿੱਤਾ। ਲੇਕਿਨ ਨੂਹ ਕਿਉਂ ਬਚਾਇਆ ਗਿਆ? ਕਿਉਂਕਿ ਨੂਹ ਦੀ ਜਿਹੜੀ ਨੀਂਹ ਸੀਗੀ ਉਹ ਬੜੀ ਮਜ਼ਬੂਤ ਸੀ। ਨੂਹ ਨੂੰ ਪਤਾ ਸੀਗਾ ਵੀ ਜੋ ਖੁਦਾ ਨੇ ਕਿਹਾ ਇਹਨੇ ਪੂਰਾ ਕਰਨਾ ਹੀ ਕਰਨਾ। ਤੁਹਾਨੂੰ ਪਤਾ ਜਦੋਂ ਨੂਹ 120 ਸਾਲ ਤੱਕ ਨੂਹ ਨੇ ਪ੍ਰਚਾਰ ਕੀਤਾ, ਨੂਹ ਕਿਸ਼ਤੀ ਬਣਾ ਰਿਹਾ ਸੀਗਾ। ਮਹੀਨਾ ਨਿਕਲਿਆ, 2 ਮਹੀਨੇ ਨਿਕਲੇ, ਸਾਲ ਨਿਕਲਿਆ। ਨੂਹ ਨੂੰ ਤਾਂ ਕਹਿ ਦਿੱਤਾ ਗਿਆ ਸੀਗਾ ਵੀ ਬਾਰਿਸ਼ ਆਊਗੀ, ਲੇਕਿਨ ਬਾਰਿਸ਼ ਆਈ ਨਹੀਂ ਸੀ। ਬਾਰਿਸ਼ ਹੀ ਨਹੀਂ ਸੀ ਆ ਰਹੀ। 100 ਸਾਲ ਨਿਕਲ ਗਏ, 120 ਸਾਲ ਨਿਕਲ ਗਏ, ਬਾਰਿਸ਼ ਆ ਗਈ। ਨੂਹ ਤੇ ਨੂਹ ਦਾ ਪਰਿਵਾਰ ਬਚਾਏ ਗਏ। ਜਿਹੜੇ ਬਾਕੀ ਜਿਨ੍ਹਾਂ ਨੇ ਹਾਸਾ ਮਖੌਲ ਕੀਤਾ ਵੀ ਹਾਂ ਬਈ ਬੜੀ ਭਵਿੱਖਬਾਣੀ ਕਰਦਾ ਸੀਗਾ, ਮੀਂਹ ਨਹੀਂ ਆਇਆ। ਅੱਜ ਵੀ ਲੋਕੀ ਕਹਿੰਦੇ ਬੜੀ ਭਵਿੱਖਬਾਣੀਆਂ ਕਰਦੇ ਸੰਦੇਸ਼ ਵਾਲੇ ਪਾਸਟਰ, ਰੈਪਚਰ ਤੁਹਾਡਾ ਹੋਣ ਵਾਲਾ ਆ, ਤੁਸੀਂ ਘਰ ਬਣਾ ਕੇ ਕੀ ਕਰਨਾ, ਤੁਸੀਂ ਕੋਠੀਆਂ ਕਾਰਾਂ ਲੈ ਕੇ ਕੀ ਕਰਨਾ, ਤੁਹਾਡਾ ਰੈਪਚਰ ਹੋਣ ਵਾਲਾ ਹੈ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ, ਜੇ ਉਹਨੇ ਕਿਹਾ ਤੇ ਰੈਪਚਰ ਹੋਵੇਗਾ। ਕੋਈ ਵੀ ਰੈਪਚਰ ਨੂੰ ਰੋਕ ਨਹੀਂ ਸਕਦਾ। ਜਿਹਨੇ ਰੈਪਚਰ 'ਚ ਜਾਣਾ, ਜਿਹਦਾ ਨਾਮ ਇਸ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਉਹਦੇ ਕੋਲ ਲਿਖਿਆ ਹੋਇਆ, ਉਹ ਰੈਪਚਰ ਵਿੱਚ ਜਾਵੇਗਾ। ਜਿਹੜੇ ਲੋਕ ਉਹਦੇ ਸੋਚਾਂ ਵਿਚਾਰਾਂ ਵਿੱਚ ਪਹਿਲਾਂ ਹੀ ਪਾਏ ਗਏ ਆ, ਉਹ ਰੈਪਚਰ ਦੇ ਵਿੱਚ ਜਾਣਗੇ। ਲੇਕਿਨ ਖੁਦਾ ਨੇ ਕੀ ਕੀਤਾ? ਨੂਹ ਦੇ ਸਮੇਂ 'ਚ ਨਬੀ ਕਹਿੰਦਾ सबक सिखाया। ऐसा प्रतीत होता है कि इंसान आसानी से नहीं सीख सकता। ਭਾਈ ਬ੍ਰੈਨਮ ਸਾਡੇ ਯੁੱਗ ਦਾ ਨਬੀ ਕਹਿ ਰਿਹਾ, ਇਦਾਂ ਪ੍ਰਤੀਤ ਹੁੰਦਾ ਜਿਹੜੇ ਲੋਕ ਆ ਆਸਾਨੀ ਨਾਲ ਨਹੀਂ ਸਿੱਖਦੇ। ਖੁਦਾ ਦੇ ਵਿੱਚ ਆਸਾਨੀ ਨਾਲ ਨਹੀਂ ਕੋਈ ਬੰਦਾ ਆਂਦਾ, ਉਹ ਫਿਰ ਪ੍ਰਭੂ ਨੂੰ ਕੁਝ ਕਰਨਾ ਪੈਂਦਾ। ਕੇਵਲ ਕਠਿਨ ਤਰੀਕੇ ਸੇ ਹੀ सीख सकता है। ਜੇ ਕਿਸ ਨੂੰ ਪਿਆਰ ਨਾਲ ਕਹਿੰਦਾ ਨਾ ਕੋਈ ਵੀ ਤੂੰ ਜੀਵਨ ਤਿਆਗ ਦੇ, ਆਪਣਾ ਗਲਤ ਕੰਮ ਛੱਡ ਦੇ, ਨਸ਼ੇ ਛੱਡ ਦੇ, ਉਹ ਮੰਨਦਾ ਨਹੀਂ। ਉਹ ਕਹਿੰਦਾ ਐਵੇਂ ਲੱਗੇ ਹੋਏ ਆ, ਉਹ ਬੰਦਾ ਮੰਨੂਗਾ ਨਹੀਂ, ਉਹ ਭੈਣ ਭਾਈ ਮੰਨੂਗਾ ਨਹੀਂ। ਉਹਨੂੰ ਜਦੋਂ ਸਮਝਾਇਆ ਜਾਵੇ ਵੀ ਸੰਸਾਰ 'ਚ ਨਾ ਵੜੋ ਤਾਂ ਉਹ ਬੰਦਾ ਮੰਨਦਾ, ਉਹ ਭੈਣ ਭਾਈ ਨਹੀਂ ਮੰਨਦਾ। ਲੇਕਿਨ ਨਬੀ ਕਹਿੰਦਾ ਕਠਿਨ ਤਰੀਕੇ ਨਾਲ ਸਿੱਖਦਾ ਆ। ਜਿਹੜਾ ਉਹਦਾ ਤਰੀਕਾ ਹੁੰਦਾ ਆ ਖੁਦਾ ਦਾ, ਫਿਰ ਉਹ ਫਿਰ ਕੀ ਕਰਦਾ? ਕਠਿਨ ਤਰੀਕੇ ਦੇ ਨਾਲ ਫਿਰ ਲੋਕਾਂ ਨੂੰ ਲੈ ਕੇ ਆਉਂਦਾ ਆ। यहाँ तक कि यह बात हम अपने बच्चों के मामले में भी देख सकते हैं। हमें उन्हें सजा देनी पड़ती है। नबी ने ਕਿਹਾ ਸੀ ਆਪਣੇ ਬੱਚਿਆਂ ਨੂੰ ਦੇਖ ਸਕਦੇ ਆ, ਜਦੋਂ ਬੱਚੇ नहीं ਮੰਨਦੇ ਸਾਨੂੰ ਉਹਨਾਂ ਨੂੰ सजा देनी ਪੈਂਦੀ ਆ। बहुत सी बार तो हमें उन्हें समझाने के लिए उन्हें बुरी तरह सजा देनी पड़ती है। ਕਈ ਵਾਰ ਤੁਹਾਨੂੰ ਪਤਾ ਘਰ ਦੇ ਵਿੱਚ ਬੱਚੇ ਵੀ ਹੁੰਦੇ ਜਦੋਂ ਵਿਗੜਦੇ ਆ, ਕਹਿਣਾ ਨਹੀਂ ਮੰਨਦੇ, ਮਜਬੂਰੀ ਵਿੱਚ ਛੋਟੇ ਬੱਚਿਆਂ ਨੂੰ ਡਾਂਟਣਾ ਪੈਂਦਾ, ਸਖਤੀ ਕਰਨੀ ਪੈਂਦੀ ਆ ताकि वो समझण। सजा देनी पड़ती है। और ऐसा लगता है कि इंसान तो आरंभ से ही अपने आप में पूरी तरह से नाकामयाब रहा है। नबी कहता भी इंसान शुरू तो ही नाकामयाब है। ढीठा कहने का मतलब मानता नहीं छेती। जो तक खुदा का डंडा ना चढ़े उदों तक लोग मानते नहीं है। जो मुसीबत बीमारी आती फिर कहते प्रभु किथे सी तू? प्रभु कहता मैं तो उत्थे सी, तू ही गवाचिया सीगा, मैं तो उत्थे कदों आवाज़ां मारी जाना, तू ही भटकिया फिरदा सीगा। जिदा भटकी गां फिरदी है इदा लोग भजे फिरदे, कुछ नहीं पता किधर जाना की करना, जिधर नूं किसने लाया उधर नूं लग जाते हैं। इहो जे भी निकम्मे लोग आ गए। निकम्मा ही कहती बाइबल इहो जिहा, मूर्ख कहती इहो जे लोगों नूं बाइबल, जिन्हां नूं कुछ नहीं पता, अपना समा खराब कर रहे हैं। जदों तुहाडे कोल प्रकाश आ गया, तुहाडी अखां दे छिलके उतर गए, नबी दा संदेश तुहाडे कोल आ गया, फिर भटकण दी कोई लोड़ नहीं है। इस करके कहा जाता बाइबल पढ़ो, बाइबल तुहानूं दसूगी भी वचन दे विच नींह किद्दां मजबूत करनी है। जे तुहाडी नींह मजबूत होवे फिर तुहानूं पछाण भी आ जाऊगी भी सच्चा सेवक कौन हुंदा, सच्चे भैण भाई कौन हुंदे आ। फिर पछाण जितन बंदा बाइबल नहीं पढ़ूगा, संदेशां नूं नहीं पढ़ूगा, बाइबल दी ते संदेशां दी समझ नहीं लगनी, सेवक दी समझ नहीं लगनी, विश्वासी भैण भाई दी समझ नहीं लगनी, खुदा की कर रहा है समझ नहीं लगनी उन्हें। जब परमेश्वर ने अपना आपसी
अपना आपसी संबंध बिसरा दिया था तो बस अपनी ही मर्जी का मालिक बन गया था। वह परमेश्वर पर और भी ज्यादा बिल्कुल निर्भर नहीं रहा। और जब परमेश्वर ने उसे इस बात का पाठ सिखाया तो वह खुद अपने आप से कुछ करने का प्रयास करता है तो उसके सारे कामों का नतीजा शून्य ही निकलेगा। और कई बार मनुख अपनी मर्जी ਨਾਲ ਚੱਲਣਾ ਚਾਹੁੰਦਾ ਹੈ ਵੀ ਮੈਂ ਆਪਣੀ ਮਰਜ਼ੀ ਦੇ ਨਾਲ ਕੁਝ ਕਰਾਂ, ਲੇਕਿਨ ਉਹ ਕਰ ਨਹੀਂ ਪਾਉਂਦਾ। ਜੇ ਤੁਸੀਂ ਪ੍ਰਭੂ ਦੇ ਵਿੱਚ ਹੋ ਕੇ ਕੁਝ ਕਰੋਗੇ ਤੇ ਖੁਦਾ ਤੁਹਾਨੂੰ ਸਫਲਤਾ ਦਿੰਦਾ ਹੈ। ਲੇਕਿਨ ਜਦੋਂ ਲੋਕ ਆਪਣੀ ਮਰਜ਼ੀ ਦੇ ਨਾਲ ਕੁਝ ਕਰਦੇ ਆ ਤੇ ਫਿਰ ਉਹ ਸਫਲ ਨਹੀਂ ਹੁੰਦੇ ਕਦੇ ਵੀ। ਉਹ ਕਦੇ ਵੀ ਕੋਈ ਭੈਣ ਭਾਈ ਸਫਲ ਨਹੀਂ ਹੁੰਦਾ ਜਦੋਂ ਆਪਣੀ ਮਰਜ਼ੀ ਦੇ ਅਨੁਸਾਰ ਉਹ ਜੀਵਨ ਬਤੀਤ ਕਰਦਾ। ਲੇਕਿਨ ਜੇ ਤੁਸੀਂ ਵਚਨ ਦੇ ਅਨੁਸਾਰ ਜੀਵਨ ਬਤੀਤ ਕਰੋਗੇ ਤੇ ਖੁਦਾ ਵੱਧ ਤੁਹਾਡੀ ਅਗਵਾਈ ਕਰੂਗਾ। ਜਦੋਂ ਕੋਈ ਮਨੁੱਖ ਆਪਣੀ ਮਰਜ਼ੀ ਦੇ ਨਾਲ ਜੀਵਨ ਜਿੰਦਾ ਆ ਤੇ ਕੌਣ ਉਹਦੀ ਅਗਵਾਈ ਕਰਦਾ? ਸ਼ੈਤਾਨ ਉਹਦੀ ਅਗਵਾਈ ਕਰਦਾ, ਕਿਉਂਕਿ ਆਪਣੀ ਮਰਜ਼ੀ ਸ਼ੈਤਾਨੀ ਹੈ ਬੰਦੇ ਦੀ। ਲੇਕਿਨ ਜੇ ਤੁਸੀਂ ਵਚਨ ਦੇ ਅਨੁਸਾਰ ਜੀਵਨ ਬਤੀਤ ਕਰ ਰਹੇ ਹੋ, ਖੁਦ ਖੁਦਾਵੰਦ ਤੁਹਾਡੀ ਅਗਵਾਈ ਕਰਨ ਤੋਂ ਨੀਚੇ ਉਤਰ ਜਾਂਦਾ ਹੈ। ਇਸ ਕਰਕੇ ਹਮੇਸ਼ਾ ਉਹ ਕੰਮ ਕਰਨਾ ਜੋ ਖੁਦਾ ਦਾ ਵਚਨ ਕਹਿੰਦਾ, ਕਦੇ ਵੀ ਖੁਦਾ ਦੇ ਵਚਨ ਤੋਂ ਬਾਹਰ ਕੋਈ ਕੰਮ ਨਹੀਂ ਕਰਨਾ। ਅੱਜ ਆਹੀ ਮਸਲਾ ਹੋ ਗਿਆ, ਲੋਕੀ ਕਿਉਂ ਮਜ਼ਬੂਤ ਵਿੱਚ ਨਹੀਂ ਆ, ਮਜ਼ਬੂਤੀ ਵਿੱਚ ਨਹੀਂ ਆ, ਆਹੀ ਦਿੱਕਤ ਆ, ਪਰੇਸ਼ਾਨੀ ਆ। ਵਚਨ ਨਹੀਂ ਪੜ੍ਹਦੇ, ਬਾਈਬਲ ਨਹੀਂ ਪੜ੍ਹਦੇ, ਪ੍ਰਾਰਥਨਾ ਨਹੀਂ ਕਰਦੇ, ਉਹਨਾਂ ਨੂੰ ਪਤਾ ਹੀ ਨਹੀਂ ਵਚਨ ਕੀ ਕਹਿੰਦਾ ਹੈ। ਜਿੱਦਾਂ ਕੋਈ ਕਹਿੰਦਾ ਉਦਾਂ ਹੀ ਪਿੱਛੇ ਲੱਗ ਜਾਂਦੇ ਆ। ਮੈਨੂੰ ਤਾਂ ਇਹ ਡਰ ਆ ਵੀ ਲੋਕਾਂ ਨੂੰ ਕਿਤੇ ਸ਼ੈਤਾਨ ਆਪਣੇ ਵੱਲ ਨਾ ਲੈ ਜਾਵੇ। ਉਹ ਕਵੇ ਵੀ ਨਹੀਂ ਸੰਦੇਸ਼ ਕੁਛ ਨਹੀਂ ਹੈ, ਤੁਸੀਂ ਮਿਸ਼ਨਾਂ 'ਚ ਹੀ ਆ ਜਾਓ ਭਾਈ, ਬਰਕਤਾਂ ਲੈ ਲਓ ਆ ਕੇ। ਲੇਕਿਨ ਜਿਹਦੀ ਨਹੀਂ ਮਜ਼ਬੂਤ ਆ ਜਵਾਬ ਦੇ ਸਕਦਾ ਸਾਡਾ ਖੁਦਾ, ਜਿਹਨੇ ਸਾਨੂੰ ਆਪਣਾ ਖਾਲਸ ਵਚਨ ਖਿਲਾਇਆ ਆ, ਉਹ ਸਾਨੂੰ ਬਰਕਤਾਂ ਦੇਣ ਦੇ ਯੋਗ ਵੀ ਹੈ। ਤੁਸੀਂ ਫਿਰ ਕਹਿ ਸਕਦੇ ਹੋ ਵੰਗਾਰ ਕੇ ਸ਼ੈਤਾਨ ਨੂੰ ਵੀ ਸਾਨੂੰ ਤੇਰਾ ਸੰਸਾਰ ਦਾ ਮਿੱਤਰਚਾਰਾ ਨਹੀਂ ਚਾਹੀਦਾ, ਸਾਨੂੰ ਖੁਦਾ ਜੋ ਕਹੂਗਾ ਅਸੀਂ ਉਹ ਕੰਮ ਕਰਾਂਗੇ। ਮਰਕੁਸ ਕੱਢਾਂਗੇ 10 ਦੀ 1। ਮਰਕੁਸ 10 ਦੀ 1। ਹੁਣ ਤੁਸੀਂ ਅੱਜ ਦੇਖੋ ਘਰਾਂ ਦੇ ਵਿੱਚ ਲੜਾਈਆਂ, ਝਗੜੇ, ਕਲੇਸ਼, ਦਿੱਕਤਾਂ, ਪਰੇਸ਼ਾਨੀਆਂ, ਗਰੀਬੀ, ਇਹ ਕਿਉਂ ਹੁੰਦੀਆਂ? ਕਿਉਂਕਿ ਕੀ ਆ, ਨੀਂਹ ਮਜ਼ਬੂਤ ਨਹੀਂ ਹੁੰਦੀ। ਨਾ ਬੱਚਿਆਂ ਦੀ ਨੀਂਹ ਮਜ਼ਬੂਤ ਆ, ਬੱਚਿਆਂ ਦੀ ਨੀਂਹ ਕਿੱਥੋਂ ਮਜ਼ਬੂਤ ਹੋਣੀ ਜੇ ਮਾਂ ਪਿਓ ਦੀ ਨੀਂਹ ਮਜ਼ਬੂਤ ਨਹੀਂ ਆ। ਜਦੋਂ ਮਾਂ ਪਿਓ ਨੀਂਹ ਆਪਣੀ ਮਜ਼ਬੂਤ ਕਰਦਾ ਤੇ ਉਹ ਬੱਚਿਆਂ ਨੂੰ ਵੀ ਮਜ਼ਬੂਤ ਕਰ ਸਕਦਾ। ਬਾਈਬਲ ਨਹੀਂ ਬਿਆਨ ਕਰਦੀ, ਬਾਈਬਲ 'ਚ ਲਿਖਿਆ ਆ ਵੀ ਜੇ ਤੁਸੀਂ ਕਿਸ ਨੂੰ ਬਚਾਉਣਾ ਆ ਤੇ ਪਹਿਲਾਂ ਤੁਸੀਂ ਤਾਂ ਸੇਫਟੀ ਵਿੱਚ ਹੋਵੋ। ਕੋਈ ਬੰਦਾ ਚਿੱਕੜ 'ਚ ਫਸਿਆ ਆ ਤੇ ਤੁਹਾਨੂੰ ਵੀ ਤਾਂ ਪਹਿਲਾਂ ਆਪਣੇ ਆਪ ਨੂੰ ਉਸ ਪਾਵਰ ਦੇ ਵਿੱਚ ਲੈ ਕੇ ਆਉਣਾ ਪੈਣਾ। ਤੁਹਾਡੇ ਕੋਲ ਸ਼ਕਤੀ ਹੋਣੀ ਚਾਹੀਦੀ ਉਹ ਬੰਦੇ ਨੂੰ ਗੰਦਗੀ ਵਿੱਚੋਂ, ਚਿੱਕੜ ਵਿੱਚੋਂ ਬਾਹਰ ਕੱਢਣ ਦੀ। ਤੁਸੀਂ ਆਪ ਖੜੇ ਹੋ ਮਿੱਟੀ ਦੇ ਉੱਪਰ ਤੇ ਤੁਸੀਂ ਕਿਸੇ ਨੂੰ ਖਿੱਚ ਰਹੇ ਹੋ ਤੇ ਤੁਸੀਂ ਵੀ ਨਾਲ ਡਿੱਗ ਜਾਓਗੇ। ਜੇ ਤੁਸੀਂ ਚਟਾਨ ਦੇ ਉੱਪਰ ਰੱਸੀ ਪਾਈ ਹੋਈ ਆ, ਤੁਸੀਂ ਉਹਨੂੰ ਖਿੱਚ ਰਹੇ ਹੋ ਤਾਂ ਚਟਾਨ ਦੇ ਸਹਾਰੇ ਦੇ ਨਾਲ ਤੁਸੀਂ ਦੂਜੇ ਮਨੁੱਖ ਨੂੰ ਟੋਏ 'ਚੋਂ ਬਾਹਰ ਕੱਢ ਸਕਦੇ ਹੋ, ਨਹੀਂ ਤਾਂ ਤੁਸੀਂ ਆਪ ਵੀ ਡਿੱਗ ਸਕਦੇ ਹੋ। ਇਸ ਕਰਕੇ ਮਜ਼ਬੂਤੀ ਬਹੁਤ ਜ਼ਰੂਰੀ ਆ। ਹੁਣ ਮਜ਼ਬੂਤੀ ਆਂਦੀ ਕਿੱਦਾਂ ਆ? ਭਾਈ ਬ੍ਰੈਨਮ ਨੇ ਕਿਹਾ, ਸਾਡੇ ਯੁੱਗ ਦੇ ਨਬੀ ਨੇ ਕਿਹਾ, ਜਦੋਂ ਇੱਕ ਮਨੁੱਖ, ਇੱਕ ਭਾਈ ਇੱਕ ਪਤਨੀ ਦਾ ਚੁਣਾਵ ਕਰਦਾ ਆ, ਇੱਕ ਪਤਨੀ ਨੂੰ ਚੁਣਦਾ ਆ। ਤੁਹਾਨੂੰ ਪਤਾ ਜਦੋਂ ਇੱਕ ਬੰਦਾ, ਜੇ ਕੋਈ ਮਸੀਹ ਭਾਈ ਆ, ਉਹ ਬਾਈਬਲ ਦੇ ਅਨੁਸਾਰ ਜੇ ਆਪਣੀ ਪਤਨੀ ਨੂੰ ਚੁਣਦਾ, ਉਹਦੀ ਪਤਨੀ ਆਤਮਿਕ ਹੋਣੀ ਚਾਹੀਦੀ ਹੈ, ਉਹ ਸਰੀਰਕ ਨਹੀਂ ਹੋਣੀ ਚਾਹੀਦੀ, ਉਹ ਵਚਨ ਦੇ ਵਿੱਚ ਹੋਣੀ ਚਾਹੀਦੀ ਪੂਰੀ ਤਰ੍ਹਾਂ। ਜੇ ਉਹ ਵਚਨ ਦੇ ਵਿੱਚ ਨਹੀਂ ਆ, ਜਿਹੜੀ ਉਹਨਾਂ ਦੀ ਬੱਚੇ ਪੈਦਾ ਹੋਣਗੇ ਫਿਰ ਉਹ ਮਿਕਸ ਪੈਦਾ ਹੋਣਗੇ। ਇਸ ਕਰਕੇ ਬਹੁਤ ਵੱਡੀ ਗੱਲ ਆ ਵੀ ਜਦੋਂ ਭੈਣ ਭਾਈ ਵਿਆਹ ਕਰਦਾ ਆ ਤੇ ਉਹਨੂੰ ਬੜੇ ਸੋਚ ਸਮਝ ਕੇ ਮੈਰਿਜ ਕਰਾਉਣੀ ਚਾਹੀਦੀ ਹੈ ਵੀ ਅਸੀਂ ਕਿੱਦਾਂ ਦੇ ਪਰਸਨ ਨਾਲ ਮੈਰਿਜ ਕਰਵਾ ਰਹੇ ਹਾਂ। ਅੱਜ ਹਰ ਬੰਦਾ ਦੇਖਦਾ ਵੀ ਕੁੜੀ ਸੋਹਣੀ ਹੈ ਮੈਰਿਜ ਕਰਵਾ ਦਿਓ, ਕੁੜੀ ਸੋਚਦੀ ਮੁੰਡਾ ਸੋਹਣਾ ਮੈਰਿਜ ਕਰਵਾ ਦਿਓ। ਇਦਾਂ ਨਹੀਂ ਹੈ। ਬਾਈਬਲ ਕਹਿੰਦੀ ਆ ਇਹ ਸੋਹਣੇਪਨ ਨੂੰ ਨਹੀਂ ਦੇਖਣਾ, ਤੁਸੀਂ ਵਚਨ ਦੇ ਅਨੁਸਾਰ ਦੇਖਣਾ ਵੀ ਵਚਨ ਦੇ ਵਿੱਚ ਕਿਹੜਾ ਭਾਈ ਖੜਾ ਹੈ, ਉਹਦੇ ਨਾਲ ਤੁਸੀਂ ਮੈਰਿਜ ਕਰਵਾ ਸਕਦੇ ਹੋ। ਫਿਰ ਉਹ ਉੱਥੋਂ ਉੱਠ ਕੇ ਯਹੂਦੀਆਂ ਦੀਆਂ ਹੱਦਾਂ ਵਿੱਚ ਅਤੇ ਯਰਦਨ ਦੇ ਪਾਰ ਪਹੁੰਚਿਆ ਅਤੇ ਬਹੁਤ ਲੋਕ ਉਸਦੇ ਕੋਲ ਫਿਰ ਆਣ ਕੇ ਇਕੱਠੇ ਹੋਏ ਔਰ ਉਹ ਆਪਣੇ ਦਸਤੂਰ ਅਨੁਸਾਰ ਫਿਰ ਉਹਨਾਂ ਨੂੰ ਉਪਦੇਸ਼ ਦੇਣ ਲੱਗਾ। ਫਰੀਸੀਆਂ ਨੇ ਕੋਲ ਆਣ ਕੇ ਉਸ ਨੂੰ ਪ੍ਰਤਾਉਣ ਲਈ ਪੁੱਛਿਆ, ਭਲਾ ਇਹ ਯੋਗ ਹੈ ਜੋ ਪੁਰਖ ਤੀਵੇਂ ਨੂੰ ਤਿਆਗ ਦੇਵੇ? ਹੁਣ ਯੀਸ਼ੂ ਮਸੀਹ ਪ੍ਰਚਾਰ ਕਰ ਰਿਹਾ, ਲੇਕਿਨ ਜਿਹੜੇ ਫਰੀਸੀ ਸੀਗੇ, ਭਾਈ ਬ੍ਰੈਨਮ ਨੇ ਕਿਹਾ ਫੱਕੀ ਫਰੀਸੀ ਦਾ ਮਤਲਬ ਹੁੰਦਾ ਹੈ ਐਕਟਰ, ਇਹ ਸਭ ਐਕਟਿੰਗ ਕਰਨ ਵਾਲੇ ਲੋਕ ਸੀਗੇ। ਦੂਰੋਂ ਦੇਖਦੇ ਸੀ ਲੋਕਾਂ ਨੂੰ ਆਤਮਿਕ, ਲੇਕਿਨ ਇਹ ਸਰੀਰ ਦੇ ਨਾਲ ਭਰੇ ਹੋਏ ਲੋਕ ਸੀਗੇ ਜਿਹਦੇ ਫੱਕੀ ਫਰੀਸੀ ਸੀਗੇ। ਉਸ ਸਮੇਂ ਦੇ ਜਿਹੜੇ ਪਾਸਟਰ ਸੀਗੇ, ਇਹ ਆ ਕੇ ਯੀਸ਼ੂ ਮਸੀਹ ਨੂੰ ਕਹਿ ਰਹੇ ਆ ਪਰਖਣ ਵਾਸਤੇ, ਕਹਿੰਦੇ ਯੋਗ ਹੈ ਜੋ ਪੁਰਖ ਤੀਵੀਂ ਨੂੰ ਤਿਆਗ ਦੇਵੇ? ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਮੂਸਾ ਨੇ ਤੁਹਾਨੂੰ ਕੀ ਹੁਕਮ ਦਿੱਤਾ? ਉਹ ਬੋਲੇ, ਮੂਸਾ ਨੇ ਤਾਂ ਪ੍ਰਵਾਨਗੀ ਦਿੱਤੀ ਹੈ ਜੋ ਆਦਮੀ ਤਿਆਗ ਪੱਤਰੀ ਲਿਖ ਕੇ ਤਿਆਗ ਦੇਵੇ। ਕਹਿੰਦੇ ਮੂਸਾ ਨੇ ਤਾਂ ਕਿਹਾ ਆ ਕਿ ਤੁਸੀਂ ਆਪਣੀ ਪਤਨੀ ਨੂੰ ਤਿਆਗ ਪੱਤਰੀ ਲਿਖੋ ਤੇ ਤਿਆਗ ਦਿਓ। ਯੀਸ਼ੂ ਨੇ ਉਹਨਾਂ ਨੂੰ ਆਖਿਆ, ਉਸਨੇ ਤੁਹਾਡੀ ਸਖਤ ਦਿਲੀ ਦੇ ਕਾਰਨ ਤੁਹਾਡੇ ਲਈ ਇਹ ਹੁਕਮ ਲਿਖਿਆ ਸੀ।
ਫਿਰ ਯਿਸੂ ਮਸੀਹ ਕਹਿ ਰਿਹਾ ਕਿ ਤੁਹਾਡੀ ਸਖਤ ਦਿਲੀ ਦੇ ਕਾਰਨ ਵੀ ਉਹਨੇ ਇਹ ਹੁਕਮ ਲਿਖਿਆ ਸੀਗਾ। ਪਰ ਸ੍ਰਿਸ਼ਟ ਦੇ ਮੁੱਢੋਂ ਉਸਨੇ ਉਹਨਾਂ ਨੂੰ ਨਰ ਅਤੇ ਨਾਰੀ ਬਣਾਇਆ। ਉਹ ਕਹਿੰਦੇ ਜਦੋਂ ਦੁਨੀਆ ਦੀ ਉਤਪਤ ਕੀਤੀ ਸੀ ਉਹਨੇ ਨਰ ਤੇ ਨਾਰੀ ਬਣਾਇਆ ਸੀ ਉਹਨਾਂ ਨੂੰ। ਇਸ ਕਾਰਨ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਦੋਵੇਂ ਇੱਕ ਸਰੀਰ ਹੋਣਗੇ। ਸੋ ਉਹ ਹੁਣ ਦੋ ਨਹੀਂ ਬਲਕਣ ਇੱਕੋ ਸਰੀਰ ਹਨ। ਉਪਰੰਤ ਜੋ ਕੁਝ ਪਰਮੇਸ਼ਵਰ ਨੇ ਜੋੜ ਦਿੱਤਾ ਮਨੁੱਖ ਉਸ ਨੂੰ ਅੱਡ ਨਾ ਕਰੇ। ਉਹ ਕਹਿੰਦੇ ਜੇ ਇੱਕ ਵਾਰ ਮੈਰਿਜ ਹੋ ਗਈ ਆ ਤੇ ਉਹ ਬੰਦਾ ਅੱਡ ਨਹੀਂ ਹੋ ਸਕਦਾ, ਉਹ ਭੈਣ ਭਾਈ ਅੱਡ ਨਹੀਂ ਹੋ ਸਕਦਾ। ਘਰ ਵਿੱਚ ਚੇਲਿਆਂ ਨੇ ਇਸ ਗੱਲ ਦੇ ਵਿਖੇ ਫਿਰ ਉਸ ਨੂੰ ਪੁੱਛਿਆ ਤਾਂ ਉਸਨੇ ਉਹਨਾਂ ਨੂੰ ਆਖਿਆ, ਜੇ ਕੋਈ ਆਪਣੀ ਤੀਵੀਂ ਨੂੰ ਤਿਆਗ ਦੇਵੇ ਔਰ ਦੂਈ ਨਾਲ ਵਿਆਹ ਕਰੇ ਉਹ ਉਸ ਦੇ ਵਿਰੁੱਧ ਜਨਾਹ ਕਰਦਾ ਹੈ, ਅਤੇ ਜੇ ਉਹ ਆਪਣੇ ਭਰਤਾ ਨੂੰ ਤਿਆਗ ਦੇਵੇ ਅਤੇ ਦੂਜੇ ਨਾਲ ਵਿਆਹ ਕਰੇ ਤਾਂ ਉਹ ਜਨਾਹ ਕਰਦੀ ਹੈ। ਹੁਣ ਕਹਿੰਦੇ ਜਨਾਹ ਕਰਦੀ ਹੈ। ਹੁਣ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਜਿਹੜੇ ਲੋਕਾਂ ਦੇ ਵਿੱਚ ਹੁਣ ਬਾਈਬਲ ਬਿਆਨ ਕਰਦੀ ਜਿਹਦੀ ਇੱਕ ਵਾਰ ਮੈਰਿਜ ਹੋ ਗਈ ਉਹ ਤਲਾਕ ਨਹੀਂ ਦੇ ਸਕਦਾ ਇੱਕ ਦੂਜੇ ਨੂੰ, ਉਹਨਾਂ ਨੂੰ ਇਕੱਠੇ ਰਹਿਣਾ ਪੈਣਾ, ਆਪਸ਼ਨ ਨਹੀਂ ਹੈਗਾ। ਜਿਹਨੂੰ ਖੁਦਾ ਨੇ ਜੋੜਿਆ ਉਹਨੂੰ ਕੋਈ ਅੱਡ ਨਹੀਂ ਕਰ ਸਕਦਾ। ਲੇਕਿਨ ਅੱਜ ਕੀ ਹੋ ਰਿਹਾ ਆ? ਅੱਜ ਤਲਾਕ ਹੋ ਰਹੇ ਆ। ਅੱਜ ਜਿਹੜੇ ਲੋਕ ਆਪਣੇ ਆਪ ਨੂੰ ਆਤਮਿਕ ਕਹਿੰਦੇ ਜੇ ਅਸੀਂ ਬਹੁਤ ਆਤਮਿਕ ਆ, ਸਾਡੇ ਤੋਂ ਵੱਧ ਕੋਈ ਆਤਮਿਕ ਨਹੀਂ ਆ, ਉਹ ਲੋਕ 2-2 3-3 ਵਿਆਹ ਕਰਾ ਰਹੇ ਆ। ਕਿਉਂ? ਇਹਦਾ ਮਤਲਬ ਗੜਬੜੀ ਆ, ਨੀਂਹ ਖਰਾਬ ਆ, ਨੀਂਹ ਮਜ਼ਬੂਤੀ ਹੈ ਨਹੀਂ ਗੀ। ਜੇ ਇੱਕ ਆਤਮਿਕ ਭਾਈ ਇੱਕ ਆਤਮਿਕ ਭੈਣ ਦੇ ਨਾਲ ਮੈਰਿਜ ਕਰਾਵੇ ਤਾਂ ਤਲਾਕ ਹੋ ਹੀ ਨਹੀਂ ਸਕਦਾ। ਹੁਣ ਗੱਲ ਨੀਂਹ ਤੇ ਹੋ ਰਹੀ ਆ ਤੇ ਮੈਂ ਤੁਹਾਡੇ ਨਾਲ ਗੱਲ ਨੀਂਹ ਦੀ ਕਰ ਰਿਹਾ। ਫਿਰ ਜਿਹੜੇ ਬੱਚੇ ਪੈਦਾ ਹੋ ਰਹੇ ਆ ਉਹ ਵਚਨ ਤੋਂ ਬਾਹਰ ਕਿਉਂ ਜਾ ਰਹੇ? ਜੇ ਤੁਸੀਂ ਦੋਨੋਂ ਆਤਮਿਕ ਸੀਗੇ, ਜੇ ਹਸਬੈਂਡ ਵਾਈਫ ਆਤਮਿਕ ਆ ਤੇ ਬੱਚੇ ਵੀ ਤਾਂ ਆਤਮਿਕ ਹੀ ਪੈਦਾ ਹੋਣਗੇ। ਵਚਨ ਦੇ ਵਿੱਚੋਂ ਵਚਨ ਹੀ ਬਾਹਰ ਆਣਾ ਆ। ਤੇ ਫਿਰ ਕਿੱਦਾਂ ਬੱਚੇ ਵਚਨ ਤੋਂ ਬਾਹਰ ਜਿਹੜੇ ਤਲਾਕ ਹੋ ਰਹੇ ਆ, ਗੜਬੜੀਆਂ ਪੈ ਰਹੀਆਂ ਕਿਉਂਕਿ ਨੀਂਹ ਮਜ਼ਬੂਤ ਨਹੀਂ ਹੈ। ਨਾ ਉਹਨੇ ਵਚਨ ਨੂੰ ਦੇਖਿਆ ਭੈਣ ਨੇ, ਨਾ ਭਾਈ ਨੇ ਵਚਨ ਨੂੰ ਦੇਖਿਆ। ਦੋਨਾਂ ਨੇ ਕੁਛ ਨਾ ਕੁਛ ਆਪਣਾ ਫਾਇਦਾ ਦੇਖਿਆ, ਵਿਆਹ ਕਰਵਾ ਲਿਆ। ਲੜਾਈਆਂ ਹੋ ਰਹੀਆਂ, ਝਗੜੇ ਹੋ ਰਹੇ ਆ, ਕਲੇਸ਼ ਹੋ ਰਹੇ ਆ, ਦੁੱਖਾਂ ਮੁਸੀਬਤਾਂ 'ਚ ਲੋਕਾਂ ਨੂੰ ਨਿਕਲਣਾ ਪੈ ਰਿਹਾ ਕਿਉਂਕਿ ਵਚਨ ਵੱਲ ਤਾਂ ਦੇਖਿਆ ਹੀ ਨਹੀਂ। ਦੇਖਿਆ ਕਾਹਦੇ ਵੱਲ? ਸੁੰਦਰਤਾ ਵੱਲ, ਪੈਸੇ ਵੱਲ। ਅੱਜ ਲੋਕ ਇਹੀ ਚੀਜ਼ ਕਰਕੇ ਤਾਂ ਫਸ ਰਹੇ ਆ। ਸੰਸਾਰ ਦੀ ਸੁੰਦਰਤਾ ਨੂੰ ਲੋਕ ਦੇਖ ਰਹੇ ਲੇਕਿਨ ਵਚਨ ਨੂੰ ਨਹੀਂ ਦੇਖ ਰਹੇ। ਕਿਉਂਕਿ ਵਚਨ ਕੀ ਕਰਦਾ? ਵਚਨ ਛਾਂਗਦਾ ਆ ਲੋਕਾਂ ਨੂੰ, ਕਟਾਈ ਕਰਦਾ ਲੋਕਾਂ ਦੀ, ਝਾੜਦਾ ਆ ਵਚਨ ਤੇ ਫਿੱਟ ਕਰ ਦਿੰਦਾ। ਇਹੋ ਜਿਹਾ ਫਿੱਟ ਕਰਦਾ ਫਿਰ ਬੰਦਾ ਹਿੱਲ ਨਹੀਂ ਸਕਦਾ। ਇਸ ਕਰਕੇ ਹਮੇਸ਼ਾ ਕਹੋ ਖੁਦਾਵੰਦ ਮੇਰੀ ਅਗਵਾਈ ਕਰ। ਆਪਣੇ ਆਪ ਨੂੰ ਆਤਮਿਕ ਲੈਵਲ ਦੇ ਵਿੱਚ ਲੈ ਕੇ ਆਓ, ਆਪਣੇ ਆਪ ਨੂੰ ਵਚਨ ਦੇ ਵਿੱਚ ਲੈ ਕੇ ਆਓ ਤਾਂ ਕਿ ਤੁਹਾਡੇ ਬੱਚੇ ਵੀ ਜਿਹੜੀ ਦਿੱਕਤਾਂ ਪਰੇਸ਼ਾਨੀਆਂ 'ਚ ਤੁਸੀਂ ਆਏ ਹੋ ਤੁਹਾਡੇ ਬੱਚੇ ਨਾ ਪੈਣ ਜਾ ਕੇ। ਆਪਣੇ ਆਪ ਦੇ ਗਲਤੀ ਗੁਨਾਹਾਂ ਤੋਂ ਫਿਰੋ ਤੇ ਖੁਦਾਵੰਦ ਦੇ ਵਿੱਚ ਆਓ ਤੇ ਕਹੋ ਪ੍ਰਭੂ ਜੀ ਸਾਡੀਆਂ ਨੀਹਾਂ ਨੂੰ ਮਜ਼ਬੂਤ ਕਰ। ਜੇ ਤੁਹਾਡੀ ਨੀਂਹ ਮਜ਼ਬੂਤ ਹੋ ਗਈ ਤੇ ਤੁਹਾਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ। ਦੁਨੀਆ 'ਚ ਕੀ ਹੁੰਦਾ ਨਹੀਂ ਹੁੰਦਾ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਹੈ। ਇਸ ਕਰਕੇ ਯਿਸੂ ਮਸੀਹ ਨੇ ਕਿਹਾ ਸੀਗਾ ਫੱਕੀ ਫਰੀਸੀਆਂ ਨੂੰ ਵੀ ਮੁੱਢੋਂ ਅਜਿਹਾ ਨਹੀਂ ਸੀਗਾ। ਇਹ ਸਭ ਲੋਕਾਂ ਦੇ ਮਤ ਸਿਧਾਂਤਾਂ ਕਰਕੇ ਬਣਾ ਦਿੱਤਾ ਗਿਆ, ਲੇਕਿਨ ਮੁੱਢੋਂ ਅਜਿਹਾ ਨਹੀਂ। ਲੇਕਿਨ ਜਿਹੜੇ ਖੁਦਾ ਦੇ ਪਾਕ ਪਵਿੱਤਰ ਲੋਕ ਆ ਇੱਕੋ ਹੀ ਵਿਆਹ ਕਰਾਉਂਦੇ, ਦੋ ਵਿਆਹ ਨਹੀਂ ਕਰਾਉਂਦੇ, ਨਾ ਉਹਨਾਂ ਨੂੰ ਲਾਉਣਾ ਕਰਾਉਣਾ। ਕਿਉਂਕਿ ਜਿਹਨੂੰ ਖੁਦਾ ਨੇ ਜੋੜ ਦਿੱਤਾ ਉਹਨੂੰ ਕੌਣ ਅੱਡ ਕਰ ਸਕਦਾ? ਕੋਈ ਵੀ ਅੱਡ ਨਹੀਂ ਕਰ ਸਕਦਾ। ਇਸ ਕਰਕੇ ਇਹੀ ਕਹੋ ਵੀ ਪ੍ਰਭੂ ਸਾਡੀ ਫਾਊਂਡੇਸ਼ਨ, ਸਾਡੀ ਨੀਂਹ ਨੂੰ ਮਜ਼ਬੂਤ ਕਰ। ਜਿਸ ਵਚਨ ਦੇ ਵਿੱਚ ਚੱਲਣਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐਂਡ ਟਾਈਮ ਮੈਸੇਜ ਦੀ ਸੇਵਕਾਈ ਇਹੋ ਜਿਹੀ ਸੇਵਕਾਈ ਆ। ਇਸ ਸੇਵਕਾਈ ਦੇ ਵਿੱਚ ਉਹੀ ਭੈਣ ਭਾਈ ਚੱਲ ਸਕਦਾ ਜਿਹਦੀ ਨੀਂਹ ਮਜ਼ਬੂਤ ਆ। ਇੱਥੇ ਉਹ ਬੰਦਾ ਨਹੀਂ ਚਾਹੀਦਾ ਵੀ ਜਿਹਦੇ ਨਟ ਬੋਲਟ ਢਿੱਲੇ ਹੋਣ, ਮਾੜਾ ਜਿਹਾ ਪਾਣੀ ਦਾ ਝਟਕਾ ਆਇਆ ਤਾਂ ਨਟ ਖੁੱਲ ਗਿਆ ਜੀ, ਪੁੱਲ ਹੋ ਗਿਆ। ਹੁਣ ਇੱਕ ਵਾਰ ਇੱਕ ਜਗ੍ਹਾ ਦੇ ਵਿੱਚ ਕੀ ਹੋਇਆ, ਪੁੱਲ ਬਣਾ ਲਿਆ ਜਾ ਰਿਹਾ ਸੀਗਾ। ਇੱਕ ਜਗ੍ਹਾ ਤੇ ਪੁੱਲ ਬਣ ਰਿਹਾ ਸੀਗਾ ਤੇ ਕੀ ਹੁੰਦਾ ਜਦੋਂ ਉਸ ਜਗ੍ਹਾ ਦੇ ਵਿੱਚ ਦਰਿਆ ਵਿੱਚ ਪੁੱਲ ਬਣਦਾ ਸੀ ਤੇ ਪੁੱਲ ਡਿੱਗ ਜਾਂਦਾ ਸੀਗਾ। ਤੇ ਇੱਕ ਵਾਰ ਇੱਕ ਮਨੁੱਖ ਆਇਆ ਤੇ ਉਹ ਕਹਿੰਦਾ ਵੀ ਮੈਂ ਇਸ ਪੁੱਲ ਨੂੰ ਬਣਾਉਂਗਾ। ਜਿਹਨੇ ਆਰਡਰ ਦਿੱਤਾ ਸੀ ਵੀ ਤੁਸੀਂ ਇਸ ਨਦੀ ਤੇ ਪੁੱਲ ਬਣਾਉਣਾ ਆ, ਉਹਨੇ ਕਿਹਾ ਜੀ ਮੈਂ ਪੁੱਲ ਬਣਾਉਂਗਾ। ਉਹ ਸਾਈਨ ਕਰਕੇ ਚਲਾ ਗਿਆ, ਕਹਿੰਦਾ ਜੀ ਮੈਂ ਪੁੱਲ ਬਣਾਉਂਗਾ। ਲੋਕੀ ਉਹਦੇ ਕੋਲ ਆਏ, ਕਹਿੰਦੇ ਤੇਰਾ ਬੜਾ ਨਾਮ ਆ, ਤੂੰ ਇਸ ਪੁੱਲ ਨੂੰ ਨਾ ਬਣਾ ਕਿਉਂਕਿ ਪਾਣੀ ਦਾ ਜਿਹੜਾ ਬਹਾਵ ਆ ਬੜਾ ਤੇਜ਼ ਆ, ਤੂੰ ਪੁੱਲ ਬਣਾਏਗਾ ਡਿੱਗ ਜੂ, ਤੇਰਾ ਨਾਮ ਖਰਾਬ ਹੋ ਜਾਊਗਾ। ਉਹ ਕਹਿੰਦੇ ਨਹੀਂ, ਮੈਂ ਕਿਸੇ ਵੀ ਕੀਮਤ ਦੇ ਵਿੱਚ ਇਸ ਪੁੱਲ ਨੂੰ ਬਣਾਉਂਗਾ। ਉਹਨੇ ਕੀ ਕਿਹਾ? ਉਹਨੇ ਆਪਣੇ ਲੋਕਾਂ ਨੂੰ ਕਿਹਾ, ਕਹਿੰਦਾ ਜਾਓ ਪੁੱਲ ਬਣਾਓ। ਕਹਿੰਦਾ ਡੰਗਿਆਈ ਦੇ ਵਿੱਚ ਲੈ ਜਾਓ ਸਮਾਨ ਨੂੰ, ਡੰਗਿਆਈ ਦੇ ਵਿੱਚ ਲੈ ਕੇ ਪਿੱਲਰ ਬਣਾਓ, ਪੂਰਾ ਡੂੰਘਾ ਖੋਲ ਕੇ ਪਿੱਲਰ ਬਣਾਓ। ਨਟ ਇਹੋ ਜਿਹੇ ਲਗਾਣੇ ਆ ਜਿਹੜੇ ਨਟ ਢਿੱਲੇ ਨਾ ਪੈਣ, ਬੜੀ ਮਜ਼ਬੂਤੀ ਵਾਲੇ ਨਟ ਲਾਣੇ। ਜੇ ਕੋਈ ਕੱਸਦੇ ਨਟ ਢਿੱਲਾ ਪੈ ਜਾਵੇ ਜਾਂ ਟੁੱਟ ਜਾਵੇ ਉਹਨੂੰ ਚੱਕ ਕੇ ਬਾਹਰ ਸਿੱਟ ਦੇ। ਇਹੋ ਜਿਹਾ ਮਜ਼ਬੂਤੀ ਵਾਲਾ ਪੁੱਲ ਬਣਾਓ ਵੀ ਪੂਰਾ ਪਰਫੈਕਟ ਹੋਵੇ A ਤੋਂ ਲੈ ਕੇ Z ਤੱਕ। ਫਿਰ ਕੀ ਹੋਇਆ? ਉਸ ਮਨੁੱਖ ਨੇ ਪੁੱਲ ਬਣਾਇਆ। ਉਹਨੇ ਪੁੱਲ ਬਣਾਇਆ, ਬਹੁਤ ਸਮਾਂ ਲੱਗਿਆ ਉਹਨੇ ਪੁੱਲ ਬਣਾਇਆ।
ठीक है, पुल बनाया, पुल तैयार हो गया, सब लोगों ने उन्होंने बधाई दी, सब ने बधाई दी। हुण पुल बनाने वाला मनुख है कौन सीगा? ये पुल बनाने वाला मनुख साडा प्रभु यीशु मसीह है। तुहानूं पता यीशु मसीह ने एक पुल बनाया है, ते फिट पता किहनां नूं कीता है? नट बोल्ट कौन आ, मटीरियल कौन आ? वो लोग तुसीं ते मैं आ मटीरियल। अज उन्हें एक रास्ता तैयार किया है, उन्हें एक पुल बनाया है, उन्हें अपनी जान दी है, अपना लहू बहाया है। इस पानी के उपर, ये संसार एक पानी आ, इस पानी के उपर एक उन्हें पुल बना दिता। कहते तुसीं इहदे ते खड़ना है, ये पानी के उपर पुल बनाता। उन्हें इहो जिहे नट बोल्ट फिल्ड कीते जिहड़े टुटण भी ओहदी इंसल्ट ना होवे। तुहानूं पता संदेश दे विच ओही लोग चल सकदे जिहड़े बड़े मजबूत लोग आ, ते ओह लोकां दी लाइन नहीं आ भी जिहड़े कहण जी हाँ जी यीशु मसीह नाम च बसमा लै लिया, हुण की करिए, चर्च तां जाने आ। वचन नूं किहने पूरा करना है? वचन नूं तां सानूं ही पूरा करना पेगा, कोई दूजा मनुख वचन नूं नहीं पूरा करेगा। जे तुसीं वचन नूं जाणदे, वचन नूं तुसीं पूरा करना। हुण प्रभु ने पुल बनाता, तुहानूं फिट कर दिता, हुण तुहानूं पता तुसीं उपर जा सकदे हो, क्योंकि रास्ता यीशु मसीह ने तैयार करता। स्वर्ग दे विच कोई जा नहीं सी सकदा, उस स्थान दे विच कोई जा नहीं सकदा सी, क्योंकि पानी दा बहाव इन्ना तेज है, लोकां नूं डोबी जांदा, डोबी जांदा। इन्ना बहाव तेज है, संसार एक पानी है। इस करके प्रकाश की पोथी दे विच लिखिआ वड्डी वैश्या वो कंजरी पानियां ते बैठी हुई है, पानियां ते बैठी है। मिशना जथेबंदियां दी गल हो रही है, रोमन कैथलिक चर्च की गल हो रही है। वो वड्डी वैश्या कोई होर नहीं, रोमन कैथलिक चर्च आ, जिन्हें पूरे डिनोमिनेशन चर्चा को अपने अंडर किया होया। ते जेड़े उस पानी विच जाणगे तां डुबणगे, लेकिन खुदावंद ने एक रास्ता तैयार किया। उन्हें क्या, जो मैं जावांगा, करार किया होया पवित्र आत्मा आवेगा ते तुहानूं मेरियां कईयां होईयां गल्लां सिखावेगा। जो पवित्र आत्मा आया 120 की जमात ते ओदियां कईयां होईयां गल्लां सिखाईयां, ते पतरस ने क्या, वो कहंदे हुण असीं की करिए? पतरस कहंदा अपने अपने गुनाह पापां दी माफी दे लई प्रभु यीशु मसीह दे नाम च बसमा लो, तां पवित्र आत्मा दा दान पाओगे। हुण तुहानूं पता राह तैयार हो गया, जाण दा राह तैयार हो गया, पानी दे उपर पुल बनया होया आ। ਉਹ ਪੁੱਲ ਪ੍ਰਭੂ ਯੀਸ਼ੂ ਮਸੀਹ ਆ। ਉਹ ਕਹਿੰਦਾ ਤੁਸੀਂ ਮੇਰੇ ਵਿੱਚੋਂ ਹੋ ਕੇ ਖੁਦਾ ਦੇ ਰਾਹ 'ਚ ਜਾ ਸਕਦੇ, ਕੋਈ ਹੋਰ ਰਸਤਾ ਨਹੀਂ ਹੈ, ਕੋਈ ਖਿੜਕੀ ਨਹੀਂ ਆ ਵੀ ਤੁਸੀਂ ਕਹੋਗੇ ਦਰਵਾਜ਼ੇ ਥਾਣੀ ਖਿੜਕੀ ਥਾਣੀ ਆ ਜਾਾਂਗੇ, ਇਹ ਉਹ ਨਹੀਂ ਆ। ਜੇ ਯੀਸ਼ੂ ਮਸੀਹ ਨੇ ਕਿਹਾ ਦਰਵਾਜ਼ਾ ਮੈਂ ਆ, ਤੇ ਯੀਸ਼ੂ ਮਸੀਹ ਦੇ ਵਿੱਚੋਂ ਹੋ ਕੇ ਹੀ ਜਾਣਾ ਪੈਣਾ। ਯੀਸ਼ੂ ਮਸੀਹ ਖੜਾ ਆ, ਉਹ ਆਵਾਜ਼ ਮਾਰ ਰਿਹਾ, ਉਹ ਕਹਿੰਦਾ ਮੇਰੇ ਬੇਟੇ ਮੇਰੀ ਬੇਟੀ ਆਪਣੀ ਗਲਤੀ ਗੁਨਾਹ ਨੂੰ ਛੱਡ ਤੇ ਮੇਰੇ ਕੋਲ ਆ ਜਾ, ਮੈਂ ਤੇਰੀ ਨੀਂਹ ਮਜ਼ਬੂਤ ਕਰਨ ਜਾ ਰਿਹਾ। ਉਹ ਤੁਹਾਡੀ ਨੀਹਾਂ ਨੂੰ ਮਜ਼ਬੂਤ ਕਰੇਗਾ, ਲੇਕਿਨ ਤੁਹਾਨੂੰ वचन के अनुसार जीना पैना है। इस करके उन्हें क्या, तुसी किश्ती विच रहो हमेशा। किश्ती का मतलब तुसी हमेशा वचन के दायरे विच रहो। जे तुसी किश्ती छड्ड के चले जाओगे तो दिक्कत च खड़े हो जाओगे। नूह नूं क्या सी किश्ती विच जाना, ते नूह बाहर नहीं निकलिया जिद तक पानी थल्ले नहीं चला गया जमीन दे विच। ਜਦੋਂ तक ਉਹਦੀ किश्ती किसी जगह सुकी भूमि ते टिक नहीं गई, वो बाहर नहीं आया, वो किश्ती विच ही रहा। जे खुदावंद तुहानूं कहंदा तुसी वचन की किश्ती 'च रहना आ, ते वचन की किश्ती विच रहो। तुहानूं वचन की किश्ती विच सब चीज़ां मिलणगीਆਂ। कि नूह नूं सब कुछ नहीं सी मिलदा हुंदा। नूह ने भी तो इन्ना समा किश्ती 'च गुजारिया, उहनूं भी खाना पानी सब कुछ मिल ही रहा सीगा, ਉਹਦੀ परवरिश खुदा कर रहा सीगा। ਇਹ ਤਾਂ ਨਹੀਂ ਵੀ ਉਹ ਪਾਣੀ ਦੇ ਵਿੱਚੋਂ ਬਾਹਰ ਛਾਲ ਮਾਰ ਦਿੰਦਾ, ਕਹਿੰਦਾ ਜੀ ਮੈਂ ਮੱਛੀਆਂ ਫੜ ਕੇ ਲਿਆਣਾ ਪ੍ਰਭੂ ਮੈਨੂੰ ਤਾਂ ਲੱਗੀ ਹੈ ਭੁੱਖ। ਇਦਾਂ ਨਹੀਂ ਉਹਨੇ ਕਿਹਾ, ਜੋ ਕੁਝ ਸੀਗਾ ਸਭ ਮੁਹੱਈਆ ਉਹਨੂੰ ਕਿਸ਼ਤੀ ਵਿੱਚ ਖੁਦਾ ਨੇ ਕੀਤਾ। ਸਭ ਕੁਝ ਪਹਿਲੇ ਹੀ ਮੁਹੱਈਆ ਕਰਕੇ ਰੱਖਿਆ ਸੀ ਖੁਦਾ ਨੇ। ਜੇ ਤੁਸੀਂ ਵੀ ਵਚਨ ਦੀ ਕਿਸ਼ਤੀ ਵਿੱਚ ਰਹੋਗੇ ਤੇ ਖੁਦਾਵੰਦ ਤੁਹਾਨੂੰ ਵਚਨ ਦੇ ਵਿੱਚ ਹੀ ਸਭ ਕੁਝ ਦਊਗਾ, ਆਪਣੀ ਕਿਸ਼ਤੀ ਵਿੱਚ ਹੀ ਸਭ ਕੁਝ ਦਊਗਾ। ਤੁਹਾਨੂੰ ਸੰਸਾਰ ਵਿੱਚ ਜਾਣ ਦੀ ਲੋੜ ਨਹੀਂ, ਕਿਉਂਕਿ ਬਹੁਤ ਮਨੁੱਖ ਕਹਿੰਦੇ ਜੀ ਅਸੀਂ ਚੱਲੇ ਜੀ ਬਾਹਰ ਦਾ ਨਜ਼ਾਰਾ ਲੈ ਲਈਏ। लेकिन तुहानूं दसना इस संसार दे विच किश्ती विच रहोगे तो सेफ्टी है। जे बाहर जाओगे पानी विच सप बिच्छू भी आ, मगरमच्छ भी आ, वेल मच्छियां भी आ, बहुत कुछ है, तुहानूं कुछ भी निगाह सकदा। कहण दा मतलब संसार विच पाप आ, शैतान आ, वो तुहानूं वचन चों डेग सकदा शैतान। इस करके वचन दे दायरे विच रहो हमेशा। हमेशा कहो खुदावंद मेरी नींह मजबूत कर। मैं कदे खुदा नूं नहीं कहा कि प्रभु मैनूं बहुत पैसा दे दे। मैं हमेशा ये कहा खुदा नूं, प्रभु तू मैनूं सेवकाई दे विच खड़ा कीता, मेरी नीहां नूं मजबूत कर, ताकि किसी भी कंडीशन दे विच मैं डोला ना। किसी भी कंडीशन च मेरे ऊपर तंगियां मुसीबतां बहुत मेरे ते दिक्कतां परेशानियां, लेकिन मैनूं खुदा ने डोलण नहीं दिता, क्योंकि उहने इन्नी क मजबूत मेरी नींह बनाई आ, कोई दुनिया की शक्ति हिला नहीं सकती। जिहदी नींह मजबूत आ उहनूं कोई नहीं हिला सकदा। तुसीं देखो अयूब बारे कदे घर जाके बाइबल 'च पढ़िओ, जिहड़ा अयूब सीगा, अयूब दे उपर किन्नियां दिक्कतां आईयां। तुसीं देखो
कोई बंदा बर्दाश्त कर सकता है भी ਉਹਦਾ घर चला जाए, ਉਹਦੇ डंगर मार जाण बर्दाश्त, लेकिन ਉਹਦੇ बच्चे मार जाण कोई बंदा ये नहीं बर्दाश्त कर सकता। लेकिन नूह ਉਹਨੇ ਕੀ किया, अयूब ने की किया, वो कहता खुदा ने दिता, खुदा ने ले लिया, खुदा का नाम मुबारक हो। कितनी मजबूत नींह सी, जेड़ा फिर विश्वास करके बैठा है, उन्हें एक भी शब्द खुदा के खिलाफ नहीं बोलिया। ये भी तो लोग सी साडे वर्गे, ते नींह मजबूत किने कीती है, वचन ने नींह मजबूत कीती सी, वचन अंदर सीगा ओदे, कितनी मजबूत सी ओदी नींह। दानियल शेरां दे घुरने च एवें नहीं चला गया। अज कोई किसी कुत्ते सामने खड़ा कर दो या किसी कोई जंगली जानवर सामने किसी बंदे को खड़ा कर दो, कहना नहीं नहीं मैनू कट लेना है, लेकिन ਉਹਦੇ अंदर की सीगा, वचन सीगा, ਉਹਦੀ नींह इतनी मजबूत सी, वो शेरां दे घोरने ने चला गया। शरदक मेशक अबदनगो अग दी भट्ठी विच चले गए, ਉਹ नहीं मौत तो डरे। इस करके जिन्हां दी नीहां मजबूत आ ਉਹਨਾਂ ਨੂੰ ਕੋਈ ਹਿਲਾ नहीं सकदा, जिन्हां दी नीहां मजबूत आ। ਤੁਹਾਨੂੰ पता पतरस ਨੂੰ जेल 'ਚ पाया गया, ठीक है ना, पौलुस ਉਹਨਾਂ ਨੂੰ ਜੇਲ੍ਹਾਂ 'ਚ ਪਾਇਆ ਗਿਆ, ਚੇਲਿਆਂ ਨੂੰ ਜੇਲ੍ਹਾਂ ਵਿੱਚ ਪਾਇਆ ਗਿਆ, ਜੇਲ੍ਹਾਂ ਹਿੱਲ ਗਈਆਂ। ਉਹਨਾਂ ਨੇ ਨਹੀਂ ਕਿਹਾ ਪ੍ਰਭੂ ਸਾਨੂੰ ਡਰ ਲੱਗ ਰਿਹਾ, ਸਾਨੂੰ ਸੰਗਲਾਂ ਨਾਲ ਬੰਨਿਆ ਆ। ਉਹ ਪ੍ਰਭੂ ਦੀ ਉਪਾਸਨਾ ਕਰਦੇ ਰਹੇ ਖੁਦਾ ਦੇ ਲੋਕ, ਤੇ ਖੁਦਾਵੰਦ ਉਹਨਾਂ ਨੂੰ ਛੁਡਾ ਕੇ ਲੈ ਜਾਂਦਾ ਸੀਗਾ। ਇਹ ਹੁੰਦੀ ਨੀਂਹ ਮਜ਼ਬੂਤੀ ਵਾਲੀ ਗੱਲ। ਇਸ ਕਰਕੇ ਜੇ ਤੁਸੀਂ ਵਚਨ 'ਚ ਚੱਲਣਾ, ਜੇ ਲੋਕੀ ਚਰਚ ਜਾਂਦੇ ਲੇਕਿਨ ਲੋਕਾਂ ਨੂੰ ਚਰਚ 'ਚ ਜਾਈ ਜਾਂਦੇ ਆ, ਕਈ ਸਾਲ ਨਿਕਲ ਜਾਂਦੇ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ, ਉਹਨਾਂ ਨੇ ਕਦੇ ਆਪਣੀ ਨੀਂਹ ਵੱਲ ਨਹੀਂ ਦੇਖਿਆ, ਸਾਡੀ ਤਾਂ ਨੀਂਹ ਮਜ਼ਬੂਤ ਨਹੀਂ ਹੈਗੀ। एक छोटा जिहा झटका बहुत बड़े झटके की गल तां लगा, छोटा जिहा झटका आंदा विश्वासी हो गया। लेकिन मैं तुहानूं दसना चाहना, विश्वासी नहीं हुंदा बंदा जिहड़ा बंदा गिर जावे, विश्वासी नूं कोई हिला नहीं सकदा। तुहानूं पता विश्वासी कौन सी? शरदक मेशक अबदनगो, भाई ब्रैनम ने कहा तीनों विश्वासी सी, ते दानियल उस युग दा नबी सीगा। विश्वासी वो हुंदा जिहड़ा कवे मौत तेरा डंग किथे चला गया, कर ला जो करना, मुसीबतां बीमारियों जो करना करो, मैं खड़ा है अपने यहोवा दे नाम दे विच। इहनूं कहंदे आ फाउंडेशन वाला व्यक्ति, नीहां वाला व्यक्ति, जिहदी नींह इन्नी क मजबूत आ, ओनूं कोई परवाह नहीं है संसार दी। इस करके अपनी नीहां मजबूत करो, नहीं तो कुछ नहीं मिलना, कुछ भी नहीं मिलना। ये समा भी निकली जाना है, उम्र भी वधिया जानी है, जवानी तो बुढ़ापा भी आ जाना, फिर उत्थे उत्थे बैठे रहना, फिर सोचा सोची जानी है भी प्रभु काश तेरे विच चल लेने, लेकिन अज मौका हैगा। तुहानूं पता जदों अमीर मनुख नरक दे विच गया, वो चीका मारदा सीगा, तड़फ रहा सीगा। कदे महसूस करो कि कितना लोग अज नरक दे विच तड़फ रहे हैं, दुष्ट आत्मे तड़फ रहे नरक च। वो कहंदे एक मौका, हुण कोई मौका नहीं। लेकिन जिहड़ा गरीब सीगा लाजर, ਉਹਦੀ नींह मजबूत सीगी, ਉਹਨੇ पैसे वाल नहीं देखिया, खुदा दी महिमा करदा रह गया, ते इब्राहिम दी गोद विच गया, खुदा दे घर दे विच गया, ते किदां प्रभु ने ਉਹਨੂੰ ਆਪਣੇ ਨਾਲ ਉਹ इब्राहिम ਦੇ ਨਾਲ घुमदा सीगा। ते ਜਿਹੜਾ अमीर मनुख सी ਉਹ ਕੀ ਕਹਿ ਰਿਹਾ ਸੀਗਾ, ਕਹਿੰਦਾ ਮੈਨੂੰ ਪਾਣੀ ਦਾ ਤੁਪਕਾ ਕਹਿੰਦਾ ਉਂਗਲ ਤੇ ਲਾ ਕੇ ਮੇਰੀ ਜੀਭ ਤੇ ਲਾ ਦਿਓ। ਹੁਣ ਗਰਮੀਆਂ ਆਉਣ ਵਾਲੀਆਂ ਆ, ਲੋਕਾਂ ਨੇ ਕਹਿਣਾ ਜੀ ਗਰਮੀ ਬਹੁਤ ਹੋ ਗਈ ਆ, चर्च छेती लग जाए तो छेती बंद हो जाए, गर्मी ज्यादा हो गई है। लेकिन देखो जो तुहानूं धरती ते गर्मी लगी जाती आ, ते ओह नरक दे विच जिथे अग बल रही आ, गंधक आ जिस स्थान दे विच, उत्थे की हाल होऊगा? जिहड़े उस स्थान 'च इस समय बैठे आ लोग, क्यों बैठे आ? यही वजह तो बैठे आ, उन्होंने खुदा दे खालस वचन की जगह संसार नूं पहल दे दित्ती, रीति रिवाजां नूं पहल दे दित्ती, भोग विलासां नूं पहल दे दित्ती। वो लोग कित्थे अज बैठे आ? वो लोग नरक दे विच इनाम पा रहे हैं, क्योंकि प्रभु ने कहना इनाम दिता मैं उन्होंने, फल दिता, प्रभु फल दिता, हर किसी इनाम दिंदा है, जिद्दां जिसदा काम उदां दा ओनू इनाम। जिन्हें काम करने उपर जाण दे ओदली संघासन, जिन्हें काम करने धरती दे शरीरक, ओदे वास्ते नरक। ते नरक विच ओही बंदा जाऊगा जिहदे नट बोल्ट ढिले आ, जिहड़ा बंदा दोगला आ, ना प्रभु दा, ना धरती दा, ना शैतान दा। इस करके तुसी इहो जिहा काम करना भी प्रभु असीं तेरे नाम च फ्री आ, साडे पूरे नट बोल्ट असीं खोलदे आ तेरे नाम च, खुदावंद तेरे कम्मां दे लई। ओहदे कम्मां च अगे वधो, ਜਦੋਂ ਦੇ ਕੰਮ ਹੁੰਦੇ ਆ ਦਾਨ ਦਸ਼ਮਾਂਸ਼ਾਂ 'ਚ ਅੱਗੇ ਵਧੋ, ਹਰ ਚੀਜ਼ ਦੇ ਵਿੱਚ ਅੱਗੇ ਵਧੋ ਵੀ ਖੁਦਾਵੰਦ ਸਾਡੇ ਘਰ ਦਾ ਕੰਮ ਜ਼ਰੂਰੀ ਨਹੀਂ ਆ, ਅਸੀਂ ਤੈਨੂੰ ਤੇਰੇ ਕੰਮਾਂ ਲਈ ਦਾਨ ਦੇ ਰਹੇ ਆ। ਪ੍ਰਭੂ ਤੇਰਾ ਕੰਮ ਪਹਿਲਾਂ ਪੂਰਾ ਹੋਵੇ। ਜੇ ਤੁਸੀਂ ਖੁਦਾ ਨੂੰ ਪਹਿਲ ਦੋਗੇ, ਕਿਤੇ ਹੋ ਸਕਦਾ ਵੀ ਤੁਸੀਂ ਖੁਦਾ ਨੂੰ ਪਹਿਲ ਦਿੰਦੇ ਹੋਵੇ ਤੇ ਖੁਦਾ ਤੁਹਾਨੂੰ ਪਹਿਲ ਨਾ ਦੇਵੇ, ਫਿਰ ਉਹਨੂੰ ਜਿਉਂਦਾ ਖੁਦਾ ਕੋਈ ਨਹੀਂ ਕਹੂਗਾ। ਉਹਨੂੰ ਜਿਉਂਦਾ ਖੁਦਾ ਇਸੇ ਕਰਕੇ ਕਿਹਾ ਜਾਂਦਾ, ਜੇ ਉਹਨੂੰ ਕੋਈ
ਇੱਕ ਕਦਮ ਉਹਦੇ ਵੱਲ ਵੱਧਦਾ, 2 ਕਦਮ ਵੱਧ ਕੇ ਆਉਂਦਾ ਹੈ। ਉਹ ਕਹਿੰਦਾ ਮੇਰੇ ਧੀ, ਮੇਰੇ ਪੁੱਤਰ, ਤੂੰ ਆ ਗਿਆ ਨਹੀਂ ਬਹੁਤਾ। ਉਜਾੜੂ ਪੁੱਤਰ ਜਦੋਂ ਆਪਣੇ ਪਿਤਾ ਦੇ ਘਰ ਦੇ ਵਿੱਚ ਆਇਆ, ਸਭ ਕੁਝ ਉਜਾੜ ਕੇ ਆ ਗਿਆ, ਤੇ ਕੀ ਹੋਇਆ? ਉਹਦੇ ਪਿਤਾ ਨੇ ਕਿਹਾ, ਜਾਓ ਪਲਿਆ ਹੋਇਆ ਵਛੜਾ ਵੱਢ ਕੇ ਲਿਆਓ, ਮੇਰਾ ਪੁੱਤਰ ਆਇਆ। ਅੱਜ ਵੀ ਖੁਦਾਵੰਦ ਕਹਿੰਦਾ, ਮੇਰੀ ਬੇਟੀ, ਮੇਰੇ ਬੇਟੇ, ਤੂੰ ਪਾਪ ਦੇ ਵਿੱਚੋਂ ਆਇਆ, ਮੈਂ ਤੇਰਾ ਸਵਾਗਤ ਫਿਰ ਕਰੂੰਗਾ। ਖੁਦਾਵੰਦ ਅੱਜ ਵੀ ਬੈਠਾ ਹੈ, ਲੇਕਿਨ ਉਹ ਕਹਿੰਦਾ ਆਪਣੀ ਨੀਹਾਂ ਮਜ਼ਬੂਤ ਕਰ ਲਓ। ਹੁਣ ਤੁਹਾਡੀ ਨੀਂਹ ਨੂੰ ਕੋਈ ਨਾ ਹਿਲਾ ਸਕੇ, ਕਿਉਂਕਿ ਬਾਰ-ਬਾਰ ਸੰਤ ਪੌਲੁਸ ਨੇ ਕਿਹਾ ਕਿ ਅਸੀਂ ਪਾਪ ਕਰੀ ਜਾਈਏ। ਜੇ ਇੱਕ ਵਾਰ ਕਿਰਪਾ ਹੋਈ ਹੈ, ਬਾਰ-ਬਾਰ ਮਾਫੀ ਨਹੀਂ ਮਿਲਦੀ। ਇੱਕ ਵਾਰੀ ਹੋਇਆ, 2 ਵਾਰੀ ਹੋਇਆ, ਜੇ ਕੋਈ ਬਾਰ-ਬਾਰ ਕੰਮ ਇਹੋ ਜਿਹੇ ਗਲਤ ਕਰਦਾ ਤੇ ਪ੍ਰਭੂ ਫਿਰ ਉਹਨੂੰ ਕਹਿੰਦਾ, ਜਦ ਤੁਰਿਆ ਫਿਰ ਹੁਣ ਤੂੰ। ਖੁਦਾਵੰਦ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਜਿਨ੍ਹਾਂ ਦੇ ਅੰਦਰ ਕੁਆਲਿਟੀ ਹੁੰਦੀ ਹੈ। ਕੁਆਲਿਟੀ ਵਾਲੇ ਬੰਦੇ ਨੂੰ ਪਸੰਦ ਕਰਦਾ, ਜਿਹਦੇ ਅੰਦਰ ਕੁਆਲਿਟੀ ਨਹੀਂ, ਜਿੱਦਾਂ ਨੂੰ ਕਿਸ ਨੇ ਲਾਇਆ ਉਦਾਂ ਨੂੰ ਤੁਰ ਗਏ, ਇਹੋ ਜਿਹੇ ਬੰਦੇ ਨੂੰ ਨਹੀਂ ਖੁਦਾ ਪਸੰਦ ਕਰਦਾ। ਉਹ ਲੋਕਾਂ ਨੂੰ ਪਸੰਦ ਕਰਦਾ ਜਿਹੜੇ ਵਧੀਆ ਮਜ਼ਬੂਤ ਨਟ ਬੋਲਟ ਮਜ਼ਬੂਤ ਆ ਜਿਨ੍ਹਾਂ ਦੇ। ਉਹ ਕਹਿੰਦੇ ਜੇ ਪ੍ਰਭੂ 'ਚ ਤੁਹਾਨੂੰ ਫਿੱਟ ਕਰ ਦਿੱਤਾ ਗਿਆ ਤੇ ਤੁਸੀਂ ਕਦੇ ਕੋਸ਼ਿਸ਼ ਨਾ ਕਰੋ ਖੁੱਲਣ ਦੀ, ਤੇ ਨਾ ਉਹ ਕਦੇ ਖੁੱਲਣ ਦੇਵੇਗਾ ਤੁਹਾਨੂੰ। ਇਸ ਕਰਕੇ ਹਮੇਸ਼ਾ ਉਹਦੇ ਵਚਨ ਦੇ ਵਿੱਚ ਚੱਲੋ। ਆਓ ਅਸੀਂ ਕੱਢਾਂਗੇ ਯਹੂਨਾ 15 ਦੀ 1। ਹੁਣ ਇਸੇ ਕਰਕੇ ਅੱਜ ਤਲਾਕ ਹੋ ਰਹੇ ਆ, ਕਿਉਂਕਿ ਜਿਹੜੀ ਚੋਣ ਕੀਤੀ ਗਈ ਉਹ ਗਲਤ ਕਰ ਲਈ ਗਈ। ਚੋਣ ਸਹੀ ਨਹੀਂ ਹੋਈ। ਜੇ ਚੋਣ ਸਹੀ ਨਹੀਂ ਹੋਈ ਤੇ ਅੱਗੇ ਜਾ ਕੇ ਬੱਚਿਆਂ ਦੀ ਸਿਸਟਮ ਵੀ ਖਰਾਬ ਹੋਣਾ ਪਿਆ, ਉਹ ਵੀ ਸਹੀ ਨਹੀਂ ਰਹਿਣਾ ਸਿਸਟਮ। ਕੱਟਾਂਗੇ ਯਹੂਨਾ 15 ਦੀ 1। ਮੈਂ ਸੱਚੀ ਅੰਗੂਰ ਦੀ ਵੇਲ ਹਾਂ ਅਤੇ ਮੇਰਾ ਪਿਤਾ ਬਾਗਵਾਨ ਹੈ। ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਅਰ ਫਲ ਨਹੀਂ ਦਿੰਦੀ, ਉਸ ਨੂੰ ਲਾਹ ਸੁੱਟਦਾ ਹੈ। ਹੁਣ ਖੁਦਾ ਦਾ ਵਚਨ ਕਹਿ ਰਿਹਾ, ਮੈਂ ਅੰਗੂਰ ਦੀ ਸੱਚੀ ਵੇਲ ਹਾਂ। ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ, ਮੇਰੇ ਵਿੱਚ ਹੈ। ਹੁਣ ਖੁਦਾ, ਲੋਕ ਕਹਿੰਦੇ ਨੇ ਪ੍ਰਭੂ ਅਸੀਂ ਤਾਂ ਤੇਰੇ ਵਿੱਚ ਚੱਲਦੇ ਹਾਂ। ਉਹ ਕਹਿੰਦੇ ਜਿਹੜੇ ਫਲ ਨਹੀਂ ਦੇ ਰਹੇ, ਕਹਿੰਦਾ ਮੈਂ ਉਹਨਾਂ ਨੂੰ ਲਾਹ ਸੁੱਟਦਾ ਹਾਂ, ਅਤੇ ਹਰੇਕ ਜੋ ਫਲ ਦਿੰਦੀ ਹੈ ਉਸ ਨੂੰ ਛਾਂਗਦਾ ਤਾਂ ਜੋ ਹੋਰ ਵੀ ਫਲ ਦੇਵੇ। ਹੁਣ ਦੇਖੋ, ਜਿਹੜਾ ਸਹੀ ਚੱਲ ਰਿਹਾ ਪ੍ਰਭੂ 'ਚ, ਪ੍ਰਭੂ ਨੂੰ ਛਾਂਗਦਾ ਆ। ਜਿਹੜਾ ਨਹੀਂ ਚੱਲਦਾ ਉਹਨੂੰ ਕਹਿੰਦਾ ਚੱਲ ਜਾ ਐਸ਼ ਕਰ ਲਾ, ਤੂੰ ਮੇਰੇ ਯੋਗ ਨਹੀਂ ਹੈਗਾ। ਲੇਕਿਨ ਜਿਹੜਾ ਸਹੀ ਚੱਲ ਰਿਹਾ ਪ੍ਰਭੂ ਦੇ ਵਿੱਚ, ਉਹਨੂੰ ਛਾਂਗ ਰਿਹਾ। ਛਾਂਗ ਦਾ ਮਤਲਬ ਆ ਵੀ ਉਹਨੂੰ ਕੱਢ ਰਿਹਾ ਆ ਦੁੱਖਾਂ ਦੀ ਭੱਠੀ ਦੇ ਵਿੱਚੋਂ, ਵੀ ਤਾਂ ਕਿ ਹੋਰ ਮਜ਼ਬੂਤ ਹੋਈ ਜਾਵੇ। ਤੁਸੀਂ ਤਾਂ ਉਸ ਵਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ ਸਾਫ਼ ਹੋ ਚੁੱਕੇ। ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ। ਜਿਸ ਪ੍ਰਕਾਰ ਟਹਿਣੀ ਜੇ ਅੰਗੂਰ ਦੀ ਵੇਲ ਵਿੱਚ ਨਾ ਰਹੇ ਆਪਣੇ ਆਪ ਫਲ ਨਹੀਂ ਦੇ ਸਕਦੀ, ਇਸੇ ਪ੍ਰਕਾਰ ਤੁਸੀਂ ਵੀ ਜੇ ਮੇਰੇ ਵਿੱਚ ਨਾ ਰਹੋ ਫਲ ਨਹੀਂ ਦੇ ਸਕਦੇ। ਦੇਖੋ ਵਚਨ ਨੂੰ ਪੜੋ, ਵਚਨ ਕਹਿ ਕੀ ਰਿਹਾ ਆ। ਉਹ ਕਹਿੰਦਾ ਜਿੱਦਾਂ ਅੰਗੂਰ ਦੀ ਵੇਲ ਉਹਦੇ ਨਾਲ ਨਾ ਰਵੇ, ਅੰਗੂਰ ਦੀ ਵੇਲ ਅੰਗੂਰ ਦੇ ਨਾਲ ਨਾ ਰਵੇ ਤੇ ਫਲ ਨਹੀਂ ਦੇ ਸਕਦੀ, ਇਸੇ ਤਰ੍ਹਾਂ ਕਹਿੰਦਾ ਤੁਸੀਂ, ਕਹਿੰਦਾ ਇਸੇ ਤਰ੍ਹਾਂ ਜੇ ਤੁਸੀਂ ਮੇਰੇ ਵਿੱਚ ਨਾ ਰਹੋ ਤਾਂ ਫਲ ਨਹੀਂ ਦੇ ਸਕਦੇ। ਹੁਣ ਫਲ ਕਿਉਂ ਨਹੀਂ ਆ ਰਹੇ? ਜੁੜੇ ਤਾਂ ਅਸੀਂ ਸੰਦੇਸ਼ ਦੇ ਨਾਲ ਆ, ਲੇਕਿਨ ਜੀਵਨ ਦੇ ਵਿੱਚ ਫਲ ਹੀ ਨਹੀਂ ਕੋਈ। ਜੀਵਨ ਦੇ ਵਿੱਚ ਕੋਈ ਬਹਾਲੀ ਨਹੀਂ ਆ। ਤੁਹਾਡੇ ਜੀਵਨ ਦਾ ਪ੍ਰਭਾਵ ਲੋਕਾਂ ਤੇ ਪੈ ਹੀ ਨਹੀਂ ਰਿਹਾ। ਉਹ ਕਹਿੰਦੇ ਇਹ ਮੈਨੂੰ ਕੀ ਸੰਦੇਸ਼ ਚ ਲਿਆਊ, ਇਹ ਤਾਂ ਖੁਦ ਹੀ ਸਹੀ ਨਹੀਂ ਹੈ। ਇਹ ਭੈਣ ਭਾਈ ਦਾ ਜੀਵਨ ਤਾਂ ਖੁਦ ਹੀ ਨਹੀਂ ਸਹੀ, ਇਹ ਮੈਨੂੰ ਕੀ ਬਚਾਊਗਾ ਜਿਹੜਾ ਖੁਦ ਭਟਕਿਆ ਫਿਰਦਾ। ਇਸ ਕਰਕੇ ਖੁਦਾ ਕਹਿੰਦਾ ਵੀ ਜਿਹੜਾ ਮੇਰੇ 'ਚ ਚੱਲਦਾ ਮੈਨੂੰ ਛਾਂਗਦਾ ਆ। ਪ੍ਰਭੂ ਛਾਂਗਦਾ ਉਸ ਭੈਣ ਭਾਈ ਨੂੰ। ਫਿਰ ਅੰਗੂਰ ਦੀ ਵੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ। ਜੋ ਮੇਰੇ ਵਿੱਚ ਰਹਿੰਦਾ ਹੈ ਮੈਂ ਉਸ ਵਿੱਚ ਬਹੁਤਾ ਫਲ ਦਿੰਦਾ ਹਾਂ, ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਹੁਣ ਇਸ ਬਾਈਬਲ ਨੂੰ ਕੋਈ, ਇਸ ਵਚਨ ਨੂੰ ਕੋਈ ਕੱਟ ਕੇ ਦਿਖਾਵੇ ਕਿੱਦਾਂ ਕੱਟਦਾ ਹੈ। ਉਹ ਕਹਿੰਦਾ ਤੁਸੀਂ ਬਹੁਤਾ ਫਲ, ਕਹਿੰਦਾ ਜਿਹੜਾ ਮੇਰੇ ਵਿੱਚ ਰਹਿੰਦਾ ਬਹੁਤਾ ਫਲ ਦਿੰਦਾ ਹੈ। ਜੋ ਮੇਰੇ ਵਿੱਚ ਨਾ ਰਹੇ ਉਹ ਟਹਿਣੀ ਦੀ ਨਿਆਈ ਬਾਹਰ ਸੁੱਟਿਆ ਜਾਂਦਾ ਹੈ ਅਤੇ ਸੁੱਕ ਜਾਂਦਾ ਹੈ। ਹੁਣ ਬਿਨਾਂ ਪ੍ਰਭੂ ਯੀਸ਼ੂ ਮਸੀਹ ਦੇ, ਬਿਨਾਂ ਉਹਦੇ ਵਚਨਾਂ ਤੋਂ ਤੁਸੀਂ ਪ੍ਰਫੁੱਲਿਤ ਨਹੀਂ ਹੋ ਸਕਦੇ। ਭਾਵੇਂ ਕੋਈ ਜਿੰਨੀਆਂ ਮਰਜ਼ੀ ਬਰਕਤਾਂ ਲੈ ਲੇ, ਗੱਡੀਆਂ ਲੈ ਲੇ, ਮੋਟਰਾਂ ਲੈ ਲੇ, ਕੋਠੀਆਂ ਬਣਾ ਲਵੇ, ਉਹਦੀ ਫਾਊਂਡੇਸ਼ਨ ਜਿਹੜੀ ਉਹਦੀ ਨੀਂਹ ਆ ਉਹ ਕਮਜ਼ੋਰ ਹੀ ਰਹਿਣੀ ਹੈ। ਕਿਉਂਕਿ ਉਹਨੇ ਰੇਤ ਦੇ ਉੱਪਰ ਆਪਣਾ ਘਰ ਬਣਾਇਆ, ਸੰਸਾਰ ਦੇ ਉੱਪਰ ਆਪਣਾ ਘਰ ਬਣਾਇਆ, ਵਚਨ ਦੇ ਉੱਪਰ ਨਹੀਂ ਘਰ ਬਣਾਇਆ। ਜੇ ਤੁਹਾਡਾ ਘਰ ਵਚਨ ਦੇ ਉੱਪਰ ਹੋਵੇ, ਤੰਗੀਆਂ ਆਣ, ਮੁਸੀਬਤਾਂ ਆਣ, ਪਰੇਸ਼ਾਨੀਆਂ, ਤੁਸੀਂ ਕਹਿਣਾ ਪ੍ਰਭੂ ਤੇਰੇ ਨਾਮ 'ਚ ਮੈਂ ਖੜਾ ਆ, ਮੈਂ ਖੜੀ ਆ, ਕਿਉਂਕਿ ਤੁਹਾਡੇ ਕੋਲ ਆਸ ਆ ਵੀ ਮੇਰਾ ਖੁਦਾ ਮੈਨੂੰ ਫਿਰ ਬਹਾਲ ਕਰ ਲਵੇਗਾ। ਲੇਕਿਨ ਸੰਸਾਰਿਕ ਲੋਕਾਂ ਦੇ ਕੋਲ ਕੋਈ ਆਸ ਨਹੀਂ ਆ। ਬਾਈਬਲ ਬਿਆਨ ਕਰਦੀ ਜੇ ਤੁਸੀਂ ਮੇਰੇ ਵਿੱਚ ਹੋ, ਤੁਸੀਂ ਸੌਂ ਵੀ ਜਾਂਦੇ ਹੋ, ਇਸ ਧਰਤੀ ਨੂੰ ਛੱਡ ਕੇ ਚਲੇ ਵੀ ਜਾਂਦੇ ਹੋ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਮੈਂ ਤੁਹਾਨੂੰ ਫਿਰ ਜਿਉਂਦਾ ਖੜਾ ਕਰ ਦਵਾਂਗਾ। ਲੇਕਿਨ ਜਿਹੜੇ ਲੋਕ ਪ੍ਰਭੂ ਦੇ ਵਿੱਚ ਹੋ ਕੇ ਨਹੀਂ ਮਰਦੇ, ਉਹਨਾਂ ਲਈ ਕੋਈ ਵੀ ਆਸ ਨਹੀਂ ਆ, ਉਹ ਲੋਕ ਖਤਮ। ਲੇਕਿਨ ਆਸ ਉਹਨਾਂ ਵਾਸਤੇ ਜਿਹੜੇ ਆਪਣਾ ਜੀਵਨ ਪ੍ਰਭੂ ਨੂੰ ਦਿੰਦੇ ਆ। ਹੁਣ ਬਾਈਬਲ ਬਿਆਨ ਕਰਦੀ ਆ
ਅਤੇ ਲੋਕ ਉਹਨਾਂ ਨੂੰ ਇਕੱਠੀਆਂ ਕਰਕੇ ਅੱਗ ਵਿੱਚ ਝੋਕਦੇ ਹਨ ਅਤੇ ਉਹ ਸਾੜੀਆਂ ਜਾਂਦੀਆਂ ਹਨ। ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਉਹ ਤੁਹਾਡੇ ਲਈ ਹੋ ਜਾਵੇਗਾ। ਇੱਥੇ ਤਾਂ ਬਾਈਬਲ ਨੇ ਤੁਹਾਨੂੰ ਇਖਤਿਆਰ ਦਿੱਤਾ ਹੋਇਆ ਹੈ, ਤੁਹਾਨੂੰ ਇਖਤਿਆਰ ਦਿੱਤਾ ਹੋਇਆ ਬਾਈਬਲ ਨੇ। ਅੱਜ ਵਿਸ਼ਵਾਸੀ ਲੋਕਾਂ ਨੂੰ ਪਤਾ ਨਹੀਂ ਵੀ ਵਿਸ਼ਵਾਸੀਆਂ ਨੂੰ ਵੀ ਇਖਤਿਆਰ ਮਿਲਿਆ ਇੱਕ। ਉਹ ਕਹਿੰਦਾ ਜੇ ਤੁਸੀਂ ਮੇਰੇ ਵਿੱਚ ਰਹੋ, ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ, ਜੋ ਮੰਗੋ ਤੁਹਾਨੂੰ ਉਹ ਮਿਲ ਜੂਗਾ। ਜੇ ਤੁਸੀਂ ਵਚਨ ਦੇ ਅਨੁਸਾਰ ਜੀਵਨ ਬਤੀਤ ਕਰ ਰਹੇ, ਤੁਸੀਂ ਹੱਕ ਦੇ ਨਾਲ ਕਹਿ ਸਕਦੇ ਹੋ ਮੇਰੇ ਪਿਤਾ ਮੈਂ ਤੇਰੇ ਕੰਮਾਂ ਦੇ ਲਈ ਆਹ ਕੰਮ ਕੀਤਾ ਹੈ, ਮੇਰੇ ਕੰਮਾਂ ਨੂੰ ਵੀ ਕਰ, ਮੇਰੇ ਤੇ ਵੀ ਦਇਆ ਕਰ, ਮੈਨੂੰ ਇਹ ਚੀਜ਼ ਦੀ ਲੋੜ ਆ, ਮੈਨੂੰ ਦੇ। ਤੁਹਾਨੂੰ ਪਤਾ ਜਦੋਂ ਕੋਈ ਬੰਦਾ ਮਜ਼ਦੂਰੀ ਕਰਦਾ, ਫੈਕਟਰੀ ਵਿੱਚ ਜਾ ਕੇ ਕਿਤੇ ਕੰਮ ਕਰਦਾ, ਉਹ ਮਾਲਕ ਨੂੰ ਕੀ ਕਹਿੰਦਾ ਜਾ ਕੇ? ਉਹ ਜਾ ਕੇ ਇਹੀ ਕਹਿੰਦਾ ਆ ਵੀ ਮੈਂ ਕੰਮ ਕੀਤਾ, ਮੈਂ ਦਿਹਾੜੀ ਲਗਾਈ ਆ, ਮੈਨੂੰ ਮੇਰਾ ਹੱਕ ਦੇ। ਤੇ ਤੁਹਾਨੂੰ ਪਤਾ ਜੇ ਤੁਸੀਂ ਖੁਦਾ ਦੇ ਵਿੱਚ ਮਿਹਨਤ ਕਰਦੇ ਹੋ ਤੇ ਪ੍ਰਭੂ ਵੀ ਤੁਹਾਨੂੰ ਤੁਹਾਡਾ ਹੱਕ ਦੇਊਗਾ, ਏਦਾਂ ਦੀ ਗੱਲ ਨਹੀਂ। ਇਸ ਕਰਕੇ ਬਾਈਬਲ 'ਚ ਲਿਖਿਆ ਹੈ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਵੇਗਾ। ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ, ਐਉਂ ਤੁਸੀਂ ਮੇਰੇ ਵਿੱਚ ਮੇਰੇ ਚੇਲੇ ਹੋਵੋਗੇ। ਕਹਿੰਦਾ ਤੁਸੀਂ ਬਹੁਤਾ ਫਲ ਦਿਓ ਤਾਂ ਤੁਸੀਂ ਮੇਰੇ ਚੇਲੇ ਹੋਵੋਗੇ। ਇਸ ਕਰਕੇ ਜੋ ਤੁਹਾਨੂੰ ਵਚਨ ਕਹਿੰਦਾ ਉਹ ਕੰਮ ਕਰੋ, ਠੀਕ ਹੈ ਨਾ। ਕਦੇ ਵੀ ਕੋਈ ਵੀ ਕੰਮ ਵਚਨ ਤੋਂ ਬਾਹਰ ਨਾ ਕਰੋ। ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਉਹ ਕਹਿੰਦਾ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਮੇਰਾ ਹੁਕਮ ਇਹ ਹੈ ਭਾਈ, ਇੱਕ ਦੂਜੇ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ। ਹੁਣ ਪਿਆਰ ਕਿਹੜਾ ਕਰਨਾ? ਪਿਆਰ ਇਹ ਨਹੀਂ ਜੇ ਤੁਹਾਡਾ ਰਿਸ਼ਤੇਦਾਰ ਮੂਰਤੀ ਪੂਜਕ ਆ, ਵਚਨ ਤੋਂ ਬਾਹਰ ਆ, ਤੇ ਉਹ ਕਹੂਗਾ ਜੀ ਤੂੰ ਆ ਜਾ ਚਰਚ ਛੱਡ ਦੇ ਅੱਜ, ਚਲ ਸਰੀਰਕ ਕੰਮ ਕਰੀਏ। ਤੁਸੀਂ ਕਹੋਗੇ ਹਾਂ ਬਈ ਮੈਂ ਤਾਂ ਵਚਨ ਨੂੰ ਪੂਰਾ ਕਰਨਾ, ਪ੍ਰਭੂ ਕਹਿੰਦਾ ਪਿਆਰ ਕਰੋ। ਇਹ ਪਿਆਰ ਨਹੀਂ ਕਰਨਾ। ਉਸ ਭੈਣ ਭਾਈ ਨੂੰ ਵਚਨ ਸਿਖਾਓ ਜਾ ਕੇ, ਉਹਨੂੰ ਕਹੋ ਵੀ ਆਹ ਵਚਨ ਕਹਿੰਦਾ ਆ ਵੀ ਮੈਂ ਵਚਨ ਨੂੰ ਪੂਰਾ ਕਰਨਾ ਆ। ਕਹਿੰਦਾ ਇਹ ਮੇਰਾ ਹੁਕਮ ਹੈ ਵੀ ਇੱਕ ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ। ਇਹ ਤੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤਰਾਂ ਦੇ ਬਦਲੇ ਦੇ ਦੇਵੇ। ਕੀਤਾ ਕਦੇ ਕਿਸਨੇ ਇਹੋ ਜਿਹਾ ਪਿਆਰ? ਜਦੋਂ ਤੰਗੀਆਂ ਮੁਸੀਬਤਾਂ ਆਉਂਦੀਆਂ ਤਾਂ ਤੁਹਾਡੇ ਸਗੇ ਸੰਬੰਧੀ ਮਾਪੇ ਵੀ ਭੱਜ ਜਾਂਦੇ ਆ। ਉਹ ਕਹਿੰਦੇ ਇਹਨਾਂ ਦਾ ਕੰਮ ਹੀ ਰੋਜ਼ ਦਾ ਹੈ, ਕਿਹੜਾ ਦਊਗਾ ਇਹਨਾਂ ਨੂੰ? ਇਹ ਤਾਂ ਰੋਜ਼ ਹੀ ਤੁਰੇ ਰਹਿੰਦੇ ਨੇ, ਸਾਨੂੰ ਆਹ ਹੋ ਗਿਆ, ਸਾਨੂੰ ਉਹ ਹੋ ਗਿਆ। ਲੇਕਿਨ ਪ੍ਰਭੂ ਕਹਿੰਦਾ ਜਿਹੜਾ ਪਿਆਰ ਮੈਂ ਤੁਹਾਨੂੰ ਕੀਤਾ, ਤੁਹਾਡੇ ਮਿੱਤਰ ਕੋਈ ਵੀ ਤੁਹਾਡਾ ਰਿਸ਼ਤੇਦਾਰ ਤੁਹਾਨੂੰ ਪਿਆਰ ਨਹੀਂ ਕਰਦਾ ਜਿਹੜਾ ਪਿਆਰ ਮੈਂ ਤੁਹਾਨੂੰ ਕੀਤਾ ਹੈ। ਇਸ ਕਰਕੇ ਪ੍ਰਭੂ ਕਹਿੰਦਾ ਤੁਹਾਡੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਹੈ। ਜੇ ਤੁਸੀਂ ਤੰਗੀਆਂ ਮੁਸੀਬਤਾਂ 'ਚ ਹੋ, ਤੁਸੀਂ ਘੁਟਨੇ ਟੇਕ ਦਿਓ ਜਾ ਕੇ ਆਪਣੇ ਕਮਰੇ 'ਚ, ਆਪਣੇ ਰੂਮ ਦੇ ਵਿੱਚ, ਆਪਣੇ ਜਿੱਥੇ ਵੀ ਤੁਸੀਂ ਸਥਾਨ 'ਚ ਰਹਿੰਦੇ, ਘੁਟਨੇ ਟੇਕੋ, ਕਹੋ ਪ੍ਰਭੂ ਯੀਸ਼ੂ ਮਸੀਹ ਮੈਂ ਤੇਰੇ ਵਿੱਚ ਚੱਲਦਾ ਆਇਆ, ਮਜ਼ਬੂਤੀ ਨਾਲ ਚੱਲਦਾ। ਜਦੋਂ ਪ੍ਰਭੂ ਦੇਖਦਾ ਵੀ ਇਹ ਤੱਕ ਚੱਲਿਆ ਹੀ ਨਹੀਂ ਕਦੇ ਭੈਣ ਭਾਈ, ਉਹ ਕਹਿੰਦਾ ਕੋਈ ਗੱਲ ਨਹੀਂ, ਥੋੜਾ ਹੋਰ ਤੁਰ ਫਿਰਦਾ ਫਿਰ ਆ ਜੀ। ਲੇਕਿਨ ਤੁਹਾਨੂੰ ਪਤਾ ਬਾਈਬਲ ਬਿਆਨ ਕਰਦੀ ਆ ਕਿਸ ਤਰ੍ਹਾਂ ਮੌਤ ਦੇ ਮੂੰਹ ਦੇ ਵਿੱਚੋਂ ਜਿਹੜਾ ਉਹਦਾ ਦਾਸ ਸੀਗਾ ਉਹਨੂੰ ਖੁਦਾ ਨੇ 15 ਸਾਲ ਹੋਰ ਵਧਾ ਦਿੱਤੇ ਸੀ ਉਹਦੇ। ਕਿਉਂ? ਕਿਉਂਕਿ ਉਹਦੀ ਫਾਊਂਡੇਸ਼ਨ ਬਹੁਤ ਮਜ਼ਬੂਤ ਸੀ, ਉਹਦੀ ਨੀਂਹ ਬੜੀ ਮਜ਼ਬੂਤ ਸੀ। ਉਹਨੇ ਖੁਦਾ ਦੇ ਅੱਗੇ ਖੜੇ ਹੋ ਕੇ ਕਿਹਾ, ਉਹ ਕਹਿੰਦਾ ਪ੍ਰਭੂ ਮੈਂ ਤੇਰੇ ਵਿੱਚ ਚੱਲਦਾ ਰਿਹਾ। ਖੁਦਾ ਕਹਿੰਦਾ ਜਾ ਤੇਰੇ 15 ਸਾਲ ਹੋਰ ਵਧਾ ਦਿੱਤੇ ਗਏ। ਕਿੱਦਾਂ ਖੁਦਾ ਆਪਣੇ ਲੋਕਾਂ ਤੇ ਦਇਆ ਕਰਦਾ ਹੈ। ਇਸ ਕਰਕੇ ਹਮੇਸ਼ਾ ਕਹੋ ਪ੍ਰਭੂ ਜੀ ਮੇਰੇ ਤੇ ਦਇਆ ਕਰ, ਮੇਰੀ ਫਾਊਂਡੇਸ਼ਨ, ਮੇਰੀ ਨੀਂਹ ਨੂੰ ਮਜ਼ਬੂਤ ਕਰ। ਆਹੀ ਦਾ ਜੇ ਮਸਲਾ ਮੈਂ ਬੜੀ ਵਾਰ ਸੋਚਦਾ, ਮੈਂ ਕਿਹਾ ਪ੍ਰਭੂ ਇੰਨੇ ਸਾਲ ਹੋ ਗਏ ਲੋਕਾਂ ਨੂੰ। ਲੋਕੀ ਕਹਿੰਦੇ ਜੀ ਅਸੀਂ ਸੰਦੇਸ਼ ਪੜ੍ਹਿਆ, ਕੋਈ ਕਹਿੰਦਾ ਮੈਂ 500 ਸੰਦੇਸ਼ ਪੜ੍ਹੇ, ਕੋਈ ਕਹਿੰਦਾ 600, ਕੋਈ ਕਹਿੰਦਾ ਮੈਂ 4-4 ਵਾਰ ਬਾਈਬਲ ਪੜ੍ਹੀ ਆ। ਜੇ ਤੁਸੀਂ 4-4 ਵਾਰ ਬਾਈਬਲ ਪੜ੍ਹੀ ਆ, ਤੁਸੀਂ 500-600 ਸੰਦੇਸ਼ ਪੜ੍ਹ ਲਏ ਆ, ਜੀਵਨ ਦਾ ਤੁਹਾਡਾ 1% ਵੀ ਨਹੀਂ ਬੋਲਦਾ, ਇਹਦਾ ਮਤਲਬ ਨਹੀਂ ਕਮਜ਼ੋਰ ਆ। ਗਿਆਨ ਇਕੱਠਾ ਕਰ ਲਿਆ, ਗਿਆਨ ਇਕੱਠਾ ਕਰਨ ਨੂੰ ਥੋੜੀ ਪ੍ਰਭੂ ਨੇ ਕਿਹਾ ਆ। ਗਿਆਨ ਇਕੱਠਾ ਕਰਨ ਨੂੰ ਨਹੀਂ ਕਿਹਾ ਪ੍ਰਭੂ ਨੇ। ਪ੍ਰਭੂ ਨੇ ਵਚਨ ਦੇ ਉੱਪਰ ਚੱਲਣ ਨੂੰ ਕਿਹਾ ਆ। ਜਿਹੜਾ ਬੰਦਾ ਵਚਨ ਤੇ ਚੱਲਦਾ ਪ੍ਰਭੂ ਉਹਨੂੰ ਪਸੰਦ ਕਰਦਾ। ਉਸ ਬੰਦੇ ਨੂੰ ਪ੍ਰਭੂ ਨਹੀਂ ਪਸੰਦ ਕਰਦਾ ਜਿਹੜਾ ਸਾਰੀ ਦਿਹਾੜੀ ਬਾਈਬਲ ਪੜ੍ਹੀ ਜਾ ਰਿਹਾ, ਸਾਰੀ ਦਿਹਾੜੀ ਸੰਦੇਸ਼ ਪੜ੍ਹੀ ਜਾ ਰਿਹਾ ਤੇ ਕੰਮ ਇੱਕ ਵੀ ਬਾਈਬਲ ਤੇ ਸੰਦੇਸ਼ ਵਾਲਾ ਨਹੀਂ ਉਹਦਾ। ਇਹੋ ਜਿਹੇ ਲੋਕਾਂ ਨੂੰ ਖੁਦਾ ਨਹੀਂ ਪਸੰਦ ਕਰਦਾ। ਗਿਆਨੀਆਂ ਦਾ ਖੁਦਾ ਨਹੀਂ ਆ, ਉਹ ਉਹਨਾਂ ਹਲੀਮ ਪਵਿੱਤਰ ਆਤਮਾ ਪਾਏ ਹੋਏ ਲੋਕਾਂ ਦਾ ਖੁਦਾ ਆ ਜਿਹੜੇ ਕਹਿੰਦੇ ਖੁਦਾਵੰ ਤੇਰੀ ਮਰਜ਼ੀ ਸਾਡੇ ਜੀਵਨ ਦੇ ਵਿੱਚ ਪੂਰੀ ਹੋਵੇ। ਜਦੋਂ ਯੀਸ਼ੂ ਮਸੀਹ ਨੂੰ ਕਲਵਰੀ ਕਰੂਸ ਤੇ ਚੜਾਉਣ ਲੱਗੇ ਉਹਨੇ ਕਿਹਾ ਹੇ ਪਿਤਾ ਮੇਰੀ ਨਹੀਂ ਸਗੋਂ ਤੇਰੀ ਹੀ ਮਰਜ਼ੀ ਪੂਰੀ ਹੋਵੇ। ਇਸੇ ਤਰ੍ਹਾਂ ਜਿਹਦੀ ਦੁਲਹਨ ਵੀ ਕਹਿ ਰਹੀ ਆ ਪ੍ਰਭੂ ਜੀ ਸਾਡੀ ਮਰਜ਼ੀ ਨਹੀਂ, ਜੋ ਤੇਰੇ ਨਬੀ ਸਮੇਂ ਦਾ ਸੰਦੇਸ਼ ਵਾਕ ਸਾਨੂੰ ਦੱਸ ਗਿਆ ਆ ਪ੍ਰਭੂ ਜੀ, ਸਾਡੇ ਉਹੀ ਵਚਨਾਂ ਦੇ ਅਨੁਸਾਰ ਸਾਡੇ ਜੀਵਨ ਜਿਹੜਾ ਆ ਪੂਰਾ ਹੋਵੇ ਤੇਰੇ ਵਿੱਚ, ਸਾਡਾ ਜੀਵਨ ਤੇਰੇ ਵਿੱਚ ਪੂਰਾ ਹੋਵੇ, ਸਾਡੀ ਜ਼ਿੰਦਗੀ ਤੇਰੇ ਵਿੱਚ ਪੂਰੀ ਹੋਵੇ, ਤੇਰੀ ਮਰਜ਼ੀ ਸਾਡੇ ਜੀਵਨ 'ਚ ਪੂਰੀ ਹੋਵੇ। ਸਮੇਂ ਦੇ ਸੰਦੇਸ਼ ਦੇ ਅਨੁਸਾਰ ਜੀਵਨ ਬਤੀਤ ਕਰੋ। ਅੱਜ ਬੜਾ ਭੁਲੇਖਾ ਹੈ ਲੋਕਾਂ ਨੂੰ।
ਬਸਮਾ ਲੈ ਲਿਆ, ਸੰਦੇਸ਼ ਪੜ੍ਹਦੇ ਆ ਜੀ, ਮੀਟਿੰਗਾਂ ਤੇ ਜਾਂਦੇ ਆ, ਜੀਵਨ ਕਿਉਂ ਨਹੀਂ ਬੋਲਦਾ? ਕੱਪੜੇ ਪਾਉਣ ਦਾ ਨਹੀਂ ਪਤਾ ਲੱਗਿਆ ਅੱਜ ਤੱਕ ਜਿੰਨੇ ਲੋਕ ਵਚਨ ਚ ਆਏ ਉਹਨਾਂ ਨੂੰ ਕੱਪੜੇ ਪਾਉਣ ਦਾ ਹੀ ਨਹੀਂ ਪਤਾ। ਕੱਪੜੇ ਕਿੱਦਾਂ ਦੇ ਪਾਣੇ, ਭੈਣਾਂ ਦੇ ਕੱਪੜੇ ਕਿੱਦਾਂ ਦੇ ਪਾਣੇ, ਭਾਈਆਂ ਦੇ ਕਿੱਦਾਂ ਦੇ ਪਾਣੇ। ਤੁਹਾਨੂੰ ਪਤਾ ਆ ਇੱਕ ਭੈਣ ਦਾ, ਜੇ ਅਸੀਂ ਬਾਈਬਲ ਦੇ ਅਨੁਸਾਰ ਦੇਖੀਏ, ਭੈਣਾਂ ਦੇ ਜਿਹੜੇ ਗਲੇ ਆ ਪੂਰੇ ਬੰਦ ਹੋਣੇ ਚਾਹੀਦੇ ਇਸ ਜਗ੍ਹਾ ਦੇ ਵਿੱਚੋਂ। ਅੱਜ ਲੋਕਾਂ ਨੂੰ ਕੱਪੜੇ ਪਾਉਣ ਦਾ ਹੀ ਨਹੀਂ ਪਤਾ ਲੱਗ ਰਿਹਾ। ਨਬੀ ਨੇ ਕਿਹਾ ਮਾਂ ਵੀ ਇੱਕ ਸਿੱਖਿਅਕ ਆ, ਮਾਂ ਵੀ ਸਿਖਾਉਣ ਵਾਲੀ ਆ, ਇੱਕ ਮਾਂ ਵੀ ਪਾਸਟਰ ਆ, ਆਪਣੇ ਘਰ ਦੇ ਵਿੱਚ ਉਹ ਪ੍ਰਚਾਰਕ ਆ, ਆਪਣੇ ਬੱਚਿਆਂ ਨੂੰ ਸਿਖਾ ਸਕਦੀ ਕਿੱਦਾਂ ਦੇ ਕੱਪੜੇ ਪਾਣੇ। ਗੱਲ ਕਿੱਥੇ ਖਰਾਬ ਹੁੰਦੀ ਆ? ਨੀਂਹ ਤੇ। ਜਦੋਂ ਮਾਂ ਪਿਓ ਦੀ ਨੀਂਹ ਮਜ਼ਬੂਤ ਨਹੀਂ ਤੇ ਬੱਚੇ ਕਿੱਥੋਂ ਸਮਝਣਗੇ? ਤੇ ਕਿੱਦਾਂ ਰੈਪਚਰ ਲਈ ਤਿਆਰ ਕਰੋਗੇ? ਉਸ ਭਿਆਨਕ ਅੱਗ ਤੋਂ ਕਿੱਦਾਂ ਬਚਾਓਗੇ? ਤੁਹਾਨੂੰ ਪਤਾ, ਮੈਂ ਉਸੇ ਮਾਂ ਪਿਓ ਨੂੰ ਵਧੀਆ ਮਾਂ ਪਿਓ ਮੰਨਦਾ ਆ ਜਿਹੜੇ ਮਾਂ ਪਿਓ ਆਤਮਿਕ ਹੋਣ, ਜਿਨ੍ਹਾਂ ਨੂੰ ਪਤਾ ਹੋਵੇ ਵੀ ਮੇਰੇ ਬੱਚੇ ਜੇ ਇਸ ਗਰਮੀ ਨੂੰ ਬਰਦਾਸ਼ਤ ਨਹੀਂ ਕਰ ਰਹੇ। ਅੱਜ ਲੋਕ ਪ੍ਰਾਰਥਨਾ ਕਰਦੇ, ਪ੍ਰਭੂ ਸਾਨੂੰ ਏਸੀ ਦੇ ਦੇ, ਸਾਨੂੰ ਬਰਕਤ ਦੇ ਦੇ, ਅਸੀਂ ਪੱਖੇ 'ਚ ਨਹੀਂ ਰਹਿ ਸਕਦੇ, ਅਸੀਂ ਕੂਲਰ 'ਚ ਨਹੀਂ ਰਹਿ ਸਕਦੇ, ਸਾਨੂੰ ਏਸੀ ਦੇ ਦੇ। ਕਿਉਂ ਕਹਿੰਦੇ ਵੀ ਸਾਡੇ ਬੱਚੇ ਤੜਫਦੇ ਆ ਗਰਮੀ 'ਚ, ਗਰਮੀ ਇੰਨੀ ਵੱਧ ਗਈ ਧਰਤੀ ਤੇ, ਪੱਖੇ ਕੂਲਰਾਂ ਦਾ ਕੁਝ ਬਣਦਾ ਹੀ ਨਹੀਂਗਾ। ਲੋਕੀ ਕਹਿੰਦੇ ਏਸੀ ਹੋਣਾ ਚਾਹੀਦਾ। ਜੇ ਤੁਹਾਨੂੰ ਇਸ ਗਰਮੀ ਤੋਂ ਪਤਾ ਹੈ ਵੀ ਬਚਾਣਾ ਆਪਣੇ ਬੱਚਿਆਂ ਤੋਂ, ਬੱਚਿਆਂ ਨੂੰ ਇਸ ਗਰਮੀ ਤੋਂ ਬਚਾਣਾ, ਤੇ ਉਹ ਨਰਕ ਦੀ ਗਰਮੀ ਤੋਂ ਕੌਣ ਬਚਾਊਗਾ? ਕੀ ਤੁਹਾਨੂੰ ਉਸ ਦਾ ਖਿਆਲ ਨਹੀਂ ਹੈ? ਮੈਂ ਇਹੋ ਜਿਹੇ ਮਾਂ ਪਿਓ ਨੂੰ ਝੂਠਾ ਮਾਂ ਪਿਓ ਸਮਝਦਾ ਆ, ਦੋਗਲਾ ਮਾਂ ਪਿਓ ਸਮਝਦਾ, ਜਿਹੜੇ ਕਹਿੰਦੇ ਸੰਸਾਰ ਵਿੱਚ ਤੁਰਿਆ ਰਹੇ, ਕੋਈ ਗੱਲ ਨਹੀਂ, ਨਰਕ ਦੀ ਅੱਗ 'ਚੋਂ ਨਹੀਂ ਸੀ ਤੈਨੂੰ ਬਚਾ ਸਕਦੇ, ਕਿਉਂਕਿ ਅਸੀਂ ਆਪ ਹੀ ਨਹੀਂ ਬਚਣਾ। ਤੈਨੂੰ ਕਿੱਥੋਂ ਬਚਾ ਲਾਂਗੇ? ਬਚਾਊਗਾ ਤਾਂ ਉਹ ਜਿਹਨੂੰ ਪਤਾ ਵੀ ਮੈਂ ਵੀ ਬਚਣਾ ਹੈ। ਮੈਨੂੰ ਪਤਾ ਆ ਵੀ ਮੈਂ ਖੁਦਾ ਦੇ ਵਚਨ 'ਚ ਚੱਲਣਾ ਤੇ ਮੇਰੇ ਬੱਚਿਆਂ ਨੇ ਵੀ ਚੱਲਣਾ ਹੈ। ਮੈਨੂੰ ਪਤਾ ਇਸ ਗੱਲ ਦਾ। ਮੈਂ ਆਪਣੇ ਬੱਚਿਆਂ ਨੂੰ ਹਮੇਸ਼ਾ ਵਚਨ ਦੀ ਸਿੱਖਿਆ ਦਿੰਦਾ, ਕਦੇ ਸੰਸਾਰ ਦੀ ਸਿੱਖਿਆ ਮੈਂ ਆਪਣੇ ਬੱਚਿਆਂ ਨੂੰ ਦਿੱਤੀ, ਕਿਉਂਕਿ ਖੁਦਾਵੰਦ ਦੇ ਜਿਹੜੇ ਸੇਵਕ ਹੁੰਦੇ ਉਹਨਾਂ ਦੇ ਬੱਚੇ ਪਿਓਰ ਹੁੰਦੇ ਆ, ਤੇ ਇਸੇ ਤਰ੍ਹਾਂ ਵਿਸ਼ਵਾਸੀਆਂ ਦੇ ਵੀ ਬੱਚੇ ਪਿਓਰ ਹੁੰਦੇ ਆ। ਲੇਕਿਨ ਪਿਓਰ ਕਿਤੇ ਨਹੀਂ ਹੁੰਦੇ, ਜਿਹੜੇ ਢੋਂਗੀ ਉਹਨਾਂ ਦੇ ਬੱਚੇ ਕਦੇ ਪਿਓਰ ਨਹੀਂ ਹੁੰਦੇ। ਇਸ ਕਰਕੇ ਬਾਈਬਲ ਬਿਆਨ ਕਰਦੀ, ਜਦੋਂ ਪੌਦਾ ਛੋਟਾ ਆ, ਬੱਚਾ ਛੋਟਾ ਆ, ਉਦੋਂ ਹੀ ਉਹਨੂੰ ਤਾੜ, ਉਹਨੂੰ ਸੁਧਾਰ, ਤਾਂ ਕਿ ਵੱਡਾ ਹੋ ਕੇ ਉਹ ਵਿਗੜੇ ਨਾ। ਇੱਕ ਸਟੋਰੀ ਹੈ, ਮੈਂ ਤੁਹਾਨੂੰ ਦੱਸਦਾ। ਇੱਕ ਵਾਰ ਕੀ ਹੋਇਆ, ਇੱਕ ਬੱਚਾ ਸੀਗਾ, ਇੱਕ ਮਾਂ ਦਾ ਬੜਾ ਪਿਆਰਾ ਬੱਚਾ ਸੀ, ਉਹ ਵੱਡਾ ਹੋਇਆ, ਉਹ ਵਿਗੜਿਆ ਹੋਇਆ ਸੀ, ਪੂਰੇ ਲਾਡ ਪਿਆਰ ਦੇ ਨਾਲ ਉਹ ਵੱਡਾ ਹੁੰਦਾ ਗਿਆ, ਵੱਡਾ ਹੁੰਦਾ ਗਿਆ। ਇੱਕ ਦਿਨ ਕੀ ਕੀਤਾ, ਉਹਨੇ ਕਤਲ ਕਰ ਦਿੱਤਾ। ਉਹਨੂੰ ਅਦਾਲਤ ਦੇ ਵਿੱਚ ਮੌਤ ਦੀ ਸਜ਼ਾ ਮਿਲੀ। ਜਦੋਂ ਮੌਤ ਦੀ ਸਜ਼ਾ ਮਿਲੀ ਤੇ ਕੀ ਹੋਇਆ, ਉਹਨੂੰ ਪੁੱਛਿਆ ਗਿਆ ਤੇਰੀ ਆਖਰੀ ਖੁਆਇਸ਼ ਕੀ ਆ? ਉਹ ਕਹਿੰਦਾ ਮੈਂ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ। ਉਹ ਕਹਿੰਦੇ ਕੋਈ ਗੱਲ ਨਹੀਂ, ਇਹਦੀ ਮਾਂ ਨੂੰ ਬੁਲਾਇਆ ਜਾਵੇ। ਜਦੋਂ ਉਹਦੀ ਮਾਂ ਨੂੰ ਬੁਲਾਇਆ ਗਿਆ, ਉਹ ਕਹਿੰਦਾ ਮੈਂ ਆਪਣੀ ਮਾਂ ਦੇ ਕੰਨਾਂ 'ਚ ਕੁਝ ਕਹਿਣਾ ਚਾਹੁੰਦਾ। ਉਹਨੇ ਕੀ ਕੀਤਾ, ਆਪਣੀ ਮਾਂ ਦੇ ਕੰਨ ਦੇ ਵਿੱਚ ਇੰਨੀ ਕੁ ਜ਼ੋਰ ਦੀ ਦੰਦੀ ਵੱਢੀ, ਉਹਦੇ ਲਹੂ ਲਹਾਨ ਕਰ ਦਿੱਤਾ ਉਹਨੂੰ ਪੁੱਛਿਆ, ਫਿਰ ਉਹਨੇ ਕਿਹਾ, ਉਹਨੂੰ ਪੁੱਛਿਆ ਗਿਆ ਤੂੰ ਇਹ ਕੰਮ ਕਿਉਂ ਕੀਤਾ? ਕਹਿੰਦਾ ਜੇ ਮੇਰੀ ਮਾਂ ਨੇ ਮੈਨੂੰ ਸੁਧਾਰਿਆ ਹੁੰਦਾ, ਅੱਜ ਮੌਤ ਮੈਨੂੰ ਨਾ ਲੈ ਕੇ ਜਾਂਦੀ। ਕਿਹਦੀ ਗਲਤੀ? ਬੱਚੇ ਦੀ ਗਲਤੀ ਸੀ? ਨਹੀਂ, ਉਹਦੇ ਮਾਪਿਓ ਦੀ ਗਲਤੀ ਸੀ, ਉਹਦੀ ਮਾਂ ਦੀ ਗਲਤੀ ਸੀਗੀ। ਮਾਂ ਟੀਚਰ ਹੁੰਦੀ, ਇੱਕ ਮਾਂ ਦੀ ਗਲਤੀ ਸੀ। ਮਾਂ ਆਪਣੇ ਬੱਚੇ ਨੂੰ ਨਾ ਕਹਿੰਦੀ ਹਾਂ ਹਾਂ ਕੱਢੀ ਜਾ ਗਾਲਾਂ, ਕੋਈ ਗੱਲ ਨਹੀਂ, ਗਾਲਾਂ ਹੀ ਕੱਢਦਾ, ਫਿਰ ਕੀ ਹੋ ਗਿਆ? ਦੇਖੋ ਦੇਖੋ ਕਿੰਨੀ ਗਾਲ ਕੱਢਦਾ ਛੋਟਾ ਜਿਹਾ। ਉਸੇ ਸਮੇਂ ਉਹਦਾ ਸੁਧਾਰ ਕਰੋ। ਬਦਤਮੀਜ਼ੀ ਕਰਦਾ, ਉਸੇ ਸਮੇਂ ਛੜੀ ਚੱਕੋ, ਉਹਦਾ ਸੁਧਾਰ ਕਰੋ, ਤਾਂ ਕਿ ਉਹ ਨਰਕ ਦੀ ਅੱਗ ਦੇ ਵਿੱਚੋਂ ਬਚਾਇਆ ਜਾਵੇ। ਕਿੱਦਾਂ ਉਹ ਬੱਚਾ ਆਪਣੀ ਮਾਂ ਦੇ, ਜਦੋਂ ਉਹਨੇ ਦੰਦੀ ਵੱਢੀ, ਉਹ ਇਸ ਕਰਕੇ ਵੱਡੀ ਵੀ ਉਹਨੂੰ ਮਹਿਸੂਸ ਹੋਇਆ ਵੀ ਜੇ ਮੇਰੀ ਮਾਂ ਨੇ ਮੈਨੂੰ ਸਿੱਖਿਆ ਦਿੱਤੀ ਹੁੰਦੀ, ਮੈਨੂੰ ਡਾਂਟਿਆ ਹੁੰਦਾ, ਕੁੱਟਿਆ ਹੁੰਦਾ, ਤੇ ਅੱਜ ਮੈਨੂੰ ਫਾਂਸੀ ਨਾ ਲੱਗਦੀ। ਇਸੇ ਕਰਕੇ ਅੱਜ ਸ਼ੈਤਾਨ ਲੋਕਾਂ ਨੂੰ ਕਿੱਥੇ ਚੜਾ ਰਿਹਾ ਆ? ਮੌਤ ਦੇ ਮੂੰਹ ਦੇ ਵਿੱਚ ਚੜਾਈ ਜਾਂਦਾ ਲੋਕਾਂ ਨੂੰ ਸ਼ੈਤਾਨ। ਫਿਰ ਲੋਕ ਕਹਿੰਦੇ ਸਾਡੇ ਬੱਚੇ ਸੁਧਰ ਜਾਣ। ਉਹ ਜਿਹੜਾ ਹੱਥਾਂ ਚੋਂ ਨਿਕਲ ਗਿਆ ਉਹਨੂੰ ਹੁਣ ਖੁਦਾ ਹੀ ਸੁਧਾਰ ਸਕਦਾ, ਹੁਣ ਪਾਸਟਰ ਤਾਂ ਨਹੀਂ ਸੁਧਾਰ ਸਕਦਾ। ਪਾਸਟਰ ਕੋ ਜਾਦੂ ਦੀ ਛੜੀ ਤਾਂ ਹੈ ਨਹੀਂ ਵੀ ਮੰਤਰ ਮਾਰੂਗਾ ਤੇ ਕਹੂਗਾ ਜਾ ਤੇਰਾ ਬੱਚਾ ਸੁਧਰ ਗਿਆ। ਸੁਧਾਰ ਵੀ ਖੁਦਾ ਕਰਦਾ, ਵਿਗਾੜ ਦਾ ਸ਼ੈਤਾਨ ਆ, ਸੁਧਾਰ ਖੁਦਾ ਕਰਦਾ। ਜੇ ਤੁਸੀਂ ਰੇਂਜ 'ਚ ਆਓਗੇ ਖੁਦਾ ਨੇ ਆਪੇ ਸੁਧਾਰ ਦੇਣੇ ਸਾਰੇ। ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ। ਤੁਹਾਨੂੰ ਇੱਕੋ ਹੀ ਕੰਮ ਕਰਨ ਦੀ ਲੋੜ ਆ ਵੀ ਆਪਣੀ ਜਿਹੜੀ ਨੀਂਹ ਨੂੰ ਮਜ਼ਬੂਤ ਕਰਨ ਦੀ ਲੋੜ ਆ, ਤੇ ਕਹਿਣਾ ਪ੍ਰਭੂ ਜੀ ਮੇਰਾ ਵੀ ਸੁਧਾਰ ਕਰ, ਮੇਰੇ ਪਤੀ ਦਾ ਸੁਧਾਰ ਕਰ, ਮੇਰੇ ਬੱਚਿਆਂ ਦਾ ਸੁਧਾਰ ਕਰ, ਮੇਰੇ ਸਗੇ ਸੰਬੰਧੀਆਂ ਦਾ ਸੁਧਾਰ ਕਰ। ਫਿਰ ਖੁਦਾ ਦੇ ਛੱਡ ਦਿਓ, ਉਹ ਜਾਣਦਾ ਕਿੱਦਾਂ ਸੁਧਾਰ ਕਰਨਾ। ਭਾਈ ਬ੍ਰੈਨਮ ਨੇ ਨਹੀਂ ਕਿਹਾ, ਉਹਨੂੰ ਪਤਾ ਵੀ ਭੇਡ ਤੇ ਲੱਤ ਕਿੱਦਾਂ ਤੋੜਨੀ, ਉਹ ਲੱਤ ਤੋੜ ਨਹੀਂ ਜਾਣਦਾ, ਫਿਰ ਉਹਨੇ ਆਪੇ ਸੁਧਾਰ ਕਰ ਦੇਣਾ। ਤੁਸੀਂ ਸਿਰਫ ਆਗਿਆਕਾਰੀ ਕਰੋ, ਹੋਰ ਕੁਝ ਵੀ ਕਰਨ ਦੀ ਲੋੜ ਨਹੀਂ ਹੈ, ਠੀਕ ਹੈ ਨਾ? ਹਮੇਸ਼ਾ ਬਸ ਉਹਦੀ ਆਗਿਆਕਾਰੀ ਕਰੋ। ਇਸ ਕਰਕੇ ਬਾਈਬਲ 'ਚ ਲਿਖਿਆ ਵੀ ਜਿਹੜੀ ਟਹਿਣੀ ਉਹਦੇ ਵਿੱਚ ਨਹੀਂ ਰਹਿੰਦੀ, ਉਹਨੂੰ ਕੀ ਕਰਦਾ, ਉਹ ਲਾ ਕੇ ਸਿੱਟ ਦਿੰਦਾ ਹੈ। ਜਿਹੜਾ ਬੰਦਾ ਅੱਜ ਖੁਦਾ 'ਚ ਨਹੀਂ ਚੱਲੂਗਾ, ਪ੍ਰਭੂ ਨੇ ਨਹੀਂ ਪਰਵਾਹ ਕਰਨੀ। ਅੱਜ ਸਮਾਂ ਨਹੀਂ ਰਹਿ ਗਿਆ ਇੰਨਾ, ਉਹਨੇ ਝਾੜ ਕੇ ਉਹ ਮਾਰਨਾ। ਪ੍ਰਭੂ ਨੂੰ ਉਹ ਲੋਕ ਚਾਹੀਦੇ ਜਿਹੜੇ ਚੱਲਦੇ ਆ, ਜਿਹੜੇ ਰੁਕਦੇ ਨਹੀਂ ਆ। ਰੁਕਣ ਵਾਲੇ ਬੰਦੇ ਨਹੀਂ ਚਾਹੀਦੇ ਉਹਨੂੰ।
ਉਹਨੂੰ ਧੱਕਾ ਸਟਾਰਟ ਲੋਕ ਨਹੀਂ ਚਾਹੀਦੇ ਵੀ ਮਨਾ ਕੇ ਵਿਸ਼ਵਾਸੀ ਨੂੰ ਲਿਆਇਆ ਜਾਵੇ ਜੀ ਚਰਚ ਆ ਜਾਓ। ਜਿਨੇ ਆਣਾ ਆਓ, ਜਿਨੇ ਆਣਾ ਨਾ ਆਓ। ਜਿਹੜਾ ਖਾਲਸ ਵਚਨ ਆ ਉਹੀ ਤੁਹਾਨੂੰ ਮਿਲਣਾ ਹੈ। ਇੱਥੇ ਕੋਈ ਲਾਲਚ ਤਾਂ ਹੈ ਨਹੀਂ ਪੈਸਿਆਂ ਦਾ ਜੀ, ਮੇਰਾ ਦਸ਼ਮਾਂਸ਼ ਘਟ ਜਾਊਗਾ ਜੀ, ਮੇਰੀ ਆਮਦਨ ਘਟ ਜਾਊਗੀ। ਇੱਥੇ ਤਾਂ ਇਹ ਵਚਨ ਆ, ਡੰਡਾ ਚੜਨਾ ਇੱਥੇ। ਜਿਨੇ ਸੁਧਰਨਾ ਆਓ, ਜਿਨੇ ਸੰਸਾਰ ਵਿੱਚ ਜਾਣਾ ਜਾਓ। ਕਿਉਂਕਿ ਭਾਈ ਬ੍ਰੈਨਮ ਨੇ ਕਿਹਾ ਖੁਦਾ ਨੇ ਲੋਕਾਂ ਨੂੰ ਆਪਣੀ ਮਰਜ਼ੀ ਤੇ ਛੱਡਿਆ। ਆਦਮ ਤੇ ਹਵਾ ਨੂੰ ਅਦਨ ਦੇ ਬਾਗ ਦੇ ਵਿੱਚ ਭਾਈ ਬ੍ਰੈਨਮ ਨੇ ਕਿਹਾ ਆਪਣੀ ਮਰਜ਼ੀ ਤੇ ਛੱਡਿਆ ਗਿਆ ਸੀ। ਉਹਨਾਂ ਨੂੰ ਕਿਹਾ ਗਿਆ ਸੀ ਭਲੇ ਬੁਰੇ ਦਾ ਵਰਕਸ਼ ਨਹੀਂ ਖਾਣਾ। ਜਦੋਂ ਖਾਣ ਲੱਗੇ ਕਿ ਪ੍ਰਭੂ ਦੇਖ ਨਹੀਂ ਸੀ ਰਿਹਾ ਉਹਨਾਂ ਨੂੰ, ਪ੍ਰਭੂ ਦੇਖ ਰਿਹਾ ਸੀਗਾ, ਲੇਕਿਨ ਪ੍ਰਭੂ ਨੇ ਆਜ਼ਾਦ ਮਰਜ਼ੀ ਤੇ ਛੱਡਿਆ ਸੀ। ਅੱਜ ਵੀ ਲੋਕਾਂ ਨੂੰ ਆਜ਼ਾਦ ਮਰਜ਼ੀ ਛੱਡਿਆ। ਇੱਥੇ ਹੈਗਾ ਵਚਨ, ਬਾਹਰ ਹੈਗਾ ਸੰਸਾਰ। ਹੁਣ ਤੁਸੀਂ ਦੇਖੋ ਕਿਸ਼ਤੀ ਵਿੱਚ ਰਹਿਣਾ ਕਿ ਸੰਸਾਰ ਵਿੱਚ ਜਾਣਾ। ਏਲੀਆ ਨਬੀ ਨੇ ਕਿਹਾ ਸੀਗਾ ਜਾਂ ਤਾਂ ਤੁਸੀਂ ਬਾਲ ਦੀ ਉਪਾਸਨਾ ਕਰੋ ਜਾਂ ਜਿਉਂਦੇ ਯਹੋਵਾ ਦੀ ਉਪਾਸਨਾ। ਅੱਜ ਚੁਣਾਵ ਕਰ ਲਵੋ। ਅੱਜ ਤੁਸੀਂ ਵੀ ਚੁਣਾਵ ਕਰ ਲਓ ਸੰਸਾਰ ਦੇ ਵਿੱਚ ਚੱਲਣਾ ਆ ਕਿ ਪ੍ਰਭੂ ਯੀਸ਼ੂ ਮਸੀਹ ਦੇ ਵਚਨ ਦੇ ਵਿੱਚ ਚੱਲਣਾ। ਇਹ ਮਰਜ਼ੀ ਤੁਹਾਡੀ ਹੈ, ਕਿਸ ਨੇ ਜ਼ਬਰਦਸਤੀ ਨਹੀਂ ਕਰਨੀ। ਪ੍ਰਭੂ ਨੇ ਵੀ ਜ਼ਬਰਦਸਤੀ ਨਹੀਂ ਕਰਨੀ ਆ ਕੇ। ਜਿਹਨੇ ਜਿੱਦਾਂ ਚੱਲਣਾ ਉਦਾਂ ਉਹ ਚੱਲ ਸਕਦਾ, ਉਹਦੀ ਮਰਜ਼ੀ ਹੈ। ਵਚਨ ਪ੍ਰਚਾਰ ਹੋ ਰਿਹਾ ਆ। ਇਸ ਯੁੱਗ ਦਾ ਨਬੀ ਭਾਈ ਵਿਲੀਅਮ ਬ੍ਰੈਨਮ ਆ। ਬਸਮਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਆ। ਔਰਤਾਂ ਆਪਣੇ ਵਾਲ ਨਹੀਂ ਕਟਾ ਸਕਦੀਆਂ, ਔਰਤਾਂ ਜੀਨ ਦੀ ਪੈਂਟਾਂ ਨਹੀਂ ਪਾ ਸਕਦੀਆਂ, ਔਰਤਾਂ ਵਚਨ ਤੋਂ ਬਾਹਰ ਕੋਈ ਵੀ ਕੰਮ ਨਹੀਂ ਕਰ ਸਕਦੀਆਂ। ਭੈਣ ਭਾਈ ਜਿੰਨੇ ਵੀ ਭਾਈ ਆ ਆਪਣੇ ਵਾਲ ਨਹੀਂ ਖੜੇ ਕਰ ਸਕਦੇ, ਦਾੜੀਆਂ ਨਹੀਂ ਬਣਾ ਸਕਦੇ, ਫੈਸ਼ਨ ਨਹੀਂ ਕਰ ਸਕਦੇ। ਇਹ ਸਭ ਹਿਦਾਇਤਾਂ ਦੇ ਦਿੱਤੀਆਂ ਗਈਆਂ ਆ। ਵਚਨ ਦੇ ਅਨੁਸਾਰ ਸ਼ਿੰਗਾਰ ਕਰਨਾ ਪੈਣਾ, ਸੰਸਾਰ ਨੂੰ ਤਿਆਗਣਾ ਪੈਣਾ ਜੇ ਰੈਪਚਰ ਨੂੰ ਪ੍ਰਾਪਤ ਕਰਨਾ। ਜੇ ਨਹੀਂ ਕਿਸ ਨੇ ਕਰਨਾ ਉਹਦੀ ਆਪਣੀ ਮਰਜ਼ੀ ਆ। ਸੇਵਕ ਦਾ ਕੰਮ ਆ। ਸੇਵਕ ਇੱਕ ਹੋਕਾ ਦੇਣ ਵਾਲਾ ਹੁੰਦਾ, ਚੌਕੀਦਾਰ ਹੁੰਦਾ। ਉਹਨੇ ਕਹਿਣਾ ਜਾਗਤੇ ਰਹੋ। ਜਾਗਤੇ ਰਹੋ ਦਾ ਮਤਲਬ ਵੀ ਵਚਨ ਜੋ ਕਹਿੰਦਾ ਉਹ ਕੰਮ ਕਰੋ। ਜਿਹਨੇ ਨਹੀਂ ਕਰਨਾ ਉਹਦੀ ਆਪਣੀ ਮਰਜ਼ੀ ਆ। ਜਦੋਂ ਚੌਕੀਦਾਰ ਕਹਿੰਦਾ ਜਾਗਤੇ ਰਹੋ, ਰਾਤ ਨੂੰ ਪਹਿਰਾ ਦਿੰਦਾ, ਸਾਰੇ ਲੋਕ ਤਾਂ ਸੁੱਤੇ ਹੀ ਹੁੰਦੇ ਆ, ਜਾਗਦਾ ਕਿਹੜਾ ਹੈ। ਲੇਕਿਨ ਜਿਹਨੂੰ ਪਰਵਾਹ ਆ ਕਿ ਹਾਂ ਮੇਰੇ ਘਰ ਤੇ ਕੋਈ ਦਿੱਕਤ ਆ ਸਕਦੀ ਹੈ, ਬੰਦਾ ਪ੍ਰਾਰਥਨਾ ਕਰਦਾ ਹੋਊਗਾ ਹਮੇਸ਼ਾ ਰਾਤ ਨੂੰ ਬੈਠ ਕੇ। ਜਿਹਨੂੰ ਪਰਵਾਹ ਨਹੀਂ, ਉਹਨੇ ਖਾ ਕੇ 4 ਫੁਲਕੇ ਤਾਂ ਸੋ ਜਾਣਾ, ਅੱਧਾ ਕਿਲੋਮੀਟਰ ਖਾ ਕੇ। ਉਹਨੇ ਕਹਿਣਾ ਕੋਈ ਗੱਲ ਨਹੀਂ, ਜੋ ਹੁੰਦਾ ਦੇਖੀ ਜਾਊਗੀ, ਲੋਕਾਂ ਦੇ ਨਾਲ ਹੀ ਆ। ਤੇ ਤੁਹਾਨੂੰ ਦੱਸਣ ਜਾ ਰਹੇ ਕਿ ਲੋਕਾਂ ਦਾ ਅੰਤ ਅੱਗ ਦੇ ਨਾਲ ਹੋਣ ਵਾਲਾ ਆ। ਜੇ ਕੋਈ ਕਹਿੰਦਾ ਨਾ ਮੈਂ ਲੋਕਾਂ ਦੇ ਨਾਲ ਹੀ ਆ, ਤੇ ਲੋਕਾਂ ਦੇ ਨਾਲ ਹੀ ਅੱਗ ਦੇ ਵਿੱਚ ਜਾਣਾ ਉਹ ਲੋਕਾਂ ਨੇ। ਕਿਉਂਕਿ ਪ੍ਰਭੂ ਨੇ ਕਿਹਾ ਆ ਇਹ ਧਰਤੀ ਅੱਗ ਦੇ ਨਾਲ ਤਬਾਹ ਕੀਤੀ ਜਾਵੇਗੀ। ਵਰਲਡ ਵਾਰ ਜਦੋਂ ਲੱਗਣਾ ਆ ਤੇ ਮਿਜ਼ਾਈਲਾਂ ਗਿਰਨੀਆਂ। ਭਾਈ ਬ੍ਰੈਨਮ ਨੇ ਕਿਹਾ ਪਰਮਾਣੂ, ਹਾਈਡਰੋਜਨ, ਪਤਾ ਨਹੀਂ ਕਿੱਦਾਂ ਦੇ ਅਜੀਬੋ-ਗਰੀਬ ਬੰਬ ਆ ਜਿਹਦੇ ਕੁਆਂਟਲਾਂ ਦੇ ਵਿੱਚ ਭਾਰ ਆ। ਜਿੱਥੇ ਗਿਰਿਆ 1 ਸੈਕਿੰਡ ਦੇ ਵਿੱਚ 2 ਤੋਂ 3 ਲੱਖ ਬੰਦਾ ਮਰ ਜਾਣਾ 1 ਸੈਕਿੰਡ ਦੇ ਵਿੱਚ। ਇੰਨਾ ਪਾਵਰਫੁਲ ਬੰਬ ਆ। ਇਹੋ ਜਿਹੇ ਬੰਬਾਂ ਤੇ ਪੂਰੀ ਧਰਤੀ ਨੂੰ ਕਈ ਵਾਰ ਨਾਸ਼ ਕੀਤਾ ਜਾ ਸਕਦਾ ਆ। ਇੰਨੇ ਬੰਬ ਇਸ ਧਰਤੀ ਤੇ ਬਣ ਚੁੱਕੇ। ਇੱਕ ਵਾਰ ਨਹੀਂ, ਜੇ ਕਿਸੇ ਨੂੰ ਭੁਲੇਖਾ ਹੋਵੇ ਵੀ ਇੱਕ ਵਾਰੀ ਦੇ ਨਾਲ ਹੀ ਪੂਰੀ ਧਰਤੀ ਖਤਮ ਹੋ ਜਾਣੀ ਆ, ਕਈ ਵਾਰ ਜਿੰਨੇ ਪਰਮਾਣੂ ਬੰਬ ਆ, ਕਈ ਵਾਰ ਧਰਤੀ ਦਾ ਨਾਸ਼ ਕੀਤਾ ਜਾ ਸਕਦਾ। ਇੰਨੇ ਪਰਮਾਣੂ ਬੰਬ ਧਰਤੀ ਤੇ ਬਣ ਚੁੱਕੇ ਤੇ ਇਸ ਕਰਕੇ ਉਹ ਭੈਦਾਇਕ ਦਿਨ ਆਉਣ ਤੋਂ ਪਹਿਲਾਂ ਆਪਣੇ ਆਪ ਨੂੰ ਤਿਆਰ ਕਰ ਲਵੋ। ਉਹ ਕਸ਼ਟਕਾਲ ਆਉਣ ਤੋਂ ਪਹਿਲਾਂ ਹੀ ਦੁਲਹਨ ਉਠਾ ਲਈ ਜਾਵੇਗੀ। ਕਿੰਨੇ ਧਨ ਉਹ ਭੈਣ ਭਾਈ ਆ ਜਿਹੜੇ ਦੁਲਹਨ ਦੇ ਵਿੱਚ ਜਾਣਗੇ, ਜਿਹੜੇ ਆਪਣੇ ਲਾੜੇ ਦੇ ਨਾਲ ਚੱਲ ਜਾਣਗੇ ਤੇ ਧਰਤੀ ਦਾ ਨਾਸ਼ ਹੋ ਜਾਊਗਾ। ਜਿਹੜੇ ਬਚਣਗੇ ਫਿਰ ਉਹਨਾਂ ਨੇ ਫਿਰ ਭੁੱਟਾ ਹੀ ਹੋਣਾ, ਜਿੱਦਾਂ ਬਾਈਬਲ 'ਚ ਲਿਖਿਆ ਵੀ ਧਰਤੀ ਭੁੱਟਾ ਕਰ ਦਿੱਤੀ ਜਾਵੇਗੀ। ਆਓ ਅਸੀਂ ਇੱਕ ਐਤ ਹੋਰ ਪੜਾਂਗੇ ਫਿਰ ਬੰਦ ਕਰਾਂਗੇ। ਦੂਜਾ ਕੁਰਿੰਥੀਆਂ 11:24। ਦੂਜਾ ਕੁਰਿੰਥੀਆਂ 11:24। ਦੂਜਾ ਕੁਰਿੰਥੀਆਂ 11:24 ਦੇ ਵਿੱਚ ਲਿਖਿਆ ਆ, ਸੰਤ ਪੌਲੁਸ ਕਹਿੰਦਾ ਆ ਮੈਂ ਵਧੀਕ ਹਾਂ, ਅਰਥਾਤ ਮਿਹਨਤਾਂ ਵਿੱਚ, ਵਧੀਕ ਕੈਦਾਂ ਵਿੱਚ, ਵਧੀਕ ਮਾਰ ਖਾਣ ਵਿੱਚ, ਹੱਦੋਂ ਬਾਹਰ, ਮੌਤਾਂ ਵਿੱਚ ਬਹੁਤ ਵਾਰੀ। ਮੈਂ 5 ਵਾਰੀ ਯਹੂਦੀਆਂ ਦੇ ਹੱਥੋਂ 1 ਘੱਟ 40 ਕੋੜੇ ਖਾਦੇ। 1 ਘੱਟ 40 ਕੋੜੇ ਮਤਲਬ 39 ਕੋੜੇ ਉਹਨੇ ਖਾਦੇ। ਕਿੰਨੀ ਵਾਰੀ? 5 ਵਾਰੀ। ਯੀਸ਼ੂ ਮਸੀਹ ਨੂੰ 1 ਵਾਰੀ 39 ਕੋੜੇ ਪਏ ਸੀਗੇ ਤੇ ਸੰਤ ਪੌਲੁਸ ਨੂੰ 5 ਵਾਰੀ 39 ਕੋੜੇ ਪਏ ਆ। ਇਹ ਬੰਦਾ ਨਹੀਂ ਸੀ। ਤੁਸੀਂ ਦੇਖੋ ਕਿੰਨੀ ਕੁ ਇਹਦੀ ਨੀਂਹ ਮਜ਼ਬੂਤ ਹੋਵੇਗੀ ਜਿਹੜਾ ਮਾਰ ਤੇ ਮਾਰ ਖਾਈ ਜਾਂਦਾ ਹੈ। ਕਿੰਨਾ ਤਕਲੀਫਾਂ ਇਹਨੂੰ ਮਾਨਸਿਕ ਤੌਰ ਤੇ ਲੋਕਾਂ ਨੇ ਤੰਗ ਕੀਤਾ, ਸਰੀਰਕ ਤੌਰ ਤੇ ਤੰਗ ਕੀਤਾ। ਇਹਨੂੰ ਤਾਨੇ ਮੇੜੇ ਮਾਰਦੇ ਸੀ ਲੋਕੀ, ਪੁੱਠਾ ਸਿੱਧਾ ਬੋਲਦੇ ਸੀ। ਇੱਥੇ ਕੋਈ ਅਸਰ ਨਹੀਂ ਪਿਆ ਕਿਸੇ ਵੀ ਗੱਲ ਦਾ।
कहते ना एक बंदा दीवाना हो जाए किसी का, कई बार कहते ने कोई बंदा दीवाना हो गया जी, किसी कुड़ी पिछे दीवाना हो गया कोई बंदा, ਉਹਨੂੰ कोई सुध बुध नहीं, ਉਹਨੂੰ कुटो मारो कुछ भी करो। ਜਿਹੜੇ प्रभु ਦੇ दीवाने हो जाते ना, ਉਹਨਾਂ ਦੇ ਫਿਰ ਸੰਸਾਰ ਦੀ ਸੁਧ ਬੁੱਧ ਨਹੀਂ ਰਹਿੰਦੀ। ਲੋਕੀ ਤਾਨੇ ਮਾਰਨ, ਲੋਕੀ ਕਹਿਣ ਜੀ ਕਿੱਦਾਂ ਦੇ ਕੱਪੜੇ ਪਾਏ ਆ, ਕਿੱਦਾਂ ਦਾ ਰਹਿਣ ਸਹਿਣ ਇਹਦਾ, ਇਹ ਪ੍ਰਾਰਥਨਾ ਹੀ ਕਰੀ ਜਾਂਦਾ, ਇਦਾਂ ਹੀ ਰਹੀ ਜਾਂਦਾ, ਸਿੰਪਲ ਰਹੀ ਜਾਂਦਾ, ਉਹਨਾਂ ਨੂੰ ਕੋਈ ਪਰਵਾਹ ਨਹੀਂ। ਇਸੇ ਤਰ੍ਹਾਂ ਸੰਤ ਪੌਲੁਸ ਤੇ ਅੰਦਰ ਖੁਦਾ ਦਾ ਵਚਨ ਆ ਗਿਆ ਸੀ, ਖੁਦਾ ਦਾ ਪਵਿੱਤਰ ਆਤਮਾ ਆ ਗਿਆ ਸੀਗਾ। ਸੰਤ ਪੌਲੁਸ ਨੂੰ ਕੋਈ ਮਾਰ ਦਾ ਅਸਰ ਨਹੀਂ ਹੋਇਆ, ਕਿਸੇ ਚੀਜ਼ਾਂ ਦਾ ਉੱਤੇ ਕੋਈ ਅਸਰ ਨਹੀਂ। ਤਕਲੀਫ ਉਹਨੂੰ ਜ਼ਰੂਰ ਹੁੰਦੀ ਸੀਗੀ, ਲੇਕਿਨ ਉਹ ਖੁਦਾ ਦੇ ਵਿੱਚ ਚੱਲਦਾ ਰਿਹਾ। ਉਹਨੇ ਕਿਹਾ 5 ਵਾਰੀ ਮੈਂ ਯਹੂਦੀਆਂ ਦੇ ਹੱਥੋਂ 39 ਕੋੜੇ ਖਾਦੇ, 5 ਵਾਰੀ 39 ਕੋੜੇ ਖਾਦੇ, 3 ਵਾਰ ਬੈਂਤਾਂ ਦੀ ਮਾਰ ਖਾਦੀ, 1 ਵਾਰ ਪਥਰਾਓ ਕੀਤਾ ਗਿਆ, 3 ਵਾਰ ਬੇੜੇ ਦੇ ਗਰਕਣ ਤੋਂ ਦੁੱਖ ਭੋਗਿਆ, ਬੇੜਾ ਟੁੱਟ ਗਿਆ ਉਹਦਾ 3 ਵਾਰੀ, ਕਿਸ਼ਤੀ ਵਿੱਚ ਜਾਂਦਾ ਸੀਗਾ, 1 ਰਾਤ ਦਿਨ ਸਮੁੰਦਰ 'ਚ ਕੱਟਿਆ, ਬਹੁਤ ਵਾਰ ਪੈਂਡਿਆਂ ਵਿੱਚ ਪੈਦਲ ਯਾਤਰਾ ਕੀਤੀ ਉਹਨੇ, ਦਰਿਆਵਾਂ ਵਿੱਚ, ਭੋਜਲਾਂ ਵਿੱਚ, ਡਾਕੂਆਂ ਦੀਆਂ ਭੋਜਲਾਂ ਵਿੱਚ, ਆਪਣੀਆਂ ਕੌਮ ਵੱਲੋਂ ਭੋਜਲਾਂ ਵਿੱਚ, ਪਰਾਈਆਂ ਕੌਮਾਂ ਦੀ ਵੱਲੋਂ ਭੋਜਲਾਂ ਵਿੱਚ, ਨਗਰ ਦੀਆਂ ਭੋਜਲਾਂ ਵਿੱਚ, ਉਜਾੜ ਦੀਆਂ ਭੋਜਲਾਂ ਵਿੱਚ, ਸਮੁੰਦਰ ਦੀਆਂ ਭੋਜਲਾਂ ਵਿੱਚ, ਖੋਟੇ ਭਰਾਵਾਂ ਦੀਆਂ ਭੋਜਲਾਂ ਵਿੱਚ, ਖੋਟੇ ਭਰਾ, ਮਿਹਨਤ ਕੋਰਿਆਂ ਵਿੱਚ, ਕਈ ਵਾਰੀ ਉਣਦੀਆਂ ਵਿੱਚ, ਭੁੱਖ ਅਤੇ ਤਰੇ ਵਿੱਚ, ਕਈ ਵਾਰੀ ਫਾਕਿਆਂ ਵਿੱਚ, ਪਾਲੇ ਅਤੇ ਨੰਗੇ ਰਹਿਣ ਵਿੱਚ ਪਿਆ ਰਿਹਾ। ਕਈ ਵਾਰ ਉਹ ਬਿਨਾਂ ਕੱਪੜੇ ਤੋਂ ਵੀ ਰਿਹਾ, ਠੰਡ ਦੇ ਵਿੱਚ ਵੀ ਰਿਹਾ। ਕਿਉਂ ਰਿਹਾ? ਖੁਦਾ ਦੇ ਵਚਨ ਨੂੰ ਪੂਰਾ ਕਰਦਾ ਰਿਹਾ। ਉਹ ਕਹਿੰਦਾ ਜੋ ਮਰਜ਼ੀ ਕਰ ਲਵੇ ਕੋਈ, ਮੈਂ ਖੁਦਾ ਦੇ ਵਚਨ 'ਚ ਚੱਲੂਗਾ। ਠੀਕ ਹੈ ਨਾ? ਅਤੇ ਹੋਰ ਗੱਲਾਂ ਤੋਂ ਬਾਅਦ ਸਾਰੀਆਂ ਕਲੀਸਿਆ ਦੀ ਚਿੰਤਾ ਮੈਨੂੰ ਰੋਜ਼ ਆਣ ਦਬਾਉਂਦੀ ਹੈ। ਉਹ ਕਹਿੰਦਾ ਸਾਰੀ ਕਲੀਸਿਆ ਇੰਨੀ ਦੁੱਖਾਂ ਤਕਲੀਫਾਂ ਤੋਂ ਬਾਅਦ ਵੀ ਉਹ ਆਪਣੇ ਲੋਕਾਂ ਦੇ ਲਈ ਪ੍ਰਾਰਥਨਾ ਕਰਦਾ ਰਿਹਾ ਕਿ ਪ੍ਰਭੂ ਤੇਰੇ ਲੋਕ ਤੇਰੇ ਵਚਨ 'ਚ ਚੱਲਦੇ ਰਹਿਣ, ਚੱਲਦੇ ਰਹਿਣ। ਕਿੰਨਾ ਦੁੱਖ ਝੱਲਿਆ ਤੁਸੀਂ ਦੇਖੋ, ਹੈ ਕਿੰਨਾ ਦੁੱਖ ਝੱਲਿਆ। ਇਸ ਕਰਕੇ ਕਿੰਨਾ ਕੁ ਮਜ਼ਬੂਤ ਹੋਵੇਗਾ ਸੰਤ ਪੌਲੁਸ। ਕਦੇ ਦੇਖੋ, ਕਦੇ ਸੋਚੋ, ਆਪਣੇ ਆਪ ਤੇ ਲਾ ਕੇ ਦੇਖੋ। ਅੱਜ ਸਾਡੇ ਕੋਲ ਥੋੜੀ ਬਹੁਤ ਦੁੱਖ ਤਕਲੀਫ ਨਹੀਂ ਝੱਲੀ ਜਾਂਦੀ, ਤੇ ਖੁਦਾ ਦੇ ਲੋਕ ਤੁਹਾਨੂੰ ਪਤਾ ਕਿਸ ਦੇ ਅੱਗੇ ਝੁਕਦੇ ਨਹੀਂ ਹੁੰਦੇ ਸੀ। ਇਹ ਉਸੇ ਅੱਗੇ ਝੁਕਦੇ ਸੀ ਜਿਹੜਾ ਖੁਦਾ ਸਾਹਮਣੇ ਖੜ ਜਾਂਦਾ ਸੀ ਆ ਕੇ। ਇਹ ਕਿਸੇ ਮਨੁੱਖ ਦੇ ਅੱਗੇ ਨਹੀਂ ਝੁਕਦੇ ਸੀ ਵੀ ਆਪ ਹੀ ਤੇਰੇ ਪੈਰੀ ਹੱਥ ਲਾ ਦਈਏ ਜੀ, ਜਿੱਦਾਂ ਅੱਜ ਲੋਕੀ ਲਾਉਂਦੇ ਪੈਰਾਂ ਨੂੰ ਹੱਥ ਲਾ ਦਿੰਦੇ ਆ। ਜਦੋਂ ਦਰਸ਼ਨ ਦਿੱਤਾ ਸੀਗਾ ਮੂਸਾ ਦੇ ਚੇਲੇ ਨੂੰ, ਯਹੋਸ਼ੂਆ ਨੂੰ, ਉਹ ਕਹਿੰਦਾ ਮੈਂ ਯਹੋਵਾ ਦਾ ਸੈਨਾਪਤੀ ਆ। ਉਹ ਜਾ ਕੇ ਉਹਨੇ ਮੱਥਾ ਟੇਕਿਆ, ਤੇ ਬਾਈਬਲ ਬਿਆਨ ਕਰਦੀ ਤੂੰ ਮੇਰੇ ਤੋਂ ਬਿਨਾ ਕਿਸੇ ਦੇ ਅੱਗੇ ਮੱਥਾ ਨਾ ਟੇਕੀ। ਕਹਿੰਦਾ ਮੇਰੇ ਤੋਂ ਬਿਨਾ ਕੋਈ ਦੂਜਾ ਦੇਵਤਾ ਨਹੀਂ ਹੋਣਾ ਚਾਹੀਦਾ। ਕੂਚ 20 ਦੀ ਦਿਨ 'ਚ ਪੜਾਂਗੇ ਸੀ ਇਹਨੂੰ, ਕੂਚ 20 ਦੀ ਦਿਨ ਕੱਢ ਲਓ। ਕੂਚ 20 ਦੀ ਦਿਨ, ਕੂਚ 20 ਦੀ ਦਿਨ 'ਚ ਲਿਖਿਆ ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ। ਦੂਜੇ ਦੇਵਤਿਆਂ ਦਾ ਮਤਲਬ ਜਿੱਥੇ ਮੇਰਾ ਵਚਨ ਆ, ਮੇਰੇ ਵਚਨ ਤੋਂ ਇਲਾਵਾ ਤੁਸੀਂ ਕੋਈ ਹੋਰ ਕੰਮ ਨਹੀਂ ਕਰਨਾ ਸੰਸਾਰ ਦਾ। ਫਿਰ ਤੁਸੀਂ ਮੂਰਤੀ ਪੂਜਕ, ਜੇ ਤੁਸੀਂ ਇਹ ਕੰਮ ਕਰਦੇ ਹੋ ਤੋ ਆਪਣੇ ਲਈ ਉਕਰੀ ਹੋਈ ਮੂਰਤੀ ਨਾ ਬਣਾ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਆਕਾਸ਼ ਵਿੱਚ ਅਤੇ ਜਿਹੜੀ ਧਰਤੀ ਦੇ ਹੇਠਾਂ, ਧਰਤੀ ਉੱਤੇ ਹੈ, ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ, ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ, ਨਾ ਉਹਨਾਂ ਦੀ ਪੂਜਾ ਕਰ। ਜੇ ਅੱਜ ਵੀ ਬੰਦਾ ਕਹਿੰਦਾ ਜੀ ਮੈਂ ਕਿਸੇ ਦੇ ਅੱਗੇ ਪੈਰੀ ਹੱਥ ਲਾਤਾ, ਸਾਡੇ ਰੀਤੀ ਰਿਵਾਜ ਆ, ਤੁਸੀਂ ਮੂਰਤੀ ਪੂਜਾ ਕੀਤੀ। ਇਹ ਬਾਈਬਲ ਬਿਆਨ ਕਰਦੀ ਸੀ। ਨਾ ਉਹਨਾਂ ਦੀ ਪੂਜਾ ਕਰ, ਕਿਉਂ ਜੋ ਮੈਂ ਯਹੋਵਾ ਤੇਰਾ ਪਰਮੇਸ਼ਵਰ, ਅਣਖ ਵਾਲਾ ਪਰਮੇਸ਼ਵਰ, ਅਣਖੀ ਪਰਮੇਸ਼ਵਰ ਦੀ ਬੇਟਾ ਹੋਵੇ, ਅਣਖੀ ਪਰਮੇਸ਼ਵਰ ਦੀ ਬੇਟੀ ਹੋਵੇ, ਤੇ ਕਿਸੇ ਅੱਗੇ ਨਹੀਂ ਝੁਕੂਗਾ। ਮੈਂ ਅਣਖੀ ਪਰਮੇਸ਼ਵਰ ਦੀ ਬੇਟੀ ਹਾਂ। ਤੁਹਾਨੂੰ ਪਤਾ ਜਦੋਂ ਕੋਈ ਰਾਜਾ ਨਿਕਲਦਾ, ਚਲੋ ਤੁਸੀਂ ਐਗਜ਼ਾਮਪਲ ਤੌਰ ਤੇ ਲਾ ਲਓ, ਅੱਜ ਅਮਰੀਕਾ ਦਾ ਰਾਸ਼ਟਰਪਤੀ ਹੋਵੇ ਜਾਂ ਆਪਣੇ ਇੰਡੀਆ ਦਾ ਕੋਈ ਪ੍ਰਧਾਨ ਮੰਤਰੀ, ਕੋਈ ਵੱਡਾ ਨੇਤਾ ਆ, ਉਹ ਕਿੱਦਾਂ ਨਿਕਲਣਗੇ? ਉਹਨੇ ਕਿਸੇ ਅੱਗੇ ਝੁਕਣਾ, ਭਾਵੇਂ ਛੋਟੀ ਉਮਰ ਦਾ ਵੀ। ਲੋਕੀ ਝੁਕਦੇ ਆ ਕੇ, ਲੋਕੀ ਝੁਕਦੇ ਕਿਉਂ ਝੁਕਦੇ ਆ? ਆਦਰ ਕਰਦੇ। ਠੀਕ ਹੈ ਨਾ? ਆਦਰ ਕਰਦੇ ਜੀ ਇਹ ਮੰਤਰੀ ਦੀ ਕੁੜੀ ਆ, ਬਣਾ ਕੇ ਰੱਖਣੀ ਪੈਣੀ ਆ, 100 ਕੰਮ ਕੱਢਣੇ ਹੁੰਦੇ ਆ। ਅੱਜ ਐਮਐਲਏ ਨਹੀਂ ਮਾਣ ਹੁੰਦਾ, ਐਮਐਲਏ ਦੇ ਬੱਚੇ ਹੁਣ ਲੋਕੀ ਅੱਗੇ ਪਿੱਛੇ ਘੁੰਮਦੇ, ਐਮਐਲਏ ਮੁੰਡਾ ਆ ਕੰਮ ਕਰਵਾ ਦੂਗਾ ਸਾਡੇ ਘਰ ਦੇ ਸਾਰੇ। ਠੀਕ ਆ? ਤੇ ਤੁਸੀਂ ਕਿਹਦੇ ਧੀਆਂ ਪੁੱਤਰ ਹੋ? ਜਿਉਂਦੇ ਯਹੋਵਾ ਦੇ ਧੀਆਂ ਪੁੱਤਰ। ਝੁਕਦੇ ਕਿਹਦੇ ਅੱਗੇ ਜਾ ਕੇ? ਸ਼ੈਤਾਨੀ ਲੋਕਾਂ ਦੇ, ਜਿਹੜੇ 24 ਘੰਟੇ ਭੋਗ ਵਿਲਾਸਾਂ 'ਚ ਲੱਗੇ ਰਹਿੰਦੇ ਆ। ਨਾ ਉਹਨਾਂ ਦੀ ਪੂਜਾ ਕਰ, ਕਿਉਂ ਜੋ ਮੈਂ ਤੇਰਾ ਯਹੋਵਾ ਤੇਰਾ ਪਰਮੇਸ਼ਵਰ ਅਣਖ ਵਾਲਾ ਪਰਮੇਸ਼ਵਰ ਹਾਂ, ਜਿਹੜਾ ਪਿਓ ਦਾਦਿਆਂ ਦੀ ਬੁਰਾਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ। ਉਹ ਬੁਰਾਈ ਨੂੰ ਕੀ ਕਰਦਾ? ਬੱਚਿਆਂ ਉੱਤੇ ਪਾ ਦਿੰਦਾ ਹੈ। ਇਸ ਕਰਕੇ ਤੌਬਾ ਕਰ ਲਓ, ਕਹਿ ਦੋ ਪ੍ਰਭੂ ਜੀ ਮੇਰੀ ਨੀਂਹ ਬੜੀ ਕਮਜ਼ੋਰ ਹੈ, ਇਹਨੂੰ ਮਜ਼ਬੂਤ ਕਰ ਦੇ।
ਤੇ ਨੀਂਹ ਮਜ਼ਬੂਤ ਕਿਹਨੇ ਕਰਨੀ ਆ? ਤੁਹਾਡੇ ਸੁਪਨੇ 'ਚ ਨਹੀਂ ਰੱਬ ਨੇ ਆ ਜਾਣਾ ਕਿਤੇ, ਜਾਂ ਤੁਹਾਡੇ ਅੱਗੇ ਖੜੂਗਾ ਆ ਕੇ ਜੀ ਆ ਜਾ ਮੈਂ ਤੇਰੀ ਨੀਂਹ ਮਜ਼ਬੂਤ ਕਰਦਾ। ਜੋ ਵਚਨ ਮੈਂ ਤੁਹਾਨੂੰ ਸਿਖਾ ਰਿਹਾ, ਜੋ ਮੇਰੇ ਅੰਦਰੋਂ ਵਚਨ ਨਿਕਲ ਰਿਹਾ ਹੈ, ਇਹ ਯਿਸੂ ਮਸੀਹ। ਮੈਂ ਤਾਂ ਇੱਕ ਮਾਮੂਲੀ ਜਿਹਾ ਮਨੁੱਖ ਹਾਂ, ਲੇਕਿਨ ਵਚਨ ਜਦੋਂ ਮੇਰੇ ਅੰਦਰੋਂ ਨਿਕਲ ਰਿਹਾ, ਵਚਨ ਯਿਸੂ ਮਸੀਹ ਆ। ਕੋਈ ਸੇਵਕ ਯਿਸੂ ਮਸੀਹ ਨਹੀਂ ਹੁੰਦਾ, ਠੀਕ ਹੈ ਨਾ? ਮੈਂ ਵੀ ਤੁਹਾਡੇ ਵਰਗੇ ਆਮ ਮਨੁੱਖ ਹਾਂ। ਜਿੱਦਾਂ ਤੁਹਾਨੂੰ ਤਕਲੀਫ ਹੁੰਦੀ, ਦੁੱਖ ਬੁਖਾਰ ਚੜਦਾ, ਮੈਨੂੰ ਵੀ ਚੜਦਾ, ਮੈਨੂੰ ਵੀ ਦੁੱਖ ਤਕਲੀਫ ਹੁੰਦੇ ਆ, ਠੀਕ ਹੈ ਨਾ? ਮੈਨੂੰ ਵੀ ਲੋੜਾਂ ਜ਼ਰੂਰਤਾਂ ਪੈ ਜਾਂਦੀਆਂ। ਲੇਕਿਨ ਜਦੋਂ ਵਚਨ ਅੰਦਰੋਂ ਨਿਕਲ ਰਿਹਾ, ਜਿਹੜਾ ਵਚਨ ਮੇਰੇ ਅੰਦਰ ਆ, ਉਹ ਯਿਸੂ ਮਸੀਹ ਆ। ਤੇ ਯਿਸੂ ਮਸੀਹ ਕਹਿ ਰਿਹਾ ਆ, ਕਿਸੇ ਦੇ ਅੱਗੇ ਨਹੀਂ ਝੁਕਣਾ। ਝੁਕਦਾ ਉਹੀ ਬੰਦਾ ਜਿਹਦੀ ਨੀਂਹ ਕਮਜ਼ੋਰ ਆ, ਉਹ ਸਹਾਰੇ ਭਾਲਦਾ ਫਿਰਦਾ। ਜੇ ਮੈਂ ਕਿਤੇ ਡਿੱਗ ਗਿਆ ਤੇ ਮੇਰਾ ਰਿਸ਼ਤੇਦਾਰ ਮੈਨੂੰ ਬਚਾਊਗਾ। ਜੇ ਮੇਰਾ ਘਰ ਕਿਤੇ ਡਿੱਗ ਗਿਆ ਤੇ ਰਿਸ਼ਤੇਦਾਰ ਨੇ ਕਿੱਥੋਂ ਬਚਾਣਾ? ਰਿਸ਼ਤੇਦਾਰ ਦੇ ਖੁਦ ਘਰ ਪਾਣੇ ਰੇਤ ਤੇ ਬਣਿਆ, ਉਹ ਕਿੱਥੋਂ ਤੁਹਾਨੂੰ ਬਚਾਊਗਾ? ਲੇਕਿਨ ਜਿਹਦਾ ਘਰ ਪੱਥਰ ਤੇ ਬਣਿਆ ਆ, ਹਨੇਰੀਆਂ ਆਣ, ਤੂਫਾਨ ਆਣ, ਉਹਨੂੰ ਕੋਈ ਨਹੀਂ ਹੁੰਦਾ। ਕਹਿਣ ਦਾ ਮਤਲਬ ਜੇ ਤੁਸੀਂ ਵਚਨ ਦੇ ਵਿੱਚ ਖੜੇ ਹੋ ਨਾ, ਤੁਹਾਡੇ ਤੇ ਤੰਗੀਆਂ ਮੁਸੀਬਤਾਂ ਆ ਗਈਆਂ, ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ। ਤੁਹਾਨੂੰ ਪਤਾ ਵਿਸ਼ਵਾਸੀ ਖੜੇ ਰਹਿੰਦੇ। ਕਿੱਦਾਂ ਅਯੂਬ ਖੜਾ ਰਿਹਾ? ਗਿਰਿਆ ਉਹਦਾ ਆਤਮਿਕ ਘਰ, ਉਹਦਾ ਆਤਮਿਕ ਲੈਵਲ, ਉਹਦੀ ਨੀਂਹ ਕਿਤੇ ਹਿੱਲੀ ਮਾੜੀ ਜਿਹੀ, ਜੇ ਹਿੱਲੀ ਤਾਂ ਦਿਖਾ ਦਿਓ। ਮੂਸਾ ਦੇ ਅੱਗੇ ਲਾਲ ਸਮੁੰਦਰ ਆ ਗਿਆ, ਮੂਸਾ ਨਹੀਂ ਡਰਿਆ। ਉਹਨੂੰ ਪਤਾ ਸੀਗਾ ਵੀ ਜਿਹੜਾ ਪ੍ਰਭੂ ਬਾਹਰੋਂ ਕੱਢ ਲਿਆਇਆ, ਉੱਥੋਂ ਲੋਕਾਂ ਨੂੰ ਕੱਢ ਲਿਆਇਆ, ਸਮੁੰਦਰ ਕੀ ਚੀਜ਼ ਆ। ਹੁਣ ਬੜੀ ਸੋਚਣ ਵਾਲੀ ਗੱਲ ਹੈ, ਐਡਾ ਵੱਡਾ ਸਮੁੰਦਰ ਅੱਗੇ ਹੋਵੇ, ਲੋਕੀ ਡਰਨਗੇ, ਉਹਦੇ ਨਾਲ ਇਹ ਕਿੱਦਾਂ ਕੱਢੂਗਾ, ਕਿੱਦਾਂ ਸੁੱਕੂਗਾ ਪਾਣੀ? ਜੇ ਪ੍ਰਭੂ ਸੁਕਾਉਣ ਵੀ ਲੱਗਾ ਸੂਰਜ ਦੇ ਦੁਆਰਾ, ਕਈ ਦਿਨ ਲੱਗ ਜਾਣੇ। ਲੇਕਿਨ ਪ੍ਰਭੂ ਨੇ ਪੂਰੇ ਦੀ ਹਵਾ ਚਲਾਈ, ਤੋਂ ਹਵਾ ਚੱਲੀ, ਪਾਣੀ ਦੋ ਭਾਗ ਹੋ ਗਿਆ। ਇਸੇ ਤਰ੍ਹਾਂ ਖੁਦਾ ਕੰਮ ਕਰਦਾ ਹੈ। ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ, ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਮ ਨਾਲ ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪ੍ਰੀਤ ਪਾਲਦੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ, ਦਇਆ ਕਰਦਾ ਹਾਂ। ਦੇਖੋ ਕੀ ਕਹਿੰਦੀ ਬਾਈਬਲ, ਕਹਿੰਦਾ ਜਿਹੜੇ ਮੇਰੇ ਨਾਲ ਪ੍ਰੀਤ ਪਾਲਦੇ ਹਨ ਅਤੇ ਹੁਕਮਾਂ ਨੂੰ ਮੰਨਦੇ ਹਨ, ਮੈਂ ਉਹਨਾਂ ਉੱਤੇ ਦਇਆ ਕਰਦਾ ਹਾਂ। ਤੂੰ ਆਪਣੇ ਯਹੋਵਾ ਪਰਮੇਸ਼ਵਰ ਦਾ ਨਾਮ ਵਿਅਰਥ ਨਾ ਲੈ, ਕਿਉਂ ਜੋ ਜਿਹੜਾ ਉਸ ਦਾ ਨਾਮ ਵਿਅਰਥ ਲੈਂਦਾ ਹੈ, ਯਹੋਵਾ ਉਸ ਨੂੰ ਬੇਦੋਸ਼ ਨਾ ਠਹਿਰਾਵੇਗਾ। ਤੂੰ ਸ਼ਬਦ ਦੇ ਦਿਨ ਨੂੰ ਚੇਤੇ ਰੱਖ ਕੇ ਪਵਿੱਤਰ ਜਾਣ, ਤੇ ਚੇਤੇ ਰੱਖ 6 ਦਿਨ ਤੂੰ ਮਿਹਨਤ ਕਰ। ਬਾਈਬਲ ਬਿਆਨ ਕਰਦੀ 6 ਦਿਨ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ ਧੰਦਾ ਕਰ, ਪਰ 7ਵਾਂ ਦਿਨ ਯਹੋਵਾ ਤੇਰੇ ਪਰਮੇਸ਼ਵਰ ਦੇ ਲਈ ਸ਼ਬਦ ਹੈ। ਤੂੰ ਉਸ ਵਿੱਚ ਕੋਈ ਕੰਮ ਧੰਦਾ ਨਾ ਕਰ, ਨਾ ਤੂੰ ਨੇ ਤੇਰਾ ਪੁੱਤਰ, ਨਾ ਤੇਰੀ ਗੋਲਾ, ਨਾ ਤੇਰੀ ਗੋਲੀ, ਨਾ ਤੇਰੇ ਡੰਗਰ, ਕਹਿੰਦੇ ਕੋਈ ਵੀ ਨਾ ਕਰੇ। ਖੁਦਾ ਦੀ ਉਪਾਸਨਾ ਕਰੋ। ਐਤਵਾਰ ਦਾ ਦਿਨ ਪ੍ਰਭੂ ਯਿਸੂ ਮਸੀਹ ਦੀ ਉਪਾਸਨਾ ਕਰਨ ਦਾ ਦਿਨ। ਔਰ ਜਿਨ੍ਹਾਂ ਦੀ ਨੀਹਾਂ ਮਜ਼ਬੂਤ ਆ, ਉਹਨਾਂ ਨੂੰ ਪਤਾ ਉਪਾਸਨਾ ਕਰਨੀ ਹੈ। ਅਸੀਂ ਨਹੀਂ ਜਾਣਾ ਵਿਆਹ ਤੇ, ਉਹ ਲੋਕ ਨਹੀਂ ਜਾਂਦੇ ਫਿਰ ਵਿਆਹਾਂ ਤੇ, ਸ਼ਾਦੀਆਂ ਤੇ। ਉਹ ਕਹਿੰਦੇ ਪਹਿਲ ਖੁਦਾ ਦੀ ਆ, ਸ਼ੈਤਾਨ ਨੂੰ ਬੜੀ ਪਹਿਲ ਦੇਣੀ ਹੈ। ਜਿਹੜਾ ਬੰਦਾ ਸੋਚਦਾ ਵੀ ਵਿਆਹ ਤੇ ਚੱਲ ਜਾਾਂਗੇ ਤੇ ਅਗਲੇ ਸੰਡੇ ਆ ਕੇ ਕਵਾਂਗੇ ਪਰ ਜਾਣਾ ਪਿਆ ਜੀ, ਮਜਬੂਰੀ ਸੀਗੀ, ਫਿਰ ਤੁਸੀਂ ਮੂਰਤੀ ਪੂਜਾ ਕਰਕੇ ਆਏ। ਫਿਰ ਖੁਦਾਵੰਦ ਮੂਰਤੀ ਪੂਜਾ ਨੂੰ ਪਸੰਦ ਹੀ ਨਹੀਂ ਕਰਦਾ। ਲੋਕੀ ਸੋਚਦੇ ਆ ਮੂਰਤੀ ਪੂਜਾ ਸ਼ਾਇਦ ਅਸੀਂ ਆਪਣੇ ਦੇਵੀ ਦੇਵਤੇ ਨੂੰ ਮੰਨਦੇ ਸੀ ਜੀ, ਉਹਨੂੰ ਛੱਡ ਕੇ ਅਸੀਂ ਪ੍ਰਭੂ ਚ ਆ ਗਏ। ਇਹ ਉਹ ਥੋੜੀ ਆ ਮੂਰਤੀ ਪੂਜਾ। ਮੂਰਤੀ ਪੂਜਾ ਉਹ ਆ ਜੋ ਤੁਹਾਡੇ ਅੰਦਰ ਰਹਿ ਕੇ ਸ਼ੈਤਾਨ ਤੁਹਾਡੇ ਤੋਂ ਕਰਾਈ ਜਾਂਦਾ। ਉਹ ਸ਼ੈਤਾਨ ਤੁਹਾਨੂੰ ਸੰਸਾਰ ਵਿੱਚ ਲੈ ਜਾਂਦਾ ਆ, ਆਹ ਕੰਮ ਕਰ, ਆਹ ਕੰਮ ਕਰ, ਤੂੰ ਬੱਚੇ ਨਹੀਂ ਪਾਲਣੇ, ਤੂੰ ਕੋਰਸ ਨਹੀਂ ਕਰਾਣੇ। ਕੀ ਪ੍ਰਭੂ ਯਿਸੂ ਮਸੀਹ ਦੀ ਸਾਮਰਥ ਨਹੀਂ ਆ ਉਹ ਤੁਹਾਡੇ ਬੱਚਿਆਂ ਨੂੰ ਪਾਲ ਸਕੇ, ਤੁਹਾਡੇ ਬੱਚਿਆਂ ਨੂੰ ਸਭ ਕੁਝ ਕਰ ਸਕਦਾ ਖੁਦਾਵੰਦ? ਕੀ ਫਾਇਦਾ? ਅੱਜ ਯੂਕਰੇਨ ਦੇ ਵਿੱਚ ਕਈ ਬੱਚੇ ਗਏ, ਮਸੀਹ ਲੋਕਾਂ ਦੇ ਬੱਚੇ ਗਏ ਯੂਕਰੇਨ ਦੇ ਵਿੱਚ ਸਟੱਡੀ ਕਰਨ, ਕਈ ਮਾਰੇ ਗਏ। ਕਿਉਂ ਗਏ ਸੀਗੇ ਜੀ? ਡਾਕਟਰ ਬਣ ਜਾਣਗੇ ਜੀ, ਡਾਕਟਰ ਬਣਨਗੇ ਤੇ ਲੱਖਾਂ ਰੁਪਏ ਵੀ ਆਊਗਾ। ਅੱਜ ਕੀ ਹੋਇਆ? ਲਾਸ਼ ਘਰ ਆ ਗਈ। ਕੀ ਮਿਲਿਆ? ਕੁਝ ਵੀ ਨਹੀਂ ਮਿਲਿਆ। ਲੇਕਿਨ ਜਿਹੜੇ ਸਮਝਦਾਰ ਲੋਕ ਨੇ ਉਹ ਹਮੇਸ਼ਾ ਪ੍ਰਭੂ ਦੀ ਹਜ਼ੂਰੀ 'ਚ ਚੱਲਦੇ। ਬੰਦਾ ਭਾਵੇਂ ਜਿਹੜੀ ਮਰਜ਼ੀ ਦੇਸ਼ 'ਚ ਚਲਾ ਜਾਵੇ, ਜੇ ਖੁਦਾ ਦੇ ਵਿੱਚ ਆ ਤੇ ਖੁਦਾ ਉੱਥੇ ਵੀ ਰੱਖਿਆ ਕਰਦਾ ਉਹਦੀ। ਜਿਹੜੇ ਲੋਕ ਖੁਦਾ ਦੇ ਵਿੱਚ ਨਹੀਂ, ਪ੍ਰਭੂ ਦੀ ਰੱਖਿਆ ਨਹੀਂ ਕਰਦਾ। ਪ੍ਰਭੂ ਯਿਸੂ ਮਸੀਹ ਸਾਰਿਆਂ ਨੂੰ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਮੈਂ ਤੇਰਾ ਧੰਨਵਾਦ ਕਰਦਾ ਪ੍ਰਭੂ ਜੀ ਅੱਜ ਦੇ ਸੰਦੇਸ਼ ਦੇ ਲਈ। ਖੁਦਾਵੰਦਾ ਜੋ ਸੰਦੇਸ਼ ਪ੍ਰਭੂ ਯਿਸੂ ਮਸੀਹ ਮੈਂ ਆਪਣੀ ਸਮਝ ਦੇ ਨਾਲ ਨਹੀਂ ਦਿੱਤਾ ਖੁਦਾਵੰਦਾ, ਇਹ ਸੰਦੇਸ਼ ਤੇਰੇ ਪਵਿੱਤਰ ਆਤਮਾ ਦੇ ਦੁਆਰਾ ਦਿੱਤਾ ਗਿਆ ਹੈ ਖੁਦਾਵੰਦਾ। ਤੇਰੇ ਨਬੀ ਦੇ ਸੰਦੇਸ਼ਾਂ ਵਿੱਚੋਂ ਇਹ ਤਾਂ ਲੈ ਕੇ ਦਿੱਤਾ ਗਿਆ ਹੈ ਖੁਦਾਵੰਦਾ। ਤੇ ਮੇਰੇ ਮਹਾਨ ਪਿਤਾ, ਮੈਂ ਵਿਸ਼ਵਾਸ ਕਰਦਾ ਜਿੰਨੇ ਭੈਣ ਭਾਈ ਸਥਾਨ 'ਚ ਬੈਠੇ ਹਨ ਪ੍ਰਭੂ ਜੀ, ਇਹਨਾਂ ਦੀ ਨੀਹਾਂ ਨੂੰ ਮਜ਼ਬੂਤ ਕਰ ਦੇ ਪ੍ਰਭੂ ਜੀ, ਕਿਉਂਕਿ ਮੈਂ ਨਹੀਂ ਚਾਹੁੰਦਾ ਖੁਦਾਵੰਦਾ ਇਹ ਡਿੱਗ ਜਾਣ ਪ੍ਰਭੂ ਯਿਸੂ ਮਸੀਹ ਤੇ ਨਾਸ਼ ਹੋ ਜਾਣ ਖੁਦਾਵੰਦਾ। ਕਿਉਂਕਿ ਬਹੁਤ ਲੋਕ ਜਦੋਂ ਖੁਦਾਵੰਦ ਤੇਰੇ ਵਿੱਚ ਦੋਗਲੇ ਚੱਲਦੇ ਹਨ ਪ੍ਰਭੂ ਜੀ, ਉਹ ਨਾਸ਼ ਹੋ ਜਾਂਦੇ ਹੈ ਖੁਦਾਵੰਦ ਪ੍ਰਭੂ ਜੀ, ਕਿਉਂਕਿ ਸੰਸਾਰ ਦਾ ਪਾਣੀ ਉਹਨਾਂ ਨੂੰ ਪ੍ਰਭੂ ਜੀ ਸਿੱਟ ਦਿੰਦਾ ਹੈ। ਤੇ ਮੇਰੇ ਮਹਾਨ ਪਿਤਾ ਪ੍ਰਭੂ ਯਿਸੂ ਮਸੀਹ, ਤੂੰ ਦਇਆ ਕਰ, ਕਿਰਪਾ ਕਰ ਖੁਦਾਵੰਦਾ, ਇਹਨਾਂ ਤੇ ਦਇਆ ਕਰ ਪ੍ਰਭੂ ਯਿਸੂ ਮਸੀਹ, ਇਹਨਾਂ ਦੇ ਪਰਿਵਾਰਾਂ ਤੇ ਦਇਆ ਕਰ ਪ੍ਰਭੂ ਜੀ, ਸਭਨਾਂ ਨੂੰ ਸਮਝ ਔਰ ਬੁੱਧ ਦੇ ਖੁਦਾਵੰਦਾ, ਕਿਉਂਕਿ ਸਭ ਤੋਂ ਵੱਡਾ ਦਿਨ ਉਹੀ ਹੈ ਪ੍ਰਭੂ ਜੀ ਜਦੋਂ ਲੋਕ ਤੇਰੀ ਉਪਾਸਨਾ ਕਰਦੇ ਆ ਪ੍ਰਭੂ ਜੀ।
क्योंकि मेरे महान पिता प्रभु जी आज लोग क्रिसमस भी मनाते हैं प्रभु जी, वो कहते हैं बड़ा दिन है, लेकिन खुदा बंदा उस दिन लोग भोग विलासा च लग जाते हैं प्रभु जी, लेकिन ਵੱਡਾ दिन ਤਾਂ रोज ही ਹੁੰਦਾ है खुदा बंदा। ਜਦੋਂ ਅਸੀਂ तेरी महिमा उपासना करते हैं प्रभु जी, वही दिन ਵੱਡਾ हो जाता है प्रभु जी। तू दया कर कृपा कर प्रभु यीशु मसीह, हर एक दिन तेरा मुबारक दिन है खुदा बंदा, ਤੇ सब दिन तेरे ਵੱਲੋਂ ठहराए हुए हैं खुदा बंदा। ਅਸੀਂ हर दिन तेरी महिमा ਤੇ ਵਡਿਆਈ ਕਰਦੇ ਹਾਂ प्रभु जी, ਅਸੀਂ ਕੋਈ ਵਹਿਮ ਨਹੀਂ ਕਰਦੇ खुदा बंदा, ਕਿਉਂਕਿ खुदा बंदा तेरे पवित्र लोग ਦਿਨਾਂ ਤਿਉਹਾਰਾਂ ਨੂੰ ਨਹੀਂ ਮੰਨਦੇ प्रभु जी, ਉਹ ਸਿਰਫ ਤੇਰੇ ਬਚਨ ਨੂੰ ਵੇਖਦੇ ਹੋਏ ਚੱਲਦੇ ਹਨ प्रभु जी। ਤੂੰ ਦਇਆ ਕਰ ਕਿਰਪਾ ਕਰ, ਜਿੰਨੇ ਭੈਣ ਭਾਈ ਸਥਾਨ 'ਚ ਬੈਠੇ ਨਾਲ ਸਮਝ ਦੇ, ਬੁੱਧ ਦੇ, ਬਰਕਤ ਤੇ ਆਸ਼ੀਸ਼ ਦੇ, ਤੇ ਇਹਨਾਂ ਦੀ ਨੀਹਾਂ ਨੂੰ ਮਜ਼ਬੂਤ ਕਰ ਦੇ खुदा बंदा, ਤਾਂ ਕਿ ਜਦੋਂ ਤੂੰ ਆਵੇਂ ਤੇ ਇਹ ਸਭ खुदा बंदा इन प्रभु यीशु मसीह तेरे नाल उठाए जाने लिए तैयार पाए जान खुदा बंदा। तू दया कर, इस करके नबी ने कहा तुसी हर दिन तैयारी विच रहो, कुछ नहीं पता कदों लाड़ा आ जाएगा। तो सचमुच खुदा बंदा मैं विश्वास करना तू बहुत जल्दी आ रहा है अपनी दुल्हन नूं लैण वास्ते। दया कर किरपा कर, सारा आदर जलाल महिमा प्रभु यीशु मसीह दे जिंदा जलाली सामर्थ नाम दिंदे आमीन हालेलुया।